ਕੀਤੀ ਸੀ लेकिन प्रशासन की मेहनत सदका जो बड़ी निर्विघन वोटा पै गई हुण रिजल्ट आ रहे हैं जी। और हुणे हुणे मक्खण गरेवाल जी जो जेतू करार दिता गया जी। और तुसीं सुन सकते हो कुलवंत कौर जी की वोट का ऐलान जो कर रहे थे और नाल दी नाल सुना रहे हैं थानू जी जी। साइड पे आ साइड 60 या 62 कौन जितया कौन जी? मक्खण जी का ही वो दस रहे हैं जी पहली डिटेल ही मक्खण जी जिते ने जी। और मक्खण जी 62 वोटां नाल जिते ने। तुसीं उधर दिखा सकते हो अकाली ते हमख्यालियां दी जफ्फी पै रही है। अकाली और हमख्याली उन्हां दे जिहड़े गल लग के एक दूजे नूं पाड़िया जी। की बनया रिजल्ट दा जी? 130 वोट ਤੁਹਾਡੇ ਭਰਾਵਾਂ ਦੇ ਆਸ਼ੀਰਵਾਦ ਨਾਲ जी ਸ਼ਹਿਰ ਵਾਸੀਆਂ ਦੇ ਦੁਆਵਾਂ ਨਾਲ जी ਮੇਰੇ ਵਾਰਡ ਦੀ ਮਿਹਨਤੀ ਵਰਕਰਾਂ ਨਾਲ जी ਮੈਂ ਸਾਰਿਆਂ ਨੂੰ ਕਾਮਯਾਬੀ ਮਿਲੀ ਹੈ ਜੀ। जी ਇਸ ਕਰਕੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਕਰਦਾ। जी बहुत बहुत मुबारक जी। बहुत बहुत शुक्रिया जी जी। और भाटिया जी ਜਿਹੜੇ ਵਿਨਰ ਨੇ ਘੋਸ਼ਿਤ ਹੋਏ 8 ਨੰਬਰ ਵਾਰਡ ਤੋਂ ਭਾਟੀਆ ਜੀ ਜਿੱਤ ਚੁੱਕੇ ਨੇ। ਕਾਂਗਰਸੀ ਉਮੀਦਵਾਰ ਨੇ 130 ਵੋਟਾਂ ਵਧੇਰੀਆਂ ਪਈਆਂ ਇਹਨਾਂ ਨੂੰ ਜੀ। ਬਹੁਤ ਬਹੁਤ ਮੁਬਾਰਕਾਂ ਜੀ। ਭਾਟੀਆ ਜੀ ਵਾਰਡ ਨੰਬਰ 8 ਤੋਂ ਜਿੱਤ ਚੁੱਕੇ ਨੇ। ਔਰ ਜਿਹੜੇ ਹੋਰ ਵਿਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਦੇਖਿਓ ਜੀ ਇੱਕ ਮਿੰਟ 5 सीटा ने 5 और 4 ਦਾ ਹੈਗਾ। ਵਾਰਡ ਨੰਬਰ 9 ਵੀ ਆ ਗਿਆ ਹੈ। ਵਾਰਡ ਨੰਬਰ 9 ਬਾਰ ਆਏ ਨੇ ਜੀ। नहीं मार्जिन कोई मार्जिन ही बता। मार्जिन 600 हो गया अपना। हाँ नहीं 600 मार्जिन नहीं मार्जिन ही 600 वोट वोट्स हाँ जी सानू दूजे धਿਰ ਨੂੰ ਕਿੰਨਾ दूसरे दे तो चलो मैं देख रही मैं अपना ही देखिया। ਬਹੁਤ ਮੁਬਾਰਕਾਂ ਜੀ ਤੁਹਾਨੂੰ। थैंक यू। ਵਾਰਡ ਨੰਬਰ 9 ਤੋਂ ਨੀਸ਼ੂ ਜੀ ਵਿਨਰ ਨੇ। हाँ जी बहुत खुशी हो रही है। मैं सारे अपने वार्ड वालिਆਂ ਨੂੰ ਧੰਨਵਾਦ ਦਿੰਦੀ ਆ ਜਿਨ੍ਹਾਂ ਨੇ ਮੈਨੂੰ ਆਪਣੇ ਲਈ ਆਪਣਾ ਕੈਂਡੀਡੇਟ ਚੁਣਿਆ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਬਹੁਤ ਬਹੁਤ ਉਹਨਾਂ ਦੀ ਉਮੀਦਾਂ ਤੇ ਖਰੀ ਉਤਰੂੰਗੀ ਮੈਂ। 9 ਨੰਬਰ ਵਾਰਡ ਤੋਂ 9 ਨੰਬਰ ਵਾਰਡ ਤੋਂ ਨੀਸ਼ੂ ਜੀ ਜਿੱਤ ਚੁੱਕੇ ਨੇ। ਕਾਂਗਰਸੀ ਉਮੀਦਵਾਰ ਨੇ। ਔਰ ਮੋਨਿਕਾ ਜਾਂਗੜਾ ਜੀ 9 ਨੰਬਰ ਵਾਰਡ ਤੋਂ ਜਿੱਤ ਚੁੱਕੇ ਨੇ। ਕੰਗ੍ਰੈਚੁਲੇਸ਼ਨ ਜੀ। ਅੱਛਾ ਮੈਂ ਕਿਹਾ ਤੁਹਾਨੂੰ ਕਹਿ ਰਹੇ ਨੇ ਚਲੋ। ਸੋ ਤੁਹਾਡੀ ਅੱਜ ਵਾਰੀ ਸਾਡੀ ਵੀ ਅੱਜ ਰਿਜ਼ਲਟ ਦਾ ਵੇਰਵਾ ਆ ਰਿਹਾ ਜੀ। ਆਪਾਂ ਤੁਹਾਨੂੰ ਲਾਈਵ ਹੀ ਚੱਲ ਰਿਹਾ। ਭੁੰਬਲਾ ਜੀ ਨਾਲ ਵੀ ਇੱਕ ਵਾਰੀ ਗੱਲਬਾਤ ਕਰਾ ਦਿੰਦੇ ਜਿਹੜੇ ਜਿੱਤ ਚੁੱਕੇ ਨੇ ਕਿਉਂਕਿ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ। ਭੁੰਬਲਾ ਜੀ ਤੁਸੀਂ ਵੀ ਜਿੱਤੇ ਹੋ। ਕਿੰਨਾ ਨੰਬਰ ਵਾਰਡ ਸੀ ਸਾਡੇ ਦਰਸ਼ਕਾਂ ਨੂੰ ਜ਼ਰੂਰ? ਨੰਬਰ 2 ਜੀ। ਵਾਰਡ ਨੰਬਰ 2 ਤੋਂ ਜਿੱਤ ਕਰਾ ਰਹੇ ਹੋ। ਹਾਂਜੀ ਹਾਂਜੀ ਹਾਂਜੀ। ਕੀ ਮਹਿਸੂਸ ਕੀ ਹੋ ਰਿਹਾ ਜੀ ਹੁਣ? ਮਹਿਸੂਸ ਬਸ ਸਾਰੇ ਜਿੰਨੇ ਵੀ ਹੈਗੇ ਸ਼ਹਿਰ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਖਾਸ ਕਰਕੇ ਮਹੱਲਾ ਨਿਵਾਸੀਆਂ ਵਾਰਡ ਨੰਬਰ 2 ਤੋਂ ਬਹੁਤ ਜ਼ਿਆਦਾ ਮੈਂ ਉਹਨਾਂ ਤਹਿ ਦਿਲ ਤੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੀ ਲੱਗਦਾ ਕਮੇਟੀ ਬਣ ਜਾਏਗੀ ਕਾਂਗਰਸ ਦੀ? ਹਾਂਜੀ ਹਾਂਜੀ ਜ਼ਰੂਰ ਬਣ ਜਾਏਗੀ 100%। ਅਗਰਵਾਲ ਜੀ ਦਾ ਵੀ ਰਿਜ਼ਲਟ ਜਿਹੜਾ ਆਉਣਾ ਪੈਂਡਿੰਗ ਹੈ ਜੀ। ਸਚਿਨ ਜੀ हाँ जी सर, क्या हाल है जी? ਸਰ ਕੀ ਬਣਿਆ ਰਿਜ਼ਲਟ ਦਾ ਜੀ? ਰਿਜ਼ਲਟ ਪਰਮਾਤਮਾ ਦੀ ਦਇਆ ਨਾਲ ਤੇ ਵੋਟਰਾਂ ਦੀ ਆਸ਼ੀਰਵਾਦ ਨਾਲ ਆਪਾਂ ਜਿੱਤ ਗਏ ਆ। ਕਿੰਨੇ ਮਾਰਕ? ਔਰ 842 ਵੋਟਾਂ ਪੋਲ ਹੋਈਆਂ ਸੀ। 842 ਚੋਂ ਮੈਨੂੰ 608 ਵੋਟਾਂ ਮਿਲੀਆਂ ਆ ਬਹੁਤ ਵੱਡਾ ਮਾਰਜਨ ਹੈ। ਤੇ 229 ਆਜ਼ਾਦ ਨੂੰ ਮਿਲੀਆਂ ਬਹੁਤ ਆ। ਵੱਡਾ ਵਿਸ਼ਵਾਸ ਦਿਖਾਇਆ ਜੀ। ਸਾਂਝੇ ਮੋਰਚੇ ਵਾਲੇ ਜਿਹੜੇ ਸੀ ਤੇ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਆਪਣੇ ਵਾਰਡ ਦੇ ਵੋਟਰਾਂ ਦਾ ਜਿਨ੍ਹਾਂ ਨੇ ਡਿਵੈਲਪਮੈਂਟ ਨੂੰ ਮੇਨ ਰੱਖ ਕੇ ਔਰ ਮੇਰੇ ਕੰਮਾਂ ਨੂੰ ਮੇਨ ਰੱਖ ਕੇ ਮੈਨੂੰ ਸਪੋਰਟ ਕੀਤਾ, ਵੋਟ ਕੀਤਾ। ਬਹੁਤ ਬਹੁਤ ਧੰਨਵਾਦ ਮੇਰੇ ਵਾਰਡ ਦੇ ਵਾਸੀਆਂ ਦਾ, ਐਮਐਲਏ ਸਰਦਾਰ ਅੰਗਦ ਸਿੰਘ ਜੀ ਦਾ ਔਰ ਸਾਡੀ ਕਾਂਗਰਸ ਦੀ ਸਮੂਹ ਲੀਡਰਸ਼ਿਪ ਦਾ। ਕੀ ਲੱਗਦਾ ਕਾਂਗਰਸ ਦੀ ਕਮੇਟੀ ਬਣ ਜਾਏਗੀ? ਮੈਨੂੰ ਉਮੀਦ ਆ ਪੂਰੀ ਜੀ ਕਿਉਂਕਿ ਜਿਸ ਤਰ੍ਹਾਂ ਬਾਕੀ ਰਿਜ਼ਲਟ ਵੀ ਆ ਰਹੇ ਆ ਤੇ ਕਾਂਗਰਸ ਦੀ ਕਮੇਟੀ ਪੱਕਾ ਬਣੇਗੀ। ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੱਕ ਵਾਰ ਫਿਰ ਤੋਂ। ਮੱਖਣ ਗਰੇਵਾਲ ਜੀ ਵੀ ਬਣੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਔਰ ਕਾਂਗਰਸ ਦੀਆਂ ਕਹਿੰਦੇ 7 ਸੀਟਾਂ ਹੋ ਚੁੱਕੀਆਂ ਨੇ। ਔਰ ਬਾਕੀ ਵੀ ਜਿਹੜਾ ਵੇਰਵਾ ਤੁਹਾਨੂੰ ਜ਼ਰੂਰ ਲੈ ਕੇ ਦਿੰਦੇ ਹਾਂ ਕਿਉਂਕਿ ਥੋੜਾ ਅਸੀਂ ਵੀ ਲੇਟ ਹੋ ਗਏ ਸੀ ਇੱਥੇ ਪਹੁੰਚਣ ਵਿੱਚ। ਇਸ ਗੱਲ ਲਈ ਖੀਮਾ ਮੰਗਦੇ ਹਾਂ। ਪ੍ਰਦੇਸੀ ਸਾਡੇ ਨਾਲ ਨੇ ਜੀ, ਸੀਨੀਅਰ ਪੱਤਰਕਾਰ ਨੇ। ਕੀ ਰਿਜ਼ਲਟ ਹਾਲੇ ਤੱਕ ਇਹ ਪਤਾ ਲੱਗ ਰਿਹਾ ਕਿ 7 ਸੀਟਾਂ ਕਾਂਗਰਸ ਦੇ ਖੇਮੇ 'ਚ ਆ ਗਈਆਂ। ਬਾਕੀਆਂ ਦਾ ਕੀ ਵੇਰਵਾ ਦੱਸੋਗੇ ਜਰਾ? ਬਾਕੀਆਂ ਦਾ ਹੁਣ ਹੌਲੀ ਹੌਲੀ ਸਾਰਾ ਆ ਜਾਣਾ ਜੀ। ਸਾਡੇ ਸਾਹਮਣੇ ਹੀ ਆ ਜਿੱਦਾਂ ਚਿਮਟਾ ਪਾਉਣਾ ਹਰੀ ਦਾ ਘੁੰਮਣਾ ਬਾ ਕਿਰਪਾ ਹੋਈ ਜਾਣੀ। ਸਾਰਿਆਂ ਦੀ ਕਿਰਪਾ ਹੋਈ ਜਾਣੀ। ਸਾਰਿਆਂ ਦੀ ਕਿਰਪਾ ਹੋਈ ਜਾਣੀ। ਹਮ ਖਿਆਲੀਆਂ ਨੂੰ ਕਿੰਨੀ ਹਾਲੇ ਤੱਕ ਜਿਹੜੀਆਂ ਸੀਟਾਂ ਮਿਲ ਗਈਆਂ? ਆਹ ਵੀਰੇ ਮੈਂ ਦੇਖ ਲਓ ਪਰਚੀ ਦੇਖ ਲਓ ਜੀ ਸਾਰਾ ਕੁਝ ਇਹਦੇ ਵਿੱਚ ਲਿਖਿਆ ਸਾਰਾ ਕੁਝ। ਇੱਕ ਨੰਬਰ ਆਹ ਲਓ ਜੀ ਆਹ ਦੇਖੋ ਜੀ ਸਾਰਾ ਕੁਝ ਲਿਖਿਆ ਆ। ਹੁਣ ਬਾਕੀ ਆਹ ਦੇਖੋ ਆ ਵੀ ਇੱਕ ਪਰਚੀ ਲਿਖੀ ਹੋਆ
ਇੱਕ ਠੀਕ ਹੈ ਬਲਵਿੰਦਰ ਕੌਰ ਜੀ ਸੂਰੀ ਸਾਹਿਬ ਬੰਦੇ ਇਹਨਾਂ ਦਾ ਚੈਨਲ ਬਹੁਤ ਵਧੀਆ, ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ ਜੀ। ਜੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਜੀ। ਚਲੋ ਸਾਡੇ ਨਾਲ ਤ੍ਰਿਪਾਠੀ ਜੀ ਵੀ ਸੀਨੀਅਰ ਪੱਤਰਕਾਰ ਮੌਜੂਦ ਨੇ। ਸਰ ਥੋੜਾ ਰਿਜ਼ਲਟ ਦਾ ਵੇਰਵਾ ਦੇ ਦਿਓ ਜੀ। ਇਹ ਫਿਲਹਾਲ ਜਿਹੜੇ ਆ 9 ਰਿਜ਼ਲਟ ਜਿਹੜੇ ਆ ਨਵਾਂਸ਼ਹਿਰ ਨਗਰ ਕੌਂਸਲ ਦੇ ਆਏ ਆ। ਇਹਨਾਂ ਵਿੱਚੋਂ 6 ਜਿਹੜੇ ਆ ਉਹ ਕਾਂਗਰਸ ਨੇ ਫਿਲਹਾਲ ਜਿੱਤ ਲਏ ਆ। ਇੱਕ ਹੋਰ ਆ ਗਏ ਜੀ। ਆਪਾਂ ਸਰ ਤੋਂ ਫਿਰ ਤੋਂ ਵੇਰਵਾ ਲੈਣੇ ਆ ਜੀ। ਕਿਹੜਾ ਵਾਰਡ ਹੈ? ਕਾਂਗਰਸ ਪਾਰਟੀ ਤੋਂ ਈਸ਼ੂ ਜੀ। ਸਰ ਈਸ਼ੂ ਵਾਰਡ ਨੰਬਰ 11 ਕਾਂਗਰਸ ਪਾਰਟੀ ਤੋਂ ਜਿੱਤ ਚੁੱਕੇ ਨੇ ਔਰ 521 ਵੋਟਾਂ ਨਾਲ ਜਿਹੜੇ ਮਾਰਜਨ ਨਾਲ ਕਹਿੰਦੇ ਜਿੱਤੇ ਨੇ ਈਸ਼ੂ ਜੀ। ਔਰ ਮੈਂ ਫਿਰ ਤੋਂ ਇੱਕ ਵਾਰੀ ਤੁਹਾਨੂੰ ਤ੍ਰਿਪਾਠੀ ਸਾਹਿਬ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰੂੰਗਾ। ਸੀਨੀਅਰ ਜਰਨਲਿਸਟ ਨੇ, ਸ਼ਹਿਰ 'ਚ ਪੂਰਾ ਮਾਣ ਸਤਿਕਾਰ ਹੈ ਸਰ ਦਾ। ਸਰ ਥੋੜਾ ਜਿਹਾ ਵੇਰਵਾ ਦੇ ਦਿਓ ਕੀ ਹੈ ਜੀ, ਸਾਡੇ ਦਰਸ਼ਕਾਂ ਨੂੰ ਥੋੜਾ ਕਲੀਅਰ ਕਰ ਦਿਓ ਜੀ। ਇਹ ਇੱਕ ਨਵਾਂ ਰਿਜ਼ਲਟ ਹੁਣੇ ਰੁਝਾਨ ਆਇਆ ਵਾ ਵਾਰਡ ਨੰਬਰ 11 ਦੇ ਵਿੱਚ। ਇੱਥੋਂ ਨਿਸ਼ੂ ਚੋਪੜਾ 511 ਵੋਟਾਂ ਤੇ ਕਾਂਗਰਸ ਦੇ ਜਿਹੜੇ ਜੇਤੂ ਰਹੇ ਨੇ। ਉਹਨਾਂ ਨੇ ਨਮਰਤਾ ਖੰਨਾ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਨੂੰ ਹਰਾਇਆ ਵਾ। ਇਸ ਤੋਂ ਪਹਿਲਾਂ 9 ਨੰਬਰ ਵਾਰਡ ਦੇ ਵਿੱਚ ਵੀ ਕਾਂਗਰਸ ਦੇ ਮੋਨਿਕਾ ਜਾਂਗੜਾ ਨੇ ਜਿੱਤ ਪ੍ਰਾਪਤ ਕੀਤੀ ਹੈ। ਤੇ ਫਿਲਹਾਲ ਜਿਹੜੇ ਆ 7 ਸੀਟਾਂ ਮੇਰੇ ਖਿਆਲ ਕਾਂਗਰਸ ਤੋਂ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। 7 ਸੀਟਾਂ 9 10 ਸੀਟਾਂ ਦਾ ਰਿਜ਼ਲਟ ਜਿਹੜਾ ਵਾ ਹੁਣ ਤੱਕ ਆ ਚੁੱਕਿਆ, ਜਿਨ੍ਹਾਂ ਚੋਂ 7 ਦੇ ਉੱਤੇ ਕਾਂਗਰਸ ਹੈ। ਬਿਲਕੁਲ ਪਿਓਰ ਮੈਜੋਰਟੀ ਦੇ ਵੱਲ ਵੱਧ ਰਹੀ ਹੈ ਤੇ ਲੱਗਦਾ ਵਾ ਵੀ ਇੱਕ ਵਾਰੀ ਫਿਰ ਨਵਾਂ ਸ਼ਹਿਰ ਦੇ ਵਿੱਚ ਕਾਂਗਰਸ ਦੀ ਜਿਹੜੀ ਆ ਉਹ ਕੌਂਸਲ ਬਣਨ ਜਾ ਰਹੀ ਹੈ। ਲੋਕਾਂ ਦੀ ਮੇਨ ਨਿਗਾਹ ਤਾਂ ਜੀ 12 ਨੰਬਰ ਵਾਰਡ ਤੇ ਵੀ ਟਿਕੀ ਹੋਈ ਹੈ ਨਾ ਜੀ। ਬਿਲਕੁਲ 12 ਨੰਬਰ ਵਾਰਡ ਦੇ ਉੱਤੇ ਵੀ ਬਹੁਤ ਜ਼ਿਆਦਾ ਨਿਗਾਹ ਟਿਕੀ ਹੋਈ ਹੈ ਤੇ ਬਸ ਕੁਛ ਹੀ ਪਲਾਂ ਦੇ ਵਿੱਚ 12 ਨੰਬਰ ਦਾ ਰਿਜ਼ਲਟ ਵੀ ਜੀ ਬਾਹਰ ਆਏ ਨੇ ਜੀ। ਮੇਰਾ ਖਿਆਲ ਕੋਈ ਰੁਝਾਨ ਅਗਰ ਆਇਆ ਹੋਵੇ ਜੀ ਕੁਲਵੰਤ ਕੌਰ ਜੀ ਤੋਂ। ਕੁਲਵੰਤ ਕੌਰ ਮੇਰਾ ਸਾਥ ਦਿੱਤਾ, ਮੇਰੇ ਨਾਲ ਬਹੁਤ ਗੁੰਡਾਗਰਦੀ ਕੀਤੀ ਗਈ। ਮੇਰੀ ਬਹੂ ਦਾ ਜਲੂਸ ਕੱਢ ਕੇ ਮੇਰੇ ਤੇ ਇਹਨਾਂ ਨੇ ਐਲੀਗੇਸ਼ਨ ਲਾਏ। ਮੈਨੂੰ ਇੱਕ ਦਿਨ ਇਹਨਾਂ ਨੇ ਰਸਤੇ ਵਿੱਚ ਸਰ ਗਰਾਊਂਡ ਦੇ ਵਿੱਚ ਜਾਏ ਜਿੰਨਾ ਮਰਜ਼ੀ ਉਹ ਕਰ ਲਓ। ਆ ਜਾਓ। ਇੱਕ ਦਿਨ ਮੈਨੂੰ ਰਸਤੇ ਵਿੱਚ ਘੇਰ ਕੇ ਇਹਨਾਂ ਨੇ ਮੇਰਾ ਇੱਕ ਦਿਨ ਰਸਤੇ 'ਚ ਮੇਰਾ ਸਕੂਟਰ ਘੇਰ ਕੇ ਇਹਨਾਂ ਨੇ ਮੇਰੇ ਸਕੂਟਰ ਦੀ ਲਾਈਟ ਤੇ ਮਾਰ ਕੇ ਮੁੱਕੇ ਮੇਰਾ ਜਲੂਸ ਕੱਢਿਆ। ਮੇਰੀ ਨੂੰਹ ਦਾ 1 ਸਾਲ ਹੋ ਗਿਆ ਡਿਵੋਰਸ ਹੋਏ ਨੂੰ। ਉਹਦਾ ਇਹਨਾਂ ਨੇ ਉੱਥੋਂ ਵੀਡੀਓ ਮੰਗਵਾ ਕੇ ਇਹਨਾਂ ਨੇ ਮੇਰਾ ਇੰਨਾ ਸ਼ਹਿਰ ਵਿੱਚ ਗਿਆ। ਪਰ ਮੈਂ ਉਹਨਾਂ ਲੋਕਾਂ ਦਾ ਬਹੁਤ ਥੈਂਕ ਕਰਦੀ। ਪੜ੍ਹੇ ਲਿਖੇ ਲੋਕਾਂ ਨੂੰ ਅਕਲ ਆ। ਮੇਰੀ ਇੱਜ਼ਤ ਦਾ ਮੇਰਾ ਘਰ ਵਾਲਾ ਹੈ ਨਹੀਂ। ਕੁਲਵੰਤ ਕੌਰ ਜੀ ਜਿਹੜੇ ਵਿਨਰ ਹੋਏ ਨੇ ਭਾਵੁਕ ਹੋ ਗਏ ਨੇ ਜੀ। ਭਾਵੁਕ ਹੋ ਗਏ ਨੇ। ਜਿਵੇਂ ਤੁਹਾਨੂੰ ਪਹਿਲਾਂ ਤ੍ਰਿਪਾਠੀ ਸਾਹਿਬ ਨੇ ਦੱਸਿਆ ਕਿ ਪਿਓਰ ਮੈਜੋਰਿਟੀ ਨਜ਼ਰ ਆ ਰਹੀ ਹੈ ਜੀ। 8 ਸੀਟਾਂ ਹੋ ਗਈਆਂ ਨੇ ਕਾਂਗਰਸ ਦੇ ਖੇਮੇ ਵਿੱਚ। ਮੈਂ ਫਿਰ ਤੋਂ ਇੱਕ ਵਾਰੀ ਤ੍ਰਿਪਾਠੀ ਜੀ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦਾ। ਤ੍ਰਿਪਾਠੀ ਜੀ ਸਵੇਰ ਤੋਂ ਇੱਥੇ ਮੌਜੂਦ ਨੇ। ਸਰ ਹੁਣ 8 ਸੀਟਾਂ ਹੋ ਗਈਆਂ ਮੇਰੇ ਖਿਆਲ। ਇਹ ਹਾਂਜੀ ਇਹ ਆਪਣੇ 8 ਸੀਟਾਂ ਦੇ ਉੱਤੇ ਹੁਣ ਜਿਹੜਾ ਵਾ ਉਹ ਕਾਂਗਰਸ ਜਿਹੜੀ ਅੱਗੇ ਹੋ ਗਈ ਹੈ, ਜਿਨ੍ਹਾਂ ਚੋਂ 3 ਸੀਟਾਂ ਜਿਹੜੀਆਂ ਉਹ ਸਾਂਝਾ ਮੋਰਚਾ ਜਾਂ ਅਕਾਲੀ ਦਲ ਨੂੰ ਕਵਾਂਗੇ। ਤੇ ਉਹ 3 ਨਾਮ ਕਿਹੜੇ ਨੇ ਜੀ, ਇੱਕ ਵਾਰ ਸਰ ਦੱਸ ਸਕਦੇ ਸਾਡੀ ਆਡੀਅנס? ਉਹਨਾਂ ਵਿੱਚ ਇੱਕ ਤਾਂ ਪਦਮ ਖਾਲਸਾ ਦਾ ਨਾਮ ਜਿਹੜਾ ਕਿ ਪਹਿਲੇ ਤੋਂ ਹੀ ਲੱਗ ਹੀ ਰਿਹਾ ਸੀਗਾ। ਸ਼ੋਰ ਸ਼ਾਟ ਸੀਗੇ ਉਹਨਾਂ ਦੇ ਮਦਦ ਜਿੰਦਰਜੀਤ ਕੌਰ ਮੈਡਮ ਨੇ ਵੀ ਸੀਟ ਜਿਹੜੀ ਹੈ ਲਗਾਤਾਰ ਤੀਜੀ ਵਾਰੀ ਜਿੱਤੀ ਹੈ ਉਹਦੇ। ਇਸ ਤੋਂ ਇਲਾਵਾ ਬਲਵਿੰਦਰ ਕੌਰ ਜਿਹੜੀ ਹੈਗੀ ਆ ਵਾਰਡ ਨੰਬਰ 1 ਦੇ ਵਿੱਚ, ਉਹ ਵੀ ਸਾਂਝੇ ਮੋਰਚੇ ਦੀ ਕੈਂਡੀਡੇਟ ਸੀਗੀ। ਉਹਨੇ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਜਿਹੜੀਆਂ 3 ਸੀਟਾਂ ਜਿਹੜੀਆਂ ਮੋਰਚਾ ਔਰ ਅਕਾਲੀ ਦਲ ਨੂੰ। ਮੱਖਣ ਜੀ ਦਾ ਰਿਜ਼ਲਟ ਨਹੀਂ ਆਇਆ ਜੀ? ਮੱਖਣ ਦਾ ਵੀ ਰਿਜ਼ਲਟ ਆ ਚੁੱਕਿਆ ਜੀ। ਹਾਂਜੀ ਮੱਖਣ ਨੇ ਵੀ 1 ਲੈ ਲਈ ਹੈ ਤੇ ਉਹਨਾਂ 4 ਸੀਟਾਂ ਹੋ ਗਈਆਂ ਹੁਣ ਇਹਨਾਂ ਦੀਆਂ। ਹਾਂਜੀ 4 ਮੱਖਣ ਦਾ ਰਿਜ਼ਲਟ ਵੀ ਬੜਾ ਕਦੂਸ਼ਿਆ ਸੀਗਾ। ਬੜੇ ਘੱਟ ਮਾਰਜਨ ਤੇ 68 ਵੋਟਾਂ ਦੇ ਸਿਰਫ 68 ਵੋਟਾਂ ਤੋਂ ਜਿਹੜਾ ਕਹਿੰਦੇ ਨੇ ਮੱਖਣ ਜੀ ਜਿੱਤੇ ਨੇ ਜੀ। ਬੜੀ ਟਫ ਫਾਈਟ ਹੋਈ ਲੱਗਦੀ ਹੈ। ਟਫ ਫਾਈਟ ਹੋਈ ਹੈ ਬਿਲਕੁਲ ਉਹ ਵਾਲੀ, ਕਿਉਂਕਿ ਇਹਦੇ ਵਿੱਚ ਰੋਮੀ ਖੋਸਲਾ ਔਰ ਮੱਖਣ ਗਰੇਵਾਲ ਜੀ ਦੇ ਵਿੱਚ ਕਾਫੀ ਜਿਹੜੀ ਆ ਕਲੋਜ਼ ਫਾਈਟ ਸ਼ੁਰੂ ਤੋਂ ਹੀ ਮੰਨੀ ਜਾ ਰਹੀ ਸੀਗੀ। ਔਰ ਐਂਡ ਤੱਕ ਵੀ ਜਿਹੜਾ ਵਾ ਈਵਨ ਕਿ ਜੇਤੂ ਕੈਂਡੀਡੇਟ ਜਿਹੜਾ ਸੀਗਾ ਉਹ ਇੰਨਾ ਭਾਵੁਕ ਸੀਗਾ ਕਿ ਉਹ ਕਹਿੰਦਾ ਵੀ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਹੈਗਾ 68 ਵੋਟਾਂ ਦੀ ਜਿੱਤ ਦੇ ਨਾਲ, ਜਿਸ ਤੋਂ ਇਹ ਅੰਦਾਜ਼ਾ ਲੱਗਦਾ ਵਾ ਕਿ ਕਿੰਨੀ ਟਫ ਫਾਈਟ ਹੋਵੇਗੀ ਉੱਥੇ। ਤੇ ਬਾਕੀ ਰਿਜ਼ਲਟ ਦੇਖਦੇ ਹਾਂ ਜੀ 15-20 ਮਿੰਟ ਤੱਕ ਮੈਨੂੰ ਲੱਗਦਾ ਸਾਰੇ ਹੀ ਕਲੀਅਰ ਹੋ ਜਾਣੇ ਆ। ਮੀਨਸ ਕਿ ਜੀ ਕੈਲਕੂਲੇਸ਼ਨ ਦੇ ਆਧਾਰ ਤੇ ਕਿ 12 ਜਿਹੜੇ ਵਾਰਡਸ ਦੇ ਰਿਜ਼ਲਟ ਆ ਗਏ, 8 ਕਾਂਗਰਸ ਕੋ ਹੱਲੇ ਤੇ 4 ਜਿਹੜੇ ਹਮਖਿਆਲੀ ਤੇ ਅਕਾਲੀਆਂ ਕੋਲ ਨੇ। ਬਿਲਕੁਲ ਜੀ 8 ਕਾਂਗਰਸ ਕੋ ਦੇ ਕੋਲ ਹੈ ਤੇ 4 ਜਿਹੜੇ ਆ ਹਮਖਿਆਲੀਆਂ ਦੇ ਕੋਲ ਹੈ। ਉਹਦੇ ਇਸ ਵਾਰੀ ਜਿਹੜੇ ਰਿਜ਼ਲਟ ਹੈ ਬੜੇ ਹੀ ਸ਼ੌਕਿੰਗ ਰਿਜ਼ਲਟ ਆ ਰਹੇ ਆ। ਜੋ ਪਹਿਲੇ ਸਰਵੇ ਕੀਤੇ ਗਏ ਅਲੱਗ-ਅਲੱਗ ਮੇਰੇ ਚੈਨਲ ਦੇ ਭਰਾਵਾਂ ਨੇ ਵੀ ਔਰ ਪੱਤਰਕਾਰਾਂ ਵੱਲੋਂ ਵੀ ਉਹਨਾਂ ਦੇ ਅਗੇਂਸਟ ਹੀ ਲਗਭਗ ਆਏ ਹੈਗੇ ਇਹ ਵਾਲੇ। ਇੱਦਾਂ ਲੱਗਦਾ ਸੀ ਵੀ ਕਾਂਗਰਸ ਉਹ ਜਿਹੜੀ ਤੀਜੇ ਮੋਰਚੇ 'ਚ ਬੜੀ ਹੀ ਟਫ ਫਾਈਟ ਹੋਏਗੀ। ਉਹ ਸਕੋਰ ਜਿਹੜਾ 9-10 8-10 ਇੱਦਾਂ ਦੇ ਕਰੀਬ ਰਹਿ ਸਕਦਾ ਵਾ। ਲੇਕਿਨ ਫਿਲਹਾਲ ਕਾਂਗਰਸ ਨੇ ਬਹੁਤ ਵਧੀਆ ਇੱਥੋਂ ਦੀ ਜਿੱਤ ਹਾਸਿਲ ਕੀਤੀ ਹੈ, ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ
ਔਰ ਸ਼ਾਇਦ ਇਹਦੇ ਵਿੱਚ ਯੂਥ ਨੂੰ ਜ਼ਿਆਦਾ ਮੌਕਾ ਲੱਗ ਰਿਹਾ ਨਜ਼ਰ ਆ ਰਿਹਾ, ਜਿਵੇਂ ਨੀਸ਼ੂ ਜੀ ਜਿੱਤੇ ਨੇ, ਜਾਂਗੜਾ ਜਿੱਤੇ ਨੇ, ਮੋਨਿਕਾ ਜੀ। ਯੂਥ ਵੀ ਕਾਫੀ ਜਿਹੜੇ ਅਫਸਰ ਮਿਲੇ ਹੈਗੇ, ਯੂਥ ਨੂੰ ਲੋਕਾਂ ਨੇ ਪਸੰਦ ਕੀਤਾ ਵਾ। ਕਈ ਹੈ ਨਾ ਵਾਰਡ ਨੰਬਰ 12 ਦਾ ਰਿਜ਼ਲਟ ਆ ਰਿਹਾ ਸੀ, ਜਿਹੜਾ ਸਭ ਤੋਂ ਜਿਸ ਸੀਟ ਨੂੰ ਕ੍ਰੂਸ਼ਲ ਮੰਨਿਆ ਜਾ ਰਿਹਾ। ਜਿਹੜੇ ਤੁਸੀਂ ਦੇਖ ਸਕਦੇ ਹੋ ਬੱਲੂ ਪ੍ਰਧਾਨ ਜੀ ਚੈਕਿੰਗ ਤੋਂ ਬਾਅਦ ਅੰਦਰ ਜਾ ਰਹੇ ਨੇ, ਸਭ ਤੋਂ ਕ੍ਰੂਸ਼ਲ ਵਾਰਡ ਹੈ। ਔਰ ਉਹਨਾਂ ਦੇ ਨਾਲ ਜਿਹੜੇ ਵਿਪਿਨ ਤਨੇਜਾ ਜੀ ਵੀ ਅੰਦਰ ਜਾ ਰਹੇ ਨੇ, ਜਿਹੜੇ ਉਹਨਾਂ ਦੇ ਸਮਰਥਕ ਨੇ। 12, 13 ਤੇ 14 3 ਵਾਰਡ ਜਿਹੜੇ ਅੰਦਰ ਜਾ ਰਹੇ ਨੇ, ਔਰ ਪੂਰੀ ਚੈਕਿੰਗ ਤੋਂ ਬਾਅਦ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ ਜੀ। ਆਪਾਂ ਏਜੰਟ ਟੇਬਲ ਨੰਬਰ 2 ਤੇ ਕਹਿੰਦੇ ਨੇ 12 ਨੰਬਰ ਵਾਰਡ ਦੇ ਜਿਹੜੇ ਏਜੰਟ ਸੀ ਉਹ ਬੈਠਣਗੇ ਜੀ। ਔਰ ਆਪਾਂ ਵੀ ਇੰਸਟਰਕਸ਼ਨ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਜਰਾ ਇੱਧਰ ਕਰੋ। ਟੇਬਲ ਨੰਬਰ 5 ਵਾਰਡ ਨੰਬਰ 14 ਬੂਥ ਨੰਬਰ 1 ਹੋਵੇਗਾ। ਟੇਬਲ ਨੰਬਰ 6 ਦੇ ਉੱਤੇ ਵਾਰਡ ਨੰਬਰ 14 ਤੇ ਬੂਥ ਨੰਬਰ 2 ਹੋਏਗਾ, ਤੇ ਟੇਬਲ ਨੰਬਰ 7 ਦੇ ਉੱਤੇ ਵਾਰਡ ਨੰਬਰ 15 ਤੇ ਬੂਥ ਨੰਬਰ 1 ਹੋਵੇਗਾ ਜੀ। ਇਹ ਏਜੰਟ ਤੇ ਕੈਂਡੀਡੇਟ ਜਲਦੀ ਨਾਲ ਅੰਦਰ ਆ ਜਾਣ ਜੀ, ਤਾਂ ਕਿ ਇਹਨਾਂ ਨੂੰ ਸਮੇਂ ਸਿਰ ਦਿਖਾ ਕੇ ਰਿਜ਼ਲਟ ਜਿਹੜਾ ਲਿਆ ਜਾ ਸਕੇ ਜੀ। ਮੈਂ ਇੱਕ ਵਾਰੀ ਮੈਨੂੰ ਅਗਰ ਤੁਸੀਂ ਪੜ੍ਹਾ ਦਿਓ ਤਾਂ ਜੀ ਮੈਂ ਆਡੀਅנס ਨੂੰ ਦੱਸਣਾ ਚਾਹੁੰਦਾ ਜੀ। 1 ਨੰਬਰ ਤੋਂ ਬਲਵਿੰਦਰ ਕੌਰ ਜਿੱਤੇ ਨੇ, 2 ਨੰਬਰ ਤੋਂ ਬਲਵਿੰਦਰ ਭੂੰਬਲਾ ਜੀ ਜਿੱਤੇ ਨੇ, 3 ਤੋਂ ਪਰਮ ਖਾਲਸਾ ਜੀ, 4 ਤੋਂ ਸਰ ਇਹ ਕੀ ਲਿਖਿਆ ਜੀ ਸ਼੍ਰੋਮਣੀ ਅਕਾਲੀ ਦਲ? 4 ਤੋਂ ਜਿੰਦਰਜੀਤ ਕੌਰ, 4 ਤੋਂ ਜਿੰਦਰਜੀਤ ਕੌਰ ਨੇ, 5 ਤੋਂ ਸਰ ਪਰਮਜੀਤ ਕੌਰ ਨੇ, 6 ਤੋਂ ਸਚਿਨ ਦੀਵਾਨ ਨੇ, 7 ਤੋਂ ਕੁਲਵਿੰਦਰ ਕੌਰ ਨੇ, ਕੁਲਵੰਤ ਕੌਰ, 8 ਤੋਂ ਭਾਟੀਆ ਜੀ ਨੇ ਜੀ। ਇਹ ਜਿਹੜੇ ਰਿਜ਼ਲਟਸ ਤੁਹਾਨੂੰ ਦੱਸ ਰਹੇ ਆ, 9 ਤੋਂ ਮੋਨਿਕਾ ਜਾਂਗੜਾ ਤੇ 10 ਤੋਂ ਮੱਖਣ ਸਿੰਘ ਨੇ ਜੀ, 11 ਤੋਂ ਨੀਸ਼ੂ ਜੀ ਨੇ। ਸੋ ਤੁਹਾਨੂੰ ਸਾਰਾ ਜਿਹੜਾ ਰਿਜ਼ਲਟ ਅਸੀਂ ਵੇਰਵਾ ਦੇ ਦਿੱਤਾ ਜੀ। ਸਾਡੇ ਪ੍ਰਦੇਸੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ। ਸਾਰਾ ਰਿਜ਼ਲਟ ਸਾਰਿਆਂ ਸਰ ਦੇ ਕੋਲ ਹੈ। 12 ਜਿਹੜੀਆਂ ਸੀਟਾਂ ਦਾ ਰਿਜ਼ਲਟ ਹਾਲੇ ਤੱਕ ਨਿਕਲ ਕੇ ਆ ਚੁੱਕਾ ਜੀ। 8 ਆ ਕਾਂਗਰਸ ਦੇ ਖੇਮੇ ਵਿੱਚ, 4 ਜਿਹੜੇ ਹਮਖਿਆਲੀ ਜਾਂ ਅਕਾਲੀਆਂ ਦੇ ਖੇਮੇ ਵਿੱਚ ਹੈ। ਮੱਖਣ ਗਰੇਵਾਲ ਨੇ, ਪਰਮ ਖਾਲਸਾ ਦੇ ਮਦਰ। ਇਹ 3 ਸੀਟਾਂ ਨੇ ਜੀ। ਇਹ ਤੁਹਾਨੂੰ ਪੂਰਾ ਜਿਹੜੀਆਂ 4 ਸੀਟਾਂ ਇਹਨਾਂ ਦੇ ਖੇਮੇ ਵਿੱਚ ਆ ਚੁੱਕੀਆਂ ਨੇ, ਉਹ ਤੁਹਾਨੂੰ ਪੂਰਾ ਰਿਜ਼ਲਟ ਅਸੀਂ ਦੇ ਰਹੇ ਹਾਂ। ਕੁਲਵੰਤ ਕੌਰ ਤੁਸੀਂ ਦੇਖਿਆ ਥੋੜ੍ਹੇ ਭਾਵਕ ਹੋ ਚੁੱਕੇ ਸੀ, ਔਰ ਉਹਨਾਂ ਨੇ ਜਿਹੜੇ ਇਮੋਸ਼ਨ ਸੀਗੇ ਉਹਦਾ ਬਾਰ-ਬਾਰ ਪ੍ਰਗਟਾਵਾ ਕਰ ਰਹੇ ਸੀਗੇ ਕਿ ਮੇਰੀ ਸਕੂਟਰ ਦੀ ਦੇਖੋ ਜਿਹੜਾ ਰੁਝਾਨ ਦੱਸ ਰਿਹਾ ਕਿ ਸਟਰੋਂਗਲੀ 12 ਚੋਂ ਅਗਰ 8 ਸੀਟਾਂ ਕਾਂਗਰਸ ਦੇ ਖੇਮੇ ਵਿੱਚ ਆ ਚੁੱਕੀਆਂ ਤਾਂ ਹੱਲੇ ਰਿਜ਼ਲਟ ਜਿਹੜਾ ਪੈਂਡਿੰਗ ਹੈ। ਇਹਦਾ ਰਿਜ਼ਲਟ ਕੰਪਾਈਲ ਹੋਇਆ ਜੀ। ਮੈਂ ਉਮੀਦਵਾਰ ਵਾਈਜ਼ ਦੱਸ ਦਿੰਦਾ। ਵਾਰਡ ਨੰਬਰ 8 ਤੋਂ ਹਰਜਸ ਆਜ਼ਾਦ ਉਮੀਦਵਾਰ ਨੇ, ਇਹਨਾਂ ਨੂੰ ਕੁੱਲ ਪਈਆਂ 463 ਵੋਟਾਂ। ਪ੍ਰਵੀਨ ਕੁਮਾਰ ਕਾਂਗਰਸ ਦੇ 593 ਵੋਟਾਂ। ਬਲਵੰਤ ਸਿੰਘ ਇੰਡੀਪੈਂਡੈਂਟ 382 ਵੋਟਾਂ। ਵਿਜੇ ਸ਼ਮਸ਼ੇਰ ਸਿੰਘ ਬੀਜੇਪੀ 28 ਵੋਟਾਂ। ਨੋਟਾ 15 ਵੀ ਜੀ ਨੋਟ ਕਰੋ, 15 ਲੋਕਾਂ ਨੇ ਰਿਜੈਕਟ ਕਰ ਦਿੱਤਾ ਹੈ। ਗੀਤਿਕਾ ਬੀਜੇਪੀ 60 ਵੋਟਾਂ। ਗੁਰਮੀਤ ਕੌਰ ਇੰਡੀਪੈਂਡੈਂਟ 328 ਵੋਟਾਂ। ਬਲਜਿੰਦਰ ਮਾਂਗਟ ਆਜ਼ਾਦ 35 ਵੋਟਾਂ। ਮੋਨਿਕਾ ਗੋਗਾ ਕਾਂਗਰਸ 559 ਵੋਟਾਂ। ਨੋਟਾ 10। ਨੋਟਾ ਫਿਰ ਤੋਂ 10 ਹੈ ਜੀ। 10 ਲੋਕਾਂ ਨੇ ਫਿਰ ਤੋਂ ਨਕਾਰ ਦਿੱਤਾ, ਇਹ ਵੀ ਧਿਆਨ ਦਿਓ। ਵਾਰਡ ਨੰਬਰ 10 ਪ੍ਰਦੀਪ ਪਾਠਕ ਇੰਡੀਪੈਂਡੈਂਟ 172 ਵੋਟਾਂ। ਮੱਖਣ ਸਿੰਘ ਇੰਡੀਪੈਂਡੈਂਟ 792 ਵੋਟਾਂ। ਰਜੀਵ ਕੁਮਾਰ ਬੀਜੇਪੀ 43 ਵੋਟਾਂ। ਰਮਨ ਖੋਸਲਾ ਕਾਂਗਰਸ 753 ਵੋਟਾਂ। ਨੋਟਾ 16। ਨੋਟਾ ਫਿਰ ਤੋਂ 16 ਹੈ ਜੀ। ਤਾਂ ਤੁਸੀਂ ਦੇਖ ਲਿਆ, ਮੈਂ ਜੋ ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਬੜੀ ਟਫ ਫਾਈਟ ਹੋਈ ਹੈ ਜੀ ਰੋਮੀ ਖੋਸਲਾ ਦੇ ਵਿਚਕਾਰ ਔਰ ਮੱਖਣ ਗਰੇਵਾਲ ਜਿਹੜੇ ਜਿੱਤੇ ਨੇ ਸਿਰਫ 68 ਵੋਟਾਂ ਦੇ ਮਾਰਜਨ ਤੋਂ, ਜਿਹੜਾ ਦੱਸਿਆ ਕਿ ਉਹ ਜਿੱਤ ਚੁੱਕੇ ਨੇ। ਮੈਂ ਜਿਹੜੇ ਇੱਧਰ ਵਿਨਰ ਨੇ ਉਹਨਾਂ ਨਾਲ ਗੱਲਬਾਤ ਇੱਕ ਵਾਰੀ ਕਰਾਉਣ ਦੀ ਕੋਸ਼ਿਸ਼ ਕਰਦਾ ਜੀ। ਪਰ ਇੱਕ ਇੱਥੇ ਵੱਡੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਹੱਲੇ ਵੀ ਜਿਹੜੀ ਬੀਜੇਪੀ ਨੂੰ 60 ਵੋਟਾਂ ਨਿਕਲ ਕੇ ਆਈਆਂ ਨੇ, ਕਿਉਂਕਿ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਦੇ ਬਾਵਜੂਦ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਲੋਕਾਂ ਨੇ ਜਿਵੇਂ ਪਹਿਲਾਂ ਨਕਾਰ ਦਿੱਤਾ ਸੀ। ਔਰ ਜਿਹੜੇ ਇੱਥੇ ਕੁਲਵੰਤ ਕੌਰ ਜੀ ਆਪਾਂ ਨੂੰ ਜਿਹੜਾ ਜੀ ਇੱਕ ਮੌਕਾ ਦਿਓ ਜੀ।
ਉਹਨੂੰ ਪਈਆਂ ਮੈਮ ਕੁਲਵੰਤ ਕੌਰ ਜੀ ਸਾਡੇ ਨਾਲ ਨੇ। ਮੈਮ ਥੋੜਾ ਭਾਵਕ ਵੀ ਹੋ ਚੁੱਕੇ ਸੀ। ਮੈਮ ਬੈਕ ਟੂ ਬੈਕ ਜਿੱਤਦੇ ਰਹੇ ਨੇ। ਜਿਵੇਂ ਇਹਨਾਂ ਨੇ ਕਿਹਾ ਕਿ ਸੂਝਵਾਨ ਵੋਟਰਸ ਨੇ, ਮੈਂ ਬੈਕ ਟੂ ਬੈਕ ਹਲੇ ਚੌਥੀ ਵਾਰ ਕਹਿਣਾ ਸੀ ਜੀ, ਚੌਥੀ ਵਾਰ ਜਿੱਤਦੇ ਰਹੇ ਨੇ, ਜਿੱਤ ਚੁੱਕੇ ਨੇ। ਮੈਮ ਉਹਨਾਂ ਦੀ ਬੜੀ ਸ਼ਲਾਘਾ ਕਰਦੇ ਨੇ ਸ਼ਹਿਰ ਦੇ ਵਾਸੀ। ਮੈਮ ਤੁਹਾਡੇ ਹੁਣ ਵਿਚਾਰ ਕੀ ਨੇ? ਤੁਸੀਂ ਬੜੇ ਇਮੋਸ਼ਨਲ ਹੋ ਗਏ, ਪਰ ਮੇਰੇ ਹਿਸਾਬ ਨਾਲ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਹੈ। ਮੈਂ ਇਮੋਸ਼ਨਲ ਨਹੀਂ ਹੋਈ। ਮੇਰੇ ਨਾਲ ਗੁੰਡਾਗਰਦੀ ਬਹੁਤ ਕੀਤੀ ਗਈ ਆ। ਮੇਰੀ ਬਹੂ ਦੀ 1 ਸਾਲ ਹੋ ਗਿਆ ਡਿਵੋਰਸ ਹੋਏ ਨੂੰ। ਉਹਦੀ ਇਹਨਾਂ ਨੇ ਫੇਸਬੁੱਕ ਤੇ ਫੋਟੋ ਉਹਦੇ ਕੋਲ ਮੰਗਵਾ ਕੇ ਪਾਈ। ਮੈਨੂੰ ਰਸਤੇ 'ਚ ਘੇਰਿਆ ਗਿਆ, ਮੈਨੂੰ ਬਹੁਤ ਜਲੀਲ ਕੀਤਾ ਗਿਆ ਮੇਰੇ ਨਾਲ। ਮੈਂ ਤਾਂ ਸ਼ਹਿਰ ਦੇ ਪੜ੍ਹੇ ਲਿਖੇ ਵੋਟਰਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਪੜ੍ਹੇ ਲਿਖੇ ਵੋਟਰਾਂ ਨੇ ਮੇਰੀ ਇੱਜ਼ਤ ਰੱਖੀ, ਮੇਰੀ ਅਕਲ ਨੂੰ ਸਮਝਿਆ ਤੇ ਉਹਨਾਂ ਨੇ ਮੈਨੂੰ ਵੋਟ ਪਾ ਕੇ ਮੇਰਾ ਜਿਤਾਇਆ। ਮੈਂ ਪਰਮਾਤਮਾ ਨੇ ਸੱਚਾਈ ਦਾ ਸਾਥ ਦਿੱਤਾ। ਮੈਂ ਤਾਂ ਬਾਬਾ ਨਾਨਕ ਨੂੰ ਇਹ ਕਹਿੰਦੀ ਸੀ ਵੀ ਮੇਰੇ ਕੋਲ ਬਾਬਾ ਨਾਨਕ ਤੇਰੇ ਵਾਲੀ ਸੱਚਾਈ ਆ, ਮੇਰੇ ਕੋਲ ਗੁੰਡਾਗਰਦੀ ਬਦਮਾਸ਼ੀ ਨਹੀਂ, ਮੇਰੀ ਬਾਬੇ ਨਾਨਕ ਨੇ ਇੱਜ਼ਤ ਰੱਖ ਲਈ। ਹਾਂਜੀ ਚਲੋ ਮੈਮ, ਜਿਸ ਤਰ੍ਹਾਂ ਪਹਿਲਾਂ ਕੰਮ ਕਰ ਰਹੇ ਹੋ ਉਸ ਤਰ੍ਹਾਂ ਫਿਰ ਤੋਂ ਤਰੱਕੀ ਜ਼ਰੂਰ ਹੋਣੀ ਚਾਹੀਦੀ ਹੈ। ਵਾਰਡ ਦੀ ਲੋਕਾਂ ਦੀ ਡਿਵੈਲਪਮੈਂਟ ਵੀ ਹੋਣੀ ਚਾਹੀਦੀ ਹੈ। ਮੇਰੇ ਵਾਰਡ ਦੇ ਲੋਕਾਂ ਨੂੰ ਕੋਈ ਤਕਲੀਫ ਨਹੀਂ, ਸਿਰਫ ਇੱਕ ਸਾਡੇ ਡੌਗ ਵਾਰਡ ਦੇ ਵਿੱਚ ਡੌਗੀ ਬਹੁਤ ਆ, ਅਸੀਂ ਉਹਨਾਂ ਦਾ ਹੁਣ ਹੱਲ ਕਰਾਂਗੇ। ਬਾਕੀ ਮੇਰੇ ਵਾਰਡ ਦੇ ਲੋਕਾਂ ਨੂੰ ਕੋਈ ਲਾਈਟ ਦੀ ਨਹੀਂ, ਕੋਈ ਸਫਾਈ ਦੀ ਨਹੀਂ ਪ੍ਰੋਬਲਮ ਹੈਗੀ। ਹਾਂਜੀ ਚਲੋ ਬਹੁਤ ਸ਼ੁਕਰੀਆ। ਜਿਹੜੇ ਹੋਰ ਵਿਨਰਸ ਨੇ ਆਪਾਂ ਭਾਟੀਆ ਜੀ ਨਾਲ ਪਹਿਲਾਂ ਗੱਲਬਾਤ ਤੁਹਾਡੀ ਕਰਵਾ ਦਿੱਤੀ ਹੈ ਜੀ। ਨੀਸ਼ੂ ਜੀ ਮੇਰੇ ਖਿਆਲ ਇੱਧਰ ਮੋਨਿਕਾ ਜਾਂਗੜਾ ਜੀ ਨੇ ਜੀ, ਇੱਕ ਮੈਮ ਸਾਡੇ ਨਾਲ ਨੇ, ਮੋਨਿਕਾ ਜੀ ਨੇ ਵਿਨਰ ਨੇ। ਮੈਮ ਕੀ ਲੱਗਦਾ ਅੱਜ ਕਮੇਟੀ ਬਣ ਜਾਏਗੀ ਜੀ ਫਿਰ? ਹਾਂਜੀ, ਸ਼ੁਰੂਆਤ ਤਾਂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਹੋਈ ਹੈ, ਬਹੁਤ ਅੱਛੀ ਸ਼ੁਰੂਆਤ ਹੋਈ ਹੈ। ਹੁਣ ਬਸ ਪਰਮਾਤਮਾ ਕਰੇ ਕਿ ਆਪਣੀ ਹੀ ਕਮੇਟੀ। ਇਸ ਵਾਰ ਯੂਥ ਬੜਾ ਨਿਖਰ ਕੇ ਸਾਹਮਣੇ ਆ ਰਿਹਾ ਹੈ ਔਰ ਤੁਸੀਂ ਦੇਖੋ ਯੂਥ ਏਜ ਵਿੱਚ ਹੋ ਔਰ ਕੀ ਫਿਰ ਨਵੇਂ ਕੀ ਕੀਰਤੀਮਾਨ ਕੀ ਸਾਬਤ ਕਰੋਗੇ ਜੀ ਨਵੇਂ? ਸਾਡੀ ਇਹੀ ਕੋਸ਼ਿਸ਼ ਹੈ, ਅਸੀਂ ਇਸ ਸ਼ਹਿਰ 'ਚ ਰਹਿਣਾ ਆ, ਪੰਜਾਬ 'ਚ ਰਹਿਣਾ ਆ, ਤਾਂ ਕਿ ਅਸੀਂ ਇਹਨੂੰ ਹੋਰ ਇੰਪਰੂਵ ਕਰ ਸਕੀਏ, ਡਿਵੈਲਪਮੈਂਟ ਲੈ ਕੇ ਆ ਸਕੀਏ, ਤਾਂ ਕਿ ਫਿਊਚਰ 'ਚ ਸਾਡੇ ਬੱਚਿਆਂ ਲਈ ਵੀ ਅੱਛਾ ਹੋਵੇ। ਇਸ ਲਈ ਅਸੀਂ ਅੱਗੇ ਆ ਰਹੇ ਹਾਂ। ਅਸੀਂ ਮੈਮ ਉਮੀਦ ਕਰਦੇ ਹਾਂ ਕਿ ਨੈਕਸਟ ਟਾਈਮ ਅਗਰ ਤੁਸੀਂ ਫਿਰ ਤੋਂ ਜਿਹੜੇ ਵੋਟਾਂ ਵਿੱਚ ਪਾਰਟਿਸਿਪੇਟ ਕਰੋ ਤਾਂ ਫਿਰ ਤੋਂ ਉਹ ਮੁੱਦਾ ਨਾ ਹੋਵੇ ਕਿ ਗਲੀਆਂ ਬਣਾ ਦਾਂਗੇ, ਲਾਈਟਾਂ ਲਵਾ ਦਾਂਗੇ, ਕੁਝ ਹੋਰ ਅਪਗ੍ਰੇਡਸ ਹੋਣ, ਜਿਵੇਂ ਡਿਸਪੈਂਸਰੀ ਦੀ ਵੀ ਕੋਈ ਗੱਲ ਕਰੇ, ਕੋਈ ਕਮਿਊਨਿਟੀ ਹਾਲ ਦੀ ਵੀ ਗੱਲ ਕਰੇ, ਕੋਈ ਲਾਇਬ੍ਰੇਰੀ ਦੀ ਗੱਲ ਵੀ ਕਰੇ। ਹਾਲੇ ਤੱਕ ਦੇਖੋ ਡਿਮਾਂਡਸ ਇਹੀ ਸੀ, ਅਸੀਂ ਇਹ ਪੂਰੀਆਂ ਕਰ ਰਹੇ ਸੀ। ਇਸ ਲਈ ਯੂਥ ਅੱਗੇ ਆ ਰਿਹਾ ਤਾਂ ਕਿ ਬੱਚਿਆਂ ਦੇ ਪਤਾ ਲੱਗਣ ਕੀ ਕਮਾਂਡਸ ਹੈਗੀਆਂ, ਉਹਨਾਂ ਦੀ ਕੀ ਡਿਮਾਂਡਸ ਹੈਗੀਆਂ, ਉਹਨਾਂ ਨੂੰ ਅਸੀਂ ਕਰੀਏ। ਤੁਸੀਂ ਯੂਥ ਏਜ ਹੋ ਤੇ ਇਸੇ ਕਰਕੇ ਮੈਂ ਤੁਹਾਨੂੰ ਜਿਹੜੀ ਬੇਨਤੀ ਕਰ ਰਿਹਾ ਜੀ। ਹਾਂਜੀ ਹਾਂਜੀ, ਜ਼ਰੂਰ ਖਰੇ ਉਤਰਾਂਗੇ। ਔਰ ਮੈਂ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਹੈ, ਉਹਨਾਂ ਦਾ ਬਹੁਤ ਸ਼ੁਕਰੀਆ। ਹਾਂਜੀ, ਥੈਂਕ ਯੂ। ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਸੁਣ ਲਿਆ, ਮੇਰੀ ਗੱਲਬਾਤ ਕਰਾਉਣ ਦੀ ਵਜ੍ਹਾ ਵੀ ਇਹੀ ਸੀ। ਔਰ ਜਿੱਥੋਂ ਲੱਗ ਰਿਹਾ ਜੀ ਕਿ ਬੱਲੂ ਪ੍ਰਧਾਨ ਜਿੱਤ ਗਏ ਨੇ, ਕਿਉਂਕਿ ਜਿਵੇਂ ਭੰਗੜੇ ਪਾਉਂਦੇ ਆ ਰਹੇ ਨੇ ਉਹਨਾਂ ਦੇ ਸਪੋਰਟਰਸ, ਬੱਲੂ ਪ੍ਰਧਾਨ ਜਿੱਤ ਰਹੇ ਨੇ। 1162 ਵੋਟਾਂ ਕਹਿ ਰਹੇ ਨੇ। ਦੇਖੋ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਜੀ। 1162 ਵੋਟਾਂ ਕਹਿ ਰਹੇ ਨੇ। 1162 ਵੋਟਾਂ ਤੋਂ ਬੱਲੂ ਪ੍ਰਧਾਨ ਜੀ ਜਿੱਤ ਚੁੱਕੇ ਨੇ ਪਰਮ ਖਾਲਸਾ ਜੀ ਨਾਲ, ਜਿਹੜਾ ਜੱਫੀ ਪਾਈ ਜਾ ਰਹੀ ਹੈ ਜੀ। 1162 ਵੋਟਾਂ ਹਾਂਜੀ, ਮੈਂ ਬਹੁਤ ਧੰਨਵਾਦੀ ਹਾਂ ਵਾਰਡ ਨੰਬਰ 12 ਦਾ। ਮੇਰੇ ਵਿਰੋਧੀ ਕੈਂਡੀਡੇਟ ਨੂੰ ਪਈਆਂ ਕਿੰਨੀਆਂ ਜੀ? 155। ਮੈਨੂੰ ਪਈਆਂ 1162। ਤੁਹਾਡਾ ਸਾਰਿਆਂ ਦਾ, ਪ੍ਰੈਸ ਵਾਲਿਆਂ ਦਾ ਧੰਨਵਾਦ, ਸ਼ਹਿਰ ਵਾਸੀਆਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ। ਬਹੁਤ ਵੱਡਾ ਮਾਰਜਨ ਹੈ ਜੀ। 1162 ਦੇ ਮੁਕਾਬਲੇ 165 ਵੋਟਾਂ ਜਿਹੜੀਆਂ ਪਈਆਂ, 1007 ਵੋਟਾਂ ਦੇ ਮਾਰਜਨ ਨਾਲ ਕਹਿੰਦੇ ਉਹ ਜਿੱਤ ਚੁੱਕੇ ਨੇ। 1007 ਵੋਟਾਂ ਦੇ ਮਾਰਜਨ ਨਾਲ ਜਿਹੜੀ ਉਹ ਵਿਨਰ ਹੋਏ ਨੇ। ਔਰ ਇੱਥੋਂ ਜਿਹੜਾ ਤੁਹਾਨੂੰ ਇੱਕ ਹੰਗਾਮੇ ਦਾ ਮਾਹੌਲ ਵੀ ਨਜ਼ਰ ਆ ਰਿਹਾ ਹੈ ਜੀ। ਤੁਸੀਂ ਦੇਖੋ ਕਿ ਲੜਾਈ ਦਾ ਮਾਹੌਲ ਬਣ ਰਿਹਾ ਜੀ, ਗਹਿਮਾ ਗਹਿਮੀ, ਕਿਉਂਕਿ ਪ੍ਰਧਾਨ ਜੀ ਉਦੋਂ ਬਾਹਰ ਆਏ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਜ਼ੋਰ ਤਾਂ ਬਹੁਤ ਲਾਇਆ ਲੇਕਿਨ ਮੈਂ ਜਿੱਤ ਗਿਆ। ਖਾਲਸਾ ਜੀ ਤੁਸੀਂ ਵੀ ਜਿੱਤੇ ਹੋ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਧੰਨਵਾਦ ਜੀ, ਧੰਨਵਾਦ ਸਾਰਿਆਂ ਦਾ। ਤੁਹਾਡੇ ਮਦਰ ਵੀ ਜਿੱਤ ਗਏ ਨੇ, ਕੀ ਪ੍ਰਤੀਕਰਮ ਹੈ ਜੀ ਤੁਹਾਡਾ? ਦੇਖੋ, ਮੈਂ ਸਮੁੱਚੇ ਰੂਪ 'ਚ ਨਵਾਂ ਸ਼ਹਿਰ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਮਾਤਾ ਜੀ ਨੂੰ 5ਵੀਂ ਵਾਰ ਔਰ ਮੈਨੂੰ 3ਜੀ ਵਾਰ ਨਗਰ ਕੌਂਸਲ 'ਚ ਭੇਜਿਆ। ਮੇਰਾ ਰੋਮ ਨਵਾਂ ਸ਼ਹਿਰ ਵਾਸੀਆਂ ਦਾ, ਆਪਣੇ ਵੋਟਰਾਂ ਦਾ, ਆਪਣੇ ਸਪੋਰਟਰਾਂ ਦਾ, ਔਰ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਵੋਟ ਪਾਈ ਉਹਨਾਂ ਦਾ ਵੀ ਧੰਨਵਾਦ ਕਰਦਾ। ਪਰ ਇਸ ਸਮੇਂ ਜਿਹੜੀ ਕਾਂਗਰਸ ਜਿੱਤ ਵੱਲ ਵੱਧ ਰਹੀ ਹੈ ਜੀ। 8-4 ਦਾ ਮੁਕਾਬਲਾ, ਹੁਣ 5 ਹੋ ਗਿਆ ਮੇਰੇ ਖਿਆਲ, 8-5 ਦਾ ਮੁਕਾਬਲਾ ਚੱਲ ਰਿਹਾ। ਕੀ ਹੱਲੇ ਕੀ ਉਮੀਦਾਂ ਕੀ ਨੇ ਤੁਹਾਨੂੰ? ਦੇਖੋ, ਬਰਾਬਰ ਹੀ ਆ। ਪਹਿਲੇ ਦਿਨ ਤੋਂ ਇਹ ਗੱਲ ਫਾਈਨਲ ਆ ਕਿ ਨੇੜੇ ਹੀ ਆ ਕੰਮ ਚੱਲਦਾ, ਤੇ ਕੁਝ ਵੀ ਹੋ ਸਕਦਾ। ਤੇ 19 ਵਾਰਡਾਂ ਤੱਕ ਦੇਖਦੇ ਆ ਕੀ ਬਣਦਾ। ਕੋਈ ਵੱਡੀ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ ਜੀ, 1007 ਦੇ ਮਾਰਜਨ। ਤੇ ਬਹੁਤ ਖੁਸ਼ੀ ਵਾਲੀ ਗੱਲ ਆ, ਕਿਉਂਕਿ ਇੱਕ ਪਾਸੇ
MLA ਸਾਹਿਬ ਸੀਗੇ, ਇੱਕ ਪਾਸੇ ਪ੍ਰਧਾਨ ਸੀਗਾ ਤੇ ਬੜਾ ਦਿਲਚਸਪ ਮੁਕਾਬਲਾ ਸੀ। ਲੇਕਿਨ ਲੋਕਾਂ ਨੇ ਜਿਹੜਾ ਹੈ ਉਹ ਐਡਾ ਸਮਰਥਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਸਾਂਝੇ ਫਰੰਟ ਨੂੰ। ਚਾਹੇ ਅਕਾਲੀ ਦਲ ਹੁਣ ਤੱਕ 3 ਸੀਟਾਂ ਤੇ ਸਾਂਝਾ ਫਰੰਟ ਵੀ 2 ਸੀਟਾਂ ਜਿੱਤ ਚੁੱਕਾ ਤੇ 5 ਸੀਟਾਂ ਆ ਗਈਆਂ, ਅੱਗੇ ਦੇਖਦੇ ਹਾਂ ਜੀ। ਨੇੜੇ ਹੋ ਰਿਹਾ ਜੀ ਕੰਮ ਜੀ। ਪਹਿਲਾਂ ਬਹੁਤ ਜਿਹੜਾ ਫਾਸਲਾ ਸੀਗਾ ਪਰ ਹੁਣ 8-5 ਦਾ ਹੀ ਫਰਕ ਰਹਿ ਗਿਆ। ਹਲੇ ਹੋਰ ਵੀ ਜਿਹੜੇ ਰਿਜ਼ਲਟ ਆਉਣੇ ਬਾਕੀ ਨੇ। ਪਰ ਸਰ ਆਹ ਮਾਹੌਲ ਦੱਸੋ ਜੀ, ਇਹ ਕੀ ਗਹਿਮਾ ਗਹਿਮੀ ਹੁਣ ਹੋ ਰਹੀ ਸੀ? ਇੱਕ ਦੂਜੇ ਨੂੰ ਦੱਸ ਰਹੇ ਸੀ ਤੁਸੀਂ ਬੜਾ ਜ਼ੋਰ ਲਾ ਲਿਆ ਲੇਕਿਨ ਫਿਰ ਵੀ ਅਸੀਂ ਜਿੱਤ ਗਏ, ਪਰ ਬਾਅਦ ਚ ਕਹਿ ਰਹੇ ਕਿ ਨਹੀਂ ਅਸੀਂ ਤਾਂ ਸਿਰਫ ਇੱਕ ਵੈਸੇ ਹੀ ਫੀਲਿੰਗ ਸ਼ੇਅਰ ਕਰ ਰਹੇ ਸੀ। ਇਹ ਹੋ ਜਾਂਦਾ ਅਕਸਰ? ਹਾਂ, ਇਹ ਵਾਰਡ ਨੰਬਰ 12 ਨੂੰ ਲੈ ਕੇ ਥੋੜੀ ਜਿਹੀ ਨੋਕ ਝੋਕ ਹੋਈ ਸੀਗੀ ਕਿਉਂਕਿ ਵਾਰਡ ਨੰਬਰ 12 ਜਿਹੜਾ ਕਾਫੀ ਕਰੂਸ਼ੀਅਲ ਸੀਗਾ ਇਹ ਨਵਾਂਸ਼ਹਿਰ ਨਗਰ ਕੌਂਸਲ ਦੇ ਲਈ। ਤੇ ਇੱਥੇ ਜਿਹੜੇ ਸਾਬਕਾ ਪ੍ਰਧਾਨ ਹੈਗੇ ਆ ਇਹ ਲਲਿਤ ਮੋਹਨ ਪਾਠਕ, ਉਹਨਾਂ ਨੇ 1162 ਵੋਟਾਂ ਪ੍ਰਾਪਤ ਕੀਤੀਆਂ ਤੇ ਉਹਨਾਂ ਦੇ ਵਿਰੁੱਧ ਜਿਹੜੇ ਰੋਹਿਤ ਚੋਪੜਾ ਜੀ ਸੀਗੇ ਉਹਨਾਂ ਨੂੰ 155 ਵੋਟਾਂ ਮਿਲੀਆਂ ਨੇ। ਬਹੁਤ ਵੱਡਾ ਮਾਰਜਨ ਹੈ। ਬਹੁਤ ਵੱਡਾ ਮਾਰਜਨ ਹੈ। ਐਕਚੁਅਲ ਦੇ ਵਿੱਚ ਤਾਂ ਮੇਰਾ ਖਿਆਲ ਹੈ ਬੱਲੂ ਲਗਾਤਾਰ 3-4 ਵਾਰ ਤੋਂ ਨਗਰ ਕੌਂਸਲ ਦਾ ਮੈਂਬਰ ਬਣਦਾ ਆ ਰਿਹਾ ਵਾ, ਲੇਕਿਨ ਉਹਨਾਂ ਨੂੰ ਚੋਣ ਲੜਨ ਦਾ ਸ਼ਾਇਦ ਪਹਿਲੀ ਵਾਰੀ ਮੌਕਾ ਮਿਲਿਆ ਕਿਉਂਕਿ ਅੱਗੇ ਜਿੰਨੇ ਵਾਰੀ ਵੀ ਸੀਗੇ ਉਹ ਨਿਰਵਿਰੋਧ ਹੀ ਚੁਣੇ ਜਾਂਦੇ ਰਹੇ ਆ ਤੇ ਇਸ ਕਰਕੇ ਐਕਸਾਈਟਮੈਂਟ ਹੋਰ ਵੀ ਕੁਝ ਜ਼ਿਆਦਾ ਸੀਗੀ ਤੇ ਕਾਫੀ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਲੱਗਦਾ ਵੀ ਸੀਗਾ। ਪਰ ਰੋਹਿਤ ਚੋਪੜਾ ਦੀ ਵੀ ਬੜੀ ਬਹਾਦਰੀ ਹੈ। ਉਹ ਜਾਣਦੇ ਸੀਗੇ ਵੀ ਉਹਨਾਂ ਦਾ ਜਿਹੜਾ ਕੈਂਡੀਡੇਟ ਉਹਦੇ ਅਗੇਂਸਟ ਹੈਗਾ ਵਾ ਬਹੁਤ ਸਟਰੋਂਗ ਹੈਗਾ ਵਾ ਔਰ ਉਹਦੇ ਬਾਵਜੂਦ ਵੀ ਉਹਨਾਂ ਨੇ ਇਹ ਚੋਣ ਲੜੀ ਹੈਗੀ ਹੈ। ਮੈਂ ਕਹਿੰਦਾ ਬੜੀ ਬਹਾਦਰੀ ਹੈ ਔਰ ਆਉਣ ਵਾਲਾ ਸਿਤਾਰਾ ਬਣ ਸਕਦਾ ਹੈ ਇਹ ਰੋਹਿਤ ਚੋਪੜਾ ਵੀ ਤੇ ਉਹਨੂੰ ਵੀ ਇਸ ਗੱਲ ਤੋਂ ਜਿਹੜੀ ਆ ਉਹ ਇੱਕ ਸਟਰੋਂਗ ਕੰਪੀਟੀਟਰ ਜਿਹੜਾ ਕੈਂਡੀਡੇਟ ਹੈ ਉਹਨੂੰ ਚੈਲੰਜ ਕਰਨਾ ਆਪਣੇ ਆਪ ਬਹੁਤ ਵੱਡੀ ਗੱਲ ਹੈ ਜੀ। ਬਹੁਤ ਵੱਡੀ ਗੱਲ ਹੈ ਜੀ। ਜਦ ਪਤਾ ਹੀ ਹੁੰਦਾ ਵਾ ਵੀ ਇੱਕ ਬਹੁਤ ਵੱਡੇ ਐਕਸਪੀਰੀਅੰਸ ਵਾਲੇ ਬੰਦੇ ਨਾਲ ਉਹ ਜਿਹਦਾ ਕਾਫੀ ਵੱਡਾ ਹੋਲਡ ਸੀਗਾ ਉਹਦੇ ਅਗੇਂਸਟ ਲੜਨਾ ਚੁਣਾਵ ਉਹਦੇ ਲਈ ਕੀਤਾ ਤੇ ਬਾਕੀ ਰਿਜ਼ਲਟ ਫਿਰ ਬਾਅਦ ਚ ਦੱਸਦੇ ਹਾਂ ਜੀ। ਇਹਦਾ ਬਹੁਤ ਸ਼ੁਕਰੀਆ ਜੀ। ਰਿਜ਼ਲਟ ਇੱਕ ਵਾਰੀ ਆਪਾਂ ਕਾਂਗਰਸ 872 ਵੋਟਾਂ ਸੋ PB 32 ਨਵਾਂ ਸ਼ਹਿਰ ਨੂੰ ਇੱਕ ਤੁਸੀਂ ਸਰਾਹਨਾ ਜ਼ਰੂਰ ਕਰਿਆ ਕਰੋ। ਜੋ ਕ੍ਰੀਏਟੀਵਿਟੀ PB 32 ਨਵਾਂ ਸ਼ਹਿਰ ਕਰ ਦਿੰਦਾ ਫਿਰ ਬਾਕੀ ਵੀ ਕਰਨ ਲੱਗ ਪੈਂਦੇ। ਸੋ ਇਹ ਆਪਣੇ ਆਪ ਚ ਪ੍ਰਾਪਤੀ ਜੀ। ਮੇਰੇ ਖਿਆਲ ਬੱਲੂ ਪ੍ਰਧਾਨ ਜੀ ਦੇ ਸਪੋਰਟਰ ਨੇ ਸਰ ਜਿੱਤੇ ਨੇ 1007 ਦੇ ਮਾਰਜਨ ਨਾਲ ਔਰ ਜੀ ਚਲੋ ਇਹ ਸਪੋਰਟਰ ਨੇ ਜੀ, ਇਹਨਾਂ ਨੂੰ ਵਧਾਈ ਦੇ ਰਹੇ ਆ। ਥੈਂਕ ਯੂ ਸਰ, ਥੈਂਕ ਯੂ। ਵਧਾਈ ਵੰਡਦੀ ਆ ਜੀ ਜੀ। ਬਖਸ਼ੀ ਜਿੱਤੇ ਨੇ ਜੀ, ਆਜ਼ਾਦ ਉਮੀਦਵਾਰ ਬਖਸ਼ੀ ਜੀ ਜਿੱਤੇ ਨੇ। 13 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਬਖਸ਼ੀ ਜੀ ਜਿੱਤੇ ਨੇ। ਐਡਵੋਕੇਟ ਬਖਸ਼ੀ ਜਿਹੜੇ ਉਹ ਵਿਨਰ ਹੋਏ ਨੇ, ਆਜ਼ਾਦ ਉਮੀਦਵਾਰ 13 ਨੰਬਰ ਵਾਰਡ ਤੋਂ। ਹਲੇ ਮੈਂ ਇੱਕ ਚੀਜ਼ ਕਲੀਅਰ ਕਰ ਦੇਵਾਂ ਕਿ ਉਹਨਾਂ ਨੇ ਪਾਰਟੀ ਛੱਡੀ ਆ ਜਾਂ ਕੱਢ ਦਿੱਤਾ, ਇਟ ਇਜ਼ ਨਾਟ ਕਲੀਅਰ। ਲੇਕਿਨ ਬਖਸ਼ੀ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਨੇ, ਉਹ ਜਿੱਤੇ ਨੇ 13 ਨੰਬਰ ਵਾਰਡ 'ਚੋਂ। ਔਰ ਇਹ ਦੇਖਣਾ ਇੰਟਰਸਟਿੰਗ ਹੋਏਗਾ ਕਿ ਇਹ ਮੁੜ ਕੇ BJP 'ਚ ਜਾਂਦੇ ਨੇ ਕਿ ਨਹੀਂ ਜਾਂਦੇ ਨੇ ਜੀ। ਸੋ ਦਿਸ ਇਜ਼ ਵੈਰੀ ਇੰਟਰਸਟਿੰਗ। ਇਹ ਇੱਦਾਂ ਫੀਲਿੰਗ ਆ ਰਹੀ ਕਿ ਆਪਾਂ ਵਿਧਾਨ ਸਭਾ ਦੀਆਂ ਵੋਟਾਂ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਇੰਟਰਸਟਿੰਗ ਹੈ। ਇਹਦੇ ਲਈ ਜਿਹੜਾ ਨਵੇਂ ਸ਼ਹਿਰ ਦਾ ਸੋਸ਼ਲ ਮੀਡੀਆ ਉਹਨੂੰ ਕ੍ਰੈਡਿਟ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇੰਨੀ ਬੜੀ ਹਾਈਪ ਕ੍ਰੀਏਟ ਕਰਨੀ ਵੀ ਆਪਣੇ ਆਪ 'ਚ ਬਹੁਤ ਵੱਡੀ ਉਪਲਬਧੀ ਹੈ ਜੀ। ਜਿਹੜੇ ਕੁੱਲ ਉਮੀਦਵਾਰ ਸਾਡੇ 5 ਸੀ। 1 ਨੰਬਰ ਤੇ BJP ਸੀ ਜਿਨ੍ਹਾਂ ਨੂੰ 1 ਨੰਬਰ ਬੂਥ ਦੇ ਵਿੱਚੋਂ 9 ਵੋਟਾਂ ਪਈਆਂ ਟੋਟਲ ਭਾਜੀ ਮੈਨੂੰ ਪਈਆਂ ਜੀ 1 ਨੰਬਰ ਬੂਥ ਦੇ ਵਿੱਚੋਂ ਪਈਆਂ ਜੀ 399 ਤੇ 2 ਨੰਬਰ ਬੂਥ ਚੋਂ ਪਈਆਂ 279। ਟੋਟਲ ਬਣਿਆ 668 ਤੇ ਪਿੰਕੀ ਜੀ ਨੂੰ ਮਿਲੀਆਂ ਹੈਗੀਆਂ ਆ 318 ਤੇ ਕਾਂਗਰਸ ਨੂੰ ਮਿਲੀਆਂ ਜੀ 347। ਠੀਕ ਹੈ ਜੀ। ਸੋ ਕੰਪੀਟੀਸ਼ਨ ਜ਼ਿਆਦਾ ਹੋਣ ਕਰਕੇ ਜਿਹੜਾ ਬੜੇ ਘੱਟ ਮਾਰਜਨ ਨਾਲ ਜਿਹੜੇ ਉਹ ਜਿੱਤੇ ਨੇ, ਤਕਰੀਬਨ 300 ਦੇ ਆਸ-ਪਾਸ ਹੀ ਸਾਰਿਆਂ ਨੂੰ ਵੋਟਾਂ ਜਿਹੜੀਆਂ ਪਈਆਂ ਨੇ। ਸੋ ਉਹ ਚੀਜ਼ ਕਲੀਅਰ ਹੋ ਰਹੀ ਹੈ ਕਿ ਜਿੱਥੇ ਕੈਂਡੀਡੇਟ ਜ਼ਿਆਦਾ ਨੇ ਉੱਥੇ ਬਹੁਤ ਘੱਟ ਮਾਰਜਨ ਨਾਲ ਜਿਹੜੀਆਂ ਉਹ ਵਿਨਰ ਜਿਹੜੇ ਘੋਸ਼ਿਤ ਹੋ ਜਾਂਦੇ। ਪਿਛਲੀ ਵਾਰ ਦੇ ਵੀ ਇਹ ਜਿਹੜੇ ਬਖਸ਼ੀ ਜੀ ਸੀਗੇ 2nd ਨੰਬਰ ਤੇ ਆਏ ਸੀਗੇ ਜਦੋਂ ਕੰਪੀਟੀਸ਼ਨ ਹੋਈ ਸੀ, ਜਦੋਂ ਪਿੰਕੀ ਜੀ ਜਿੱਤੇ ਸੀਗੇ ਇਹ ਉਦੋਂ ਵੀ 2nd ਨੰਬਰ ਤੇ ਆਏ ਸੀਗੇ। ਤਾਂ ਇਹਨਾਂ ਦਾ ਇੱਥੇ ਰਸੂਖ ਹੈ 13 ਨੰਬਰ ਵਾਰਡ 'ਚ। ਸਚਿਨ ਦੀਵਾਨ ਜੀ ਜਿੱਤ ਚੁੱਕੇ ਨੇ ਜੀ। ਜਿਹੜੇ ਦਲਜੀਤ ਜੀ ਕੋਈ ਪੁੱਛ ਰਹੇ ਨੇ ਸਚਿਨ ਜੀ ਜਿੱਤੇ ਕਿ ਨਹੀਂ, ਤਾਂ ਸਚਿਨ ਜੀ ਜਿੱਤ ਚੁੱਕੇ ਨੇ। 8-6 ਦਾ ਹੁਣ ਮੁਕਾਬਲਾ ਹੈ ਜੀ। 14 ਜਿਹੜੀਆਂ ਸੀਟਾਂ ਦਾ ਰਿਜ਼ਲਟ ਆ ਚੁੱਕਿਆ, 8-6 ਦਾ ਮੁਕਾਬਲਾ। ਸਟਿਲ 5 ਜਿਹੜੇ ਰਿਜ਼ਲਟ ਆਉਣੇ ਬਾਕੀ ਨੇ। ਔਰ ਪੁਲਿਸ ਪ੍ਰਸ਼ਾਸਨ ਦੀ ਇੱਕ ਵਾਰੀ ਫਿਰ ਤੋਂ ਆਪਾਂ ਜਿਹੜੀ ਤਾਰੀਫ ਕਰਦੇ ਹਾਂ, ਬੜੇ ਹੀ ਨਿਪੁੰਨ ਤਰੀਕੇ ਜਿਹੜਾ ਇੱਥੇ ਬੈਲੈਂਸ ਕਰ ਰਹੇ ਨੇ ਕਿਉਂਕਿ ਪਹਿਲਾਂ ਵੀ ਤੁਸੀਂ ਦੇਖਿਆ ਥੋੜੀ ਗਹਿਮਾ ਗਹਿਮੀ ਹੋਣ ਦੀ ਕੋਸ਼ਿਸ਼ ਹੋ ਸੀ, ਲੇਕਿਨ ਪੁਲਿਸ ਪ੍ਰਸ਼ਾਸਨ ਦੀ ਫਿਰ ਤੋਂ ਸ਼ਲਾਘਾ ਕਰਦੇ ਹਾਂ। ਔਰ ਬੜੇ ਹੀ
ਅੱਛੇ ਤਰੀਕੇ ਬੜੇ ਸੁਚੱਜੇ ਤਰੀਕੇ ਜਿਹੜੀ ਕਾਰਵਾਈ ਹੋ ਰਹੀ ਹੈ ਪੂਰੀ। ਸੋ ਇੱਕ ਵਾਰੀ ਫਿਰ ਤੋਂ ਪ੍ਰਸ਼ਾਸਨ ਦੀ ਜਿਹੜੀ ਆ ਉਹ ਸਿਫਤ ਬਣਦੀ ਹੈ। ਔਰ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਉਹ ਡਿਟੇਲ ਦੇ ਚੁੱਕਾ ਜੀ ਕਿਹੜੇ ਕਿਹੜੇ ਵਾਰਡ ਤੋਂ ਕੌਣ ਕੌਣ ਜਿੱਤ ਚੁੱਕਾ ਹੈ। ਔਰ ਮੈਂ ਅਗਰ ਕੋਈ ਹੋਰ ਸੀਨੀਅਰ ਪੱਤਰਕਾਰ ਸਾਡੇ ਨਾਲ ਮਿਲਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਉਹਨਾਂ ਦੇ ਵਧੇਰਾ ਤਜਰਬਾ ਹੈ ਪਿਛਲੇ ਕਾਫੀ ਸਮੇਂ ਤੋਂ। ਜਿਹੜੇ ਸਾਰੇ ਕੌਣ ਜੀ ਨੀਸ਼ੂ ਜੀ ਜਿੱਤ ਚੁੱਕੇ ਨੇ ਜੀ, ਮੋਨਿਕਾ ਜਾਂਗੜਾ ਜਿੱਤ ਚੁੱਕੇ ਨੇ, 13 ਨੰਬਰ ਵਾਰਡ ਤੋਂ ਬਖਸ਼ੀ ਜਿੱਤ ਚੁੱਕੇ ਨੇ। ਔਰ ਮੈਂ ਕਰਦਾ ਇੱਕ ਮਿੰਟ ਜੀ ਸੋ ਰਿਜ਼ਲਟ ਦੀ ਹੱਲੇ ਵੀ ਸਾਰੇ ਵੇਟ ਕਰ ਰਹੇ ਨੇ। ਤਕਰੀਬਨ 12 ਨੰਬਰ ਵਾਰਡ ਤੋਂ ਬੱਲੂ ਪ੍ਰਧਾਨ ਜਿੱਤ ਚੁੱਕੇ ਨੇ ਬਹੁਤ ਵੱਡੇ ਮਾਰਜਨ ਨਾਲ, 1007 ਦੇ ਮਾਰਜਨ ਨਾਲ ਜਿੱਤੇ ਨੇ। ਔਰ ਉਹਨਾਂ ਦੇ ਕੰਪੀਟੀਸ਼ਨ 'ਚ ਰੋਹਿਤ ਜੀ ਜਿਹੜੇ ਉਤਰੇ ਸੀ ਉਹਨਾਂ ਨੂੰ 165 ਵੋਟਾਂ ਪਈਆਂ। ਬਟ ਜਿਹੜੇ ਸੀਨੀਅਰ ਜਰਨਲਿਸਟ ਨੇ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਦੀ ਤਾਰੀਫ ਕਰ ਰਹੇ ਨੇ ਕਿਉਂਕਿ ਬੱਲੂ ਪ੍ਰਧਾਨ ਇੱਕ ਆਪਣੇ ਆਪ ਵਿੱਚ ਇੱਕ ਮਾਈਲਸਟੋਨ ਹੈ ਆਪਣੇ ਵਾਰਡ ਵਿੱਚ। ਔਰ ਉਹਨਾਂ ਦੇ ਵਾਰਡ ਵਿੱਚ ਉਹਨਾਂ ਨੂੰ ਚੈਲੰਜ ਕਰਨਾ ਹੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀ। ਸੋ ਉਹਨਾਂ ਦਾ ਹੌਸਲਾ ਨਹੀਂ ਗਿਰਨਾ ਚਾਹੀਦਾ। ਬਟ ਫਿਰ ਵੀ ਵਿਨਰ ਇਜ਼ ਦਾ ਵਿਨਰ, ਜਿਹੜਾ ਜਿੱਤ ਗਿਆ, ਜਿਹਨੂੰ ਲੋਕਾਂ ਦਾ ਫਤਵਾ ਮਿਲਿਆ, ਜਿਹੜਾ ਵਿਨਰ ਹੈ ਉਹ ਵਿਨਰ ਹੈ। ਔਰ ਇਸ ਕਰਕੇ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਂਡੀਡੇਟ ਜਿਹੜੇ ਜਿੱਤ ਕੇ ਬਾਹਰ ਆਉਂਦੇ ਨੇ ਇਮੋਸ਼ਨਲ ਬੜੇ ਹੋ ਜਾਂਦੇ ਨੇ। ਪਹਿਲਾਂ ਕੁਲਵੰਤ ਕੌਰ ਜੀ ਦਿਖਾਏ ਨੇ, ਅੱਜ ਬਖਸ਼ੀ ਜੀ ਨੂੰ ਵੀ ਤੁਸੀਂ ਦੇਖ ਰਹੇ ਹੋ ਬਹੁਤ ਇਮੋਸ਼ਨਲ ਹੋਏ ਨੇ। ਇਹ ਜਿੱਤ ਦੇ ਹੰਝੂ ਨੇ, ਜਿੱਤ ਦੇ ਅਥਰੂ ਨੇ, ਇਮੋਸ਼ਨਲ ਹੋ ਰਹੇ ਨੇ ਬਖਸ਼ੀ ਜੀ। ਔਰ ਮੁਬਾਰਕਾਂ ਦੇ ਨਾਲ ਦੀ ਨਾਲ ਜਿਹੜਾ ਅੱਖਾਂ 'ਚ ਬਲਵਿੰਦਰ ਜੀ ਕੀ ਕਰੇ 1 ਨੰਬਰ ਵਾਰਡ 'ਚ ਬਲਵਿੰਦਰ ਜੀ ਜਿੱਤੇ। ਹਾਂ 1 ਨੰਬਰ ਵਾਰਡ 'ਚ ਬਲਵਿੰਦਰ ਜੀ ਜਿੱਤ ਚੁੱਕੇ ਨੇ। ਇਮੋਸ਼ਨਲ ਬੜੇ ਹੋ ਰਹੇ ਨੇ, ਇਹ ਇੱਕ ਵੱਡੀ ਗੱਲ ਹੈ ਜੀ। ਥਾਪੀਆਂ ਦੀ ਤੁਸੀਂ ਥਕ ਥਕ ਦੀ ਆਵਾਜ਼ 10 ਫੁੱਟ ਤੱਕ ਵੀ ਸੁਣ ਸਕਦੇ ਹੋ ਜੀ। ਡਿਊਟੀ ਸਟਾਫ ਇਕੱਠਾ ਹੋ ਕੇ ਗੱਲਾਂ ਨਾ ਕਰੇ ਜੀ। ਡਿਊਟੀ ਸਟਾਫ ਆਪੋ ਆਪਣੇ ਟੇਬਲਾਂ ਦੇ ਨੇੜੇ ਚਲੋ। ਐਸਡੀਐਮ ਸਾਹਿਬ ਦੀ ਆਵਾਜ਼ ਵੀ ਸੁਣਾ। ਅੱਛਾ ਐਸਡੀਐਮ ਸਾਹਿਬ ਬੋਲ ਰਹੇ ਨੇ ਜੀ ਕਿ ਡਿਊਟੀ ਸਟਾਫ ਇਕੱਠਾ ਹੋ ਕੇ ਗੱਲਾਂ ਨਾ ਕਰੇ। ਐਸਡੀਐਮ ਸਾਹਿਬ ਅੰਦਰੋਂ ਇੰਸਟਰਕਸ਼ਨਸ ਦੇ ਰਹੇ ਨੇ ਜੀ। ਵਿਜੇ ਜੀ ਆ ਜਾਓ, ਆਪਾਂ ਇੱਕ ਵਾਰੀ ਜਿਹੜੇ ਲਾਡੀ ਜੀ ਵੀ ਸਾਡੇ ਨਾਲ ਨੇ। ਔਰ ਆਪਾਂ ਇੱਕ ਵਾਰੀ ਫਿਰ ਤੋਂ ਰੁੱਖ ਕਰਦੇ ਹਾਂ ਜੀ ਤ੍ਰਿਪਾਠੀ ਸਾਹਿਬ ਦੇ ਵੱਲ। ਤ੍ਰਿਪਾਠੀ ਸਾਹਿਬ ਮੈਂ ਦੇਖ ਲਵਾਂ ਪਹਿਲੇ ਕਿੰਨੀਆਂ ਤ੍ਰਿਪਾਠੀ ਸਾਹਿਬ ਜਿਹੜੇ ਵਿਨਰਸ ਕੈਂਡੀਡੇਟ ਆਉਂਦੇ ਨੇ ਇਮੋਸ਼ਨਲ ਬੜੇ ਹੋ ਜਾਂਦੇ ਨੇ। ਔਰ ਥੱਪ ਥੱਪ ਦੀ ਆਵਾਜ਼ ਜਿਹੜੀ 10 ਫੁੱਟ ਤੱਕ ਵੀ ਸੁਣਾਈ ਦਿੰਦੀ ਹੈ। ਉਹ ਕੀ ਲੱਗਦਾ ਤੁਹਾਨੂੰ? ਦੇਖੋ ਜੀ ਜਿਹੜੀ ਇਹ ਕੈਂਡੀਡੇਟਾਂ ਦੀ 15-20-25 ਦਿਨ ਦੀ ਮਿਹਨਤ ਹੀ ਨਹੀਂ ਹੁੰਦੀ ਬਲਕਿ ਕਈਆਂ ਮਹੀਨਿਆਂ ਦੇ ਈਵਨ ਕਿ ਕਈ ਸਾਲਾਂ ਤੋਂ ਹੀ ਇਹ ਤਿਆਰੀ ਕਰਦੇ ਆ ਰਹੇ ਹੁੰਦੇ ਆ। ਤੇ ਆਹ ਜਿਹੜੇ ਲਾਸਟ 15-20 ਦਿਨ ਹੁੰਦੇ ਆ। 7 ਨੰਬਰ ਵਾਰਡ ਦੇ ਵਿੱਚ ਇਹ ਕਾਂਗਰਸ ਦੇ ਕੁਲਵੰਤ ਕੌਰ ਜਿਹੜੇ ਆ ਉਹ ਵਿਨਰ ਦੇ ਨੇ ਤੇ ਉਹ ਵੀ ਬੜੇ ਇਮੋਸ਼ਨਲ ਹੋ ਗਏ ਆ। ਉਹਨਾਂ ਨੇ ਵੀ ਕਈ ਦੋਸ਼ ਲਗਾਏ ਕਿ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਲ ਟਾਰਚਰ ਵੀ ਕੀਤਾ ਗਿਆ। ਜਦਕਿ ਦੂਜੇ ਪਾਸੇ ਇਹ ਡਿੰਪਲ ਪੁਰੀ ਦਾ ਕਹਿਣਾ ਸੀਗਾ ਕਿ ਇਹ ਜਿਹੜੀ ਸੀਲ ਸੀਗੀ ਉਹਦੀ ਉਹ ਟੁੱਟੀ ਹੋਈ ਸੀ। ਉਹਨਾਂ ਨੇ ਅਧਿਕਾਰੀਆਂ ਦੇ ਨੌਲੇਜ ਦੇ ਵਿੱਚ ਵੀ ਲਿਆਂਦੀ ਆ, ਉਹਦੇ ਬਾਵਜੂਦ ਵੀ ਉਹਨਾਂ ਦੀ ਗੱਲ ਨਹੀਂ ਸੁਣੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹਦੇ ਨਾਲ ਸਰਾਸਰ ਧੱਕਾ ਹੋਇਆ ਵਾ ਤੇ ਪ੍ਰਸ਼ਾਸਨ ਨੇ ਜਿਹੜੀ ਆ ਉਹ ਇਹ ਮੌਜੂਦਾ ਸਰਕਾਰ ਦੀ ਜਿਹੜੀ ਮਦਦ ਕੀਤੀ ਹੈ ਤੇ ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹਨਾਂ ਦੇ ਆਪਣੇ ਜਿਹੜੀ ਐਕਸਪੈਕਟੇਸ਼ਨ ਸੀਗੀ ਉਹਦੇ ਤੋਂ ਟੋਟਲੀ ਵਿਰੁੱਧ ਹੈਗੇ ਆ। ਲੇਕਿਨ ਸਰ ਮੌਜੂਦਾ ਸਰਕਾਰ ਵੀ ਰੌਲਾ ਪਾਉਂਦੀ ਰਹੀ ਕਿ 12 ਨੰਬਰ ਵਾਰਡ ਸਾਡੇ ਨਾਲ ਧੱਕਾ ਹੋਇਆ, ਪਰ ਉਸ ਤੋਂ ਬਾਅਦ ਜਿਹੜੀ ਜਿੱਤ ਆ ਉਹ ਤਾਂ ਆਪਣੇ ਆਪ 'ਚ ਵੀ ਇੱਕ ਲਸਾਨੀ, ਉਹਦਾ ਕੋਈ ਜਵਾਬ ਨਹੀਂ ਆ। ਉਹਨੇ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਕੰਪੀਟੀਸ਼ਨ ਵਿੱਚ ਉਤਰੇ ਸੀ ਰੋਹਿਤ ਜੀ, ਉਹਨਾਂ ਨੂੰ ਨਿਰੁੱਤਰ ਕਰ ਦਿੱਤਾ ਮੇਰੇ ਖਿਆਲ, ਕਿਉਂਕਿ 165 ਵੋਟਾਂ ਬਹੁਤ ਘੱਟ ਹੈ ਮੇਰੇ ਖਿਆਲ। ਇੱਕ ਹੋਰ ਵਿਨਰ ਸਾਹਮਣੇ ਆਏ ਨੇ, ਆਪਾਂ ਪਿੱਛੇ ਰਹਿੰਦੇ ਕਿਉਂਕਿ ਜੀ ਜੀ ਕਾਂਗਰਸੀ ਉਮੀਦਵਾਰ ਵਿਨਰ ਆਏ ਨੇ ਜੀ ਜੀ। ਪ੍ਰਸ਼ਾਦ ਕੌਣ ਬਾਲੀ ਜੀ ਜਿੱਤੇ ਨੇ, ਪ੍ਰਿਥੀ ਬਾਲੀ ਜੀ ਜਿੱਤੇ ਨੇ। ਔਰ 14 ਨੰਬਰ ਵਾਰਡ ਤੋਂ ਵਾਰਡ ਨੰਬਰ 14 ਤੋਂ ਜੀ ਮੈਂ ਪ੍ਰਿਥਵੀ ਜਾਨ ਸਮੂਹ ਕਾਂਗਰਸ ਪਾਰਟੀ ਐਮਐਲਏ ਸਾਹਿਬ ਦਾ ਤੇ ਪੂਰੇ ਵਾਰਡ ਨੰਬਰ 14 ਦੇ ਵੋਟਰ ਸਾਥੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਉਹਨਾਂ ਮੇਰੀ ਜਿੱਤ ਨਹੀਂ, ਉਹਨਾਂ ਨੇ ਜਿੱਤਿਆ। ਅੰਦਾਜ਼ਾ ਕਿੰਨੀ ਕੁ ਵੋਟ ਨਾ ਹੋਇਆ ਜੀ? ਚਲੋ ਇਹ ਜਿਹੜਾ ਵੀ ਰੁਝਾਨ ਹੈ ਤੁਹਾਡੇ ਸਾਹਮਣੇ ਅਸੀਂ ਇੱਥੇ ਹੁਣ ਕਲੀਅਰ ਕਰ ਦੇਣਾ। ਜਾ ਚੁੱਕੇ ਨੇ ਇਹ ਕਿੰਨਾ ਵਾਰਡ ਸੀ ਥੋੜਾ ਕਲੀਅਰ ਕਰ ਦਿਓ ਜੀ। ਇਹ ਹੈਗਾ ਜੀ ਜਿਹੜਾ ਵਾਰਡ ਨੰਬਰ 14 ਤੋਂ ਜਿੱਤੇ ਆ ਪ੍ਰਿਥੀ ਜੀ, ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਆ। ਹੁਣ 9 ਹੋ ਗਈਆਂ ਮੇਰੇ ਖਿਆਲ, 8 ਹੋ ਗਈਆਂ ਜੀ। ਚਲੋ ਕਨਫਿਊਜ਼ਨ ਇਹ ਵੇਲੇ ਹੋ ਜਾਂਦੀ ਹੈ, ਲੇਕਿਨ ਜਿਹੜੇ ਪ੍ਰਿਥੀ ਜੀ ਜਿੱਤ ਚੁੱਕੇ ਨੇ। ਔਰ
ਉਹਨਾਂ ਨੇ ਜਿਹੜਾ ਇਹ ਸਿਰ ਆਪਣੀ ਪਾਰਟੀ ਨੂੰ ਦਿੱਤਾ ਬਟ ਉਮੀਦ ਫਿਰ ਤੋਂ ਇਹੀ ਹੈ ਕਿ ਜਿਹੜੇ ਬੈਸਟ ਪੀਪਲ ਨੇ ਉਹ ਜਿੱਤਦੇ। ਵਾਰਡ ਨੰਬਰ 14 ਤੋਂ ਕਾਂਗਰਸ ਦੇ ਫਿਰਥੀ ਚੰਦ ਜੀ ਸੀਟ ਜਿਹੜੇ ਲੈ ਗਏ ਆ, ਜਿੱਤ ਹਾਸਲ ਕੀਤੀ ਹੈ ਇਹਨਾਂ ਨੇ। ਤੋਂ ਇਹ ਪਹਿਲਾਂ ਵੀ ਐਮਸੀ ਰਹੇ ਆ ਜੀ। ਸੇ ਸਾਡੇ ਬਹੁਤ ਸੀਨੀਅਰ ਨੇ, ਇੱਕ ਮਿੰਟ ਦਿੱਤਾ ਜਾਣਾ ਨਹੀਂ ਜੀ। ਆਪਾਂ ਕਿਤੇ ਮੌਕਾ ਲੱਗੇ ਤਾਂ ਇਹਨਾਂ ਤੋਂ ਬਾਬੇ ਦੀ ਭੇਟ ਵੀ ਸੁਣਨੀ ਹੈ, ਭੇਟਾਂ ਸੁਣਾਉਣੀਆਂ, ਚਿਮਟਾ ਘਮਾਣਾ ਪਾਉਣਾ। ਜੀ ਜੀ ਜੀ, ਇਹ ਸਾਡੇ ਬਹੁਤ ਸੀਨੀਅਰ ਪੱਤਰਕਾਰ ਨੇ ਔਰ ਇਹ ਪਰਿਵਾਰ ਹੈ ਜੀ ਇੱਕ ਸਾਡਾ। ਇੱਕ ਹੋਰ ਰਿਜ਼ਲਟ ਆ ਰਿਹਾ ਜੀ, ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਔਰ ਇੱਧਰ ਵਿਜੇ ਜੀ ਦਿਖਾਓ ਕਿ ਇੱਕ ਮੈਂ ਹੋਰ ਦਿਖਾਣਾ ਕਿ ਸ਼ਮੂਲੀਅਤ ਦੇਖੋ, ਸਾਡੀਆਂ ਬੀਬੀਆਂ ਵੀ ਅੰਦਰ ਆ ਰਹੀਆਂ ਨੇ। ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਸਾਰਿਆਂ ਨੂੰ ਇਕੁਅਲੀ ਮੌਕਾ ਮਿਲਦਾ ਹੈ। ਔਰ ਵਾਰਡ ਨੰਬਰ 12 ਤੇ ਵਾਰਡ ਨੰਬਰ 13 ਦਾ ਰਿਜ਼ਲਟ 15 ਦਾ ਜੀ ਜੀ ਬਾਲਾ ਗਾਂਧੀ ਮੇਰਾ ਹਲੇ ਆਇਆ ਨਹੀਂ ਰਿਜ਼ਲਟ। ਅੱਛਾ, ਰਿਜ਼ਲਟ ਪੈਂਡਿੰਗ ਹੈ ਜੀ, ਰਿਜ਼ਲਟ ਇਜ਼ ਪੈਂਡਿੰਗ। ਔਰ ਬੀਜੇਪੀ 13 ਵੋਟ ਜੀ ਮਾਲਾ ਸਿੰਘ ਸੰਧੂ ਜੀ। ਆਓ ਵੀ ਜੀ ਆਪਾਂ ਇੰਸਟਰਕਸ਼ਨਸ ਸੁਣਾ ਦੀ। ਆਜ਼ਾਦ ਉਮੀਦਵਾਰ ਨੂੰ ਕੋਈ ਨਹੀਂ ਪਈ ਜੀ, 0। ਆਜ਼ਾਦ ਉਮੀਦਵਾਰ ਨੂੰ ਕੋਈ ਵੋਟ ਨਹੀਂ ਪਈ। ਇੰਡੀਪੈਂਡੈਂਟ 1 ਵੋਟ। ਰੋਹਿਤ ਚੋਪੜਾ ਕਾਂਗਰਸ 165 ਵੋਟ। ਲਲਿਤ ਮੋਹਨ ਆਜ਼ਾਦ ਉਮੀਦਵਾਰ 1162 ਵੋਟ। ਨੋਟਾ 8। ਸੋ ਤੁਸੀਂ ਦੇਖ ਲਿਆ ਫਿਰ ਤੋਂ ਉਹੀ ਗੱਲ। ਵਾਰਡ ਨੰਬਰ 13 ਦਾ ਵੀ ਬੀਜੇਪੀ 34 ਵੋਟ। ਕਿਰਨਵਾਲਾ ਇੰਡੀਪੈਂਡੈਂਟ 318 ਵੋਟ। ਜਸਪ੍ਰੀਤ ਕੌਰ ਬਖਸ਼ੀ 668 ਵੋਟ। ਮੰਜੂ ਰਾਣੀ ਐਸਏਡੀ 143 ਵੋਟ। ਰੀਟਾ ਦੀਵਾਨ ਕਾਂਗਰਸ 347 ਵੋਟ। ਨੋਟਾ 6। ਜੀ ਕੀ ਕਰ ਰਹੇ ਹੋ? ਹਾਂ, ਨੋਟਾ 6 ਹੈ ਜੀ। ਸੋ ਇਹ ਵੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਰੁਝਾਨ ਪਹਿਲਾਂ ਜਿਹੜੇ ਨਜ਼ਰ ਆ ਰਹੇ ਸੀ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵੱਲ ਜਾ ਰਿਹਾ, ਲੇਕਿਨ ਹੁਣ ਫਿਰ ਤੋਂ ਸਮੀਕਰਨ ਚੇਂਜ ਹੋ ਰਹੇ ਨੇ। ਜਿਹੜਾ ਮੁਕਾਬਲਾ ਫਿਰ ਤੋਂ ਟਫ ਹੋ ਰਿਹਾ ਹੈ। ਔਰ ਬਟ ਦੇਖਣਾ ਫਿਰ ਤੋਂ ਇਹੀ ਹੋਏਗਾ ਕਿ ਜਿਵੇਂ ਥੋੜੀ ਜਿਹੀ ਆਪਾਂ ਕ੍ਰਿਸਪੀ ਗੱਲ ਵੀ ਕਰ ਲੈਂਦੇ, ਜਿਵੇਂ ਬੱਲੂ ਪ੍ਰਧਾਨ ਜੀ ਨੇ ਕਿਹਾ ਸੀ ਕਿ 17 ਤੋਂ ਬਾਅਦ ਮੇਰੇ ਕੋਲ ਵੱਡੇ ਲੀਡਰ ਆਉਣਗੇ, ਮੈਨੂੰ ਮਨਾ ਕੇ ਵਾਪਸ ਲੈ ਕੇ ਜਾਣਗੇ। ਇਹ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਜਿਵੇਂ ਪਹਿਲਾਂ ਵੀ ਥਿਆੜਾ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਗਲੇ ਮੇਅਰ ਜਿਹੜੇ ਪਰਮ ਸਿੰਘ ਖਾਲਸਾ ਹੋਣਗੇ। ਹੁਣ ਇਹ ਚੀਜ਼ਾਂ ਇਹ ਇੰਟਰਸਟਿੰਗ ਹੋ ਜਾਣੀਆਂ ਦੇਖਣੀਆਂ ਕਿ ਉਹ ਰਿਜ਼ਲਟ ਕਿੱਥੇ ਜਾਂਦਾ। ਬਟ ਹਾਲੇ ਰਿਜ਼ਲਟ ਪੈਂਡਿੰਗ ਹੈ। ਇਹ ਸਭ ਕਿਆਫੇ ਨੇ। ਔਰ ਅੰਦਰ ਚੇਤਰਾਮ ਜੀ ਵੀ ਗਏ ਨੇ। ਆਪਾਂ ਚੇਤਰਾਮ ਜੀ ਵੀ ਜਿਹੜੇ ਕਾਫੀ ਵਾਰ ਕਾਂਗਰਸ ਤੋਂ ਜਿੱਤਦੇ ਰਹੇ ਨੇ। ਔਰ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਕਲੀਅਰ ਕਰੋ, ਜਿਹੜੇ ਪੁਰਾਣੇ ਹੁੰਦੇ ਸੀਗੇ, ਜਦੋਂ ਪੁਰਾਣੇ ਪਿਛਲੇ ਸਮਿਆਂ ਵਿੱਚ ਜਦੋਂ ਐਮਸੀ ਜਿੱਤ ਕੇ ਆਉਂਦੇ ਸੀ ਕਿ ਉਸ ਵੇਲੇ ਵੀ ਇੱਦਾਂ ਭਾਵੁਕ ਹੋ ਜਾਂਦੇ ਸੀਗੇ। ਉਸ ਵੇਲੇ ਤਾਂ ਮੀਡੀਆ ਤਾਂ ਨਹੀਂ ਹੋਏਗਾ। ਉਹ ਸਮਾਂ ਕਿਹੋ ਜਿਹਾ ਹੁੰਦਾ ਸੀ ਜੀ? ਉਸ ਵੇਲੇ ਫਿਰ ਢੋਲ ਵਜਾ ਲੈਂਦੇ ਸੀਗੇ ਜੀ। ਹੁਣ ਤਾਂ ਫਿਰ ਜ਼ਿਆਦਾ ਥੋੜਾ ਜਿਹਾ ਹੈਗਾ ਢੋਲ ਲਿਆ। ਮੇਰੇ ਖਿਆਲ ਪੈਲਸ ਵੀ ਬੁੱਕ ਕੀਤੇ ਹੋਏ ਜੀ ਪਿੱਛੇ। ਬਸ ਇਹ ਹੁਣ ਉਸ ਵੇਲੇ ਢੋਲਾਂ ਦਾ ਕੰਮ ਬਹੁਤ ਚੱਲਦਾ ਹੁੰਦਾ ਸੀ। ਹਾਰ ਹੂਰ ਪਾਈ ਜਾਣੇ ਆ। ਤੇ ਹੁਣ ਤਾਂ ਬਾਹਰ ਕੋਈ ਗੱਡੀਆਂ ਦਿਖਦੀਆਂ ਨਹੀਂ ਪਈ, ਉਮੀਦਵਾਰਾਂ ਨੂੰ ਹਾਰ ਪਾ ਕੇ ਲੈ ਕੇ ਜਾਣਾ। ਹੁਣ ਰਿਸਟ੍ਰਿਕਸ਼ਨਸ ਜ਼ਿਆਦਾ ਹੋ ਗਈਆਂ। ਹਾਂ, ਉਹਦੇ ਕਰਕੇ ਥੋੜਾ ਜਿਹਾ। ਪਰ ਕੀ ਲੱਗਦਾ ਕਿ ਰਾਤ ਨੂੰ ਪੈਣਗੇ ਭੰਗੜੇ? ਜਿਹੜੇ ਭੰਗੜੇ ਪੈਣੇ ਐਨ ਪੂਰੇ ਚੰਗੀ ਤਰ੍ਹਾਂ ਪੈਣੇ ਭੰਗੜੇ। ਹੁਣ 10 ਨੰਬਰ ਵਾਰਡ ਤੋਂ ਮੱਖਣ ਸਿੰਘ ਗਰੇਵਾਲ ਜਿੱਤ ਚੁੱਕੇ ਨੇ 10 ਨੰਬਰ ਵਾਰਡ ਤੋਂ। ਅੱਛਾ, ਤੁਸੀਂ ਥੋੜਾ ਪੁਰਾਣਾ ਸਮਾਂ ਦੱਸੋ ਤੇ ਅੱਜ ਦੇ ਸਮੇਂ 'ਚ ਕੀ ਡਿਫਰੈਂਸ ਕੀ ਲੱਗ ਰਿਹਾ? ਹਲੇ ਨਵਾਂ ਹੀ ਆ ਮੈਂ, ਪੁਰਾਣਾ ਥੋੜੀ ਆ। ਕਮਾਲ ਆ ਯਾਰ, ਮੈਂ 5 ਸਾਲ ਕਮਾਲ ਆ ਯਾਰ। ਨਹੀਂ ਦੇਖੋ, ਮੈਂ ਇੱਕ ਗੱਲ ਕਿੱਥੇ ਕਲੀਅਰ ਕਰਨਾ ਚਾਹੁੰਦਾ ਕਿ ਨਵੇਂ ਸ਼ਹਿਰ ਦਾ ਸੋਸ਼ਲ ਮੀਡੀਆ ਜਿੰਨਾ ਵੀ ਹੈ ਸਾਰਿਆਂ ਦੀ ਬਹੁਤ ਸ਼ਲਾਘਾ ਬਣਦੀ ਹੈ, ਕਿਉਂਕਿ ਸਾਰੇ ਤੁਹਾਨੂੰ ਅਪਡੇਟਸ ਕਰ ਰਹੇ ਨੇ। ਚਾਹੇ ਕਿਸੇ ਵੀ ਮਾਧਿਅਮ ਨਾਲ ਤੁਹਾਨੂੰ ਅਪਡੇਟ ਹੋ ਰਿਹਾ ਹੈ। ਔਰ ਅਗਰ ਕੋਈ ਤਣਾਅ ਦੀ ਸਥਿਤੀ ਜਿਹੜੀ 12 ਵਾਰਡ 'ਚ ਬਣੀ ਸੀਗੀ 14 ਤਰੀਕ ਨੂੰ, ਉੱਥੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਹਰ ਚੀਜ਼ ਤੁਹਾਨੂੰ ਅਪਡੇਟ ਹੁੰਦੀ ਰਹੀ। ਔਰ ਪ੍ਰਸ਼ਾਸਨ ਦੀ ਵੀ ਬਹੁਤ ਜਿਹੜੀ ਉਹਦੇ ਵਿੱਚ ਆਪਾਂ ਸ਼ਲਾਘਾ ਕਰਦੇ ਆ ਕਿ ਕੜਰੇ ਪ੍ਰਬੰਧ ਸੀਗੇ ਜਿਹੜੇ। ਜੀ 7 ਨੰਬਰ ਦਾ ਦੱਸ ਦਿਓ ਜੀ। 7 ਨੰਬਰ ਵਾਰਡ ਦਾ ਪੁੱਛ ਰਹੇ ਨੇ ਜੀ। 7 ਨੰਬਰ ਤੋਂ ਕੁਲਵੰਤ ਕੌਰ ਹੈ ਜੀ। ਉਹ ਜੇਤੂ ਰਹੇ ਨੇ ਜੀ। ਕੁਲਵੰਤ ਕੌਰ ਜੀ। ਸੋਨੂ ਸੈਣੀ ਜੀ ਪੁੱਛ ਰਹੇ ਨੇ। ਅੱਛਾ, ਠੀਕ ਹੈ ਜੀ। ਕੁਲਵੰਤ ਕੌਰ ਜੀ ਜੇਤੂ ਰਹੇ ਨੇ ਜੀ। ਔਰ ਸਾਡੇ ਚੱਲਦੇ ਫਿਰਦੇ ਲੈਪਟਾਪ ਨੇ ਜੀ ਪਰਦੇਸੀ ਸਾਹਿਬ, ਐਂਟਰ ਕਰਕੇ ਨਾਲੇ ਰਿਜ਼ਲਟ ਕੱਢ ਕੇ ਦੱਸ ਦਿੰਦੇ ਆ। ਇੱਥੇ ਲਿਖੀ ਜਾਂਦੇ ਜੀ ਸਾਰਾ ਕੁਝ। ਔਰ ਹਲੇ ਮੇਰੇ ਖਿਆਲ 15 16 17 19 ਤੱਕ ਹਾਲੇ ਰਹਿੰਦੇ ਜੀ ਆਪਣੇ। 15 ਤੋਂ ਲੈ ਕੇ 14 ਤੱਕ ਆ ਗਿਆ, 15 ਤੋਂ ਲੈ ਕੇ 19 ਤੱਕ ਪੈਂਡਿੰਗ ਹੈ ਸਾਡੇ ਸਰ ਕਹਿ ਰਹੇ ਨੇ ਜੀ। ਕੌਣ ਤੁਸੀਂ ਕਰਾਓ ਜੀ? ਇਹਨਾਂ ਦਾ ਥੋੜਾ ਵੇਰਵਾ ਦੇ ਦਿਓ। ਇਹ ਉਮੀਦਵਾਰ ਆ, ਇਹ 2 ਜਗ੍ਹਾ ਤੋਂ ਖੜੇ ਸੀ। ਅੱਛਾ ਸਰ, ਹੁਣੀ ਸਰ 1 ਮਿੰਟ ਜੀ ਦਿਓ ਆਪਣਾ ਸਮਾਂ। ਪਤਾ ਲੱਗਿਆ ਕਿ ਤੁਸੀਂ 2 ਜਗ੍ਹਾ ਤੋਂ ਖੜੇ ਸੀਗੇ
ਮਤਲਬ ਇੰਨਾ ਜਜ਼ਬਾ ਜਾਂ ਇੰਨੀ ਤਾਕਤ ਝੋਕਣੀ ਇਹ ਕਿਵੇਂ ਪੋਸੀਬਲ ਹੁੰਦਾ ਜੀ? ਨਹੀਂ ਐਸੀ ਕੋਈ ਗੱਲ ਨਹੀਂ ਕਿ ਪਾਰਟੀ ਦੇ ਨਾਲ ਖੜੇ ਸੀ, ਬੀਜੇਪੀ ਦੇ ਨਾਲ ਆਪਾਂ ਡਟ ਕੇ। ਅੱਛਾ, ਇਸ ਕਰਕੇ ਪਾਰਟੀ ਨੇ ਹੁਕਮ ਕੀਤਾ ਤੁਸੀਂ 4 ਨੰਬਰ 'ਚ ਖੜ ਜਾਓ, ਇਲੈਕਸ਼ਨ ਲੜੋ। ਕਾਰਨ ਕੀ ਲੱਗਦਾ ਕਿ ਬੀਜੇਪੀ ਨੂੰ ਨੁਮਾਇੰਦੇ ਨਹੀਂ ਮਿਲ ਰਹੇ, ਜਿਹੜਾ ਕਿਸਾਨੀ ਜਿਹੜਾ ਵਿਦਰੋਹ ਹੋ ਰਿਹਾ ਉਹਦੇ ਕਰਕੇ ਕਿਸਾਨੀ ਅੰਦੋਲਨ? ਨਹੀਂ ਐਸੀ ਕੋਈ ਗੱਲ ਨਹੀਂ ਕਿ ਜਿਹੜੀ ਇਲੈਕਸ਼ਨ ਅਗਲੀ ਆਉਣ ਵਾਲੀ ਹੋਏਗੀ ਅਸੈਂਬਲੀ ਵਾਲੀ, ਉਹਦੇ ਵਿੱਚ ਬਿਲਕੁਲ ਮੋਦੀ ਵਰਸਸ ਆਲ ਹੋਊਗਾ। ਅਕਾਲੀ ਦਲ, ਕਾਂਗਰਸ ਐਂਡ ਆਮ ਆਦਮੀ ਪਾਰਟੀ ਔਰ ਬੀਐਸਪੀ ਇਹ ਸਾਰੇ ਇੱਕ ਪਾਸੇ ਹੋਣਗੇ ਤੇ ਮੋਦੀ ਦਾ ਗਰੁੱਪ ਜਿਹੜਾ ਇੱਕ ਪਾਸੇ ਹੋਊਗਾ। ਪਰ ਜੋ ਟੈਂਡੈਂਸੀ ਰਾਈਟ ਨਾਓ ਆ, ਜਿਵੇਂ ਦਿੱਲੀ ਵਿੱਚ ਲੋਕ ਬੈਠੇ ਨੇ, ਉਹ ਨਜ਼ਰ ਨਹੀਂ ਆ ਰਿਹਾ ਮੋਦੀ ਸਰਕਾਰ ਨੂੰ। ਉਹਦੇ ਕਰਕੇ ਲੱਗਦਾ ਨਹੀਂ ਕਿ ਹਾਲਾਤ ਕੋ ਜ਼ੋਰ ਹੋਣਗੇ? ਨਹੀਂ, ਹਾਲਾਤ ਜੋ ਮੋਦੀ ਸਾਹਿਬ ਆ ਉਹ ਆਪਣੇ ਜੋ ਉਹਨਾਂ ਨੇ 3 ਕਾਨੂੰਨ ਪਾਸ ਕੀਤੇ ਆ ਬਹੁਤ ਹੀ ਵਧੀਆ ਆ। ਪਰ ਮੈਂ ਇੱਕ ਚੀਜ਼ ਪੁੱਛਦਾ ਸਰ, ਤੁਸੀਂ ਪੰਜਾਬ ਦੇ ਵਾਸੀ ਹੋ, ਜਿਹੜੇ 200 ਤੋਂ ਵੱਧ ਸ਼ਹਾਦਤਾਂ ਹੋ ਗਈਆਂ, ਉਹਨਾਂ ਲਈ ਇੱਕ ਸ਼ਬਦ ਨਹੀਂ ਨਿਕਲਿਆ, ਉਹਦੇ ਉੱਪਰ ਕੀ ਕਹੋਗੇ? ਕਹਿਣਾ ਵੀ ਨਹੀਂ ਬਣਦਾ, ਸ਼ਹਾਦਤ ਵਾਸਤੇ ਕੋਈ ਸ਼ਬਦ ਕਹਿਣਾ ਵੀ ਨਹੀਂ ਚਾਹੀਦਾ, ਕਿਉਂਕਿ ਜਿੰਨੇ ਮੋਦੀ ਦੇ ਦੁਸ਼ਮਣ ਆ ਸਭ ਜਾ ਕੇ ਸਿੰਘੂ ਦਿੱਲੀ ਬਾਰਡਰਾਂ ਤੇ ਇਕੱਠੇ ਹੋਏ ਆ। ਅਗਰ ਮੈਨੂੰ ਤੁਸੀਂ ਸਮਾਂ ਦਿਓਗੇ, ਆਪਾਂ ਇਸ ਤੋਂ ਬਾਅਦ ਇੱਥੇ ਡਿਬੇਟ ਜ਼ਰੂਰ ਕਰਨੀ ਚਾਹਾਂਗੇ, ਤੁਹਾਡਾ ਵਰਜਨ ਵੀ ਲਵਾਂਗੇ, ਮੈਂ ਆਪਣਾ ਪੱਖ ਵੀ ਰੱਖੂੰਗਾ, ਕਿਸਾਨਾਂ ਦਾ ਪੱਖ ਵੀ ਰੱਖਾਂਗੇ, ਕਿਉਂਕਿ ਉਹ ਵੀ ਕਿਸੇ ਦੇ ਬੱਚੇ ਨੇ ਜੀ। ਨਹੀਂ, ਬੱਚੇ ਤਾਂ ਹੈਗੇ ਆ, ਪਰ ਉਹ ਸਾਰੇ ਮੋਦੀ ਦੇ ਦੁਸ਼ਮਣ ਹੈ। ਉਹ ਮੋਦੀ ਨੂੰ ਮਤਲਬ ਕਿ ਗੱਦੀ ਤੋਂ ਲਾਉਣ ਦੀ ਖਾਤਰ ਗਏ ਹੋਏ ਆ, ਇਸ ਕਰਕੇ ਜਿਹੜੇ ਗਏ ਹੋਏ ਆ ਦੇ ਸ਼ੁੱਡ ਬੀ ਵਾਈਪਡ ਆਊਟ। ਉਹ ਸਾਫ਼ ਹੋਣੇ ਚਾਹੀਦੇ ਆ, ਔਰ ਅਸੈਂਬਲੀ ਇਲੈਕਸ਼ਨ ਦੇ ਵਿੱਚ ਰਿਜ਼ਲਟ ਵਿਲ ਬੀ ਆਲ ਟੂਗੇਦਰ ਡਿਫਰੈਂਟ ਸਟੋਰੀ। ਅੱਜ ਵੀ ਰਿਜ਼ਲਟ ਨਜ਼ਰ ਆ ਰਿਹਾ ਮੇਰੇ ਖਿਆਲ ਇਸ ਟਾਈਮ ਦੇ ਹੈਵ ਟੋਟਲੀ ਥ੍ਰੈਟ ਦਾ ਕੈਂਡੀਡੇਟਸ ਐਜ਼ ਵੈਲ ਐਜ਼ ਦਾ ਵੋਟਰਸ। I don't think so, sir. No, it's right now the situation is very different. People are just getting 35 votes, 30 votes. Anyhow, the media also played a very dirty role, especially for media is eating the food which farmer is planting, and just because of farmer we are living a very nice life. Playing a dirty role in order to let not an issue. After this election we will have a debate. After this election we will have a debate. Let's not break the protocols. ਇਹ ਕਿਹੜੀ ਜੀ, ਇਹ ਕਿਹੜੀ ਪਾਰਟੀ ਤੋਂ ਜਿੱਤੇ ਨੇ? ਪਹਿਲੇ ਰਾਉਂਡ ਚੋਂ 100 ਦੀ ਸਾਡੀ ਲੀਡ ਸੀ ਜੀ। ਹਾਂਜੀ, ਜਿੱਤ ਗਿਆ ਜੀ। ਸ਼ੀਸ਼ ਕੌਰ ਜਿੱਤ ਚੁੱਕੇ ਨੇ ਜੀ 15 ਨੰਬਰ ਵਾਰਡ ਤੋਂ। ਆਸ਼ੀਸ਼ ਕੌਰ 15 ਨੰਬਰ ਵਾਰਡ ਤੋਂ ਜਿੱਤ ਚੁੱਕੇ ਆ। ਚਲੋ ਆਸ਼ੀਸ਼ ਕੌਰ ਜਿੱਤ ਚੁੱਕੇ ਨੇ। ਸ਼ੀ ਇਜ਼ ਨਾਟ ਅਵੇਅਰ। ਹਾਂਜੀ, ਜਿਹਨੇ ਸੀਨੀਅਰ ਪੱਤਰਕਾਰ ਨੇ ਵਾਰਡ ਨੰਬਰ 15 ਤੋਂ ਆਸ਼ੀਸ਼ ਕੌਰ ਜਿੱਤ ਚੁੱਕੇ ਨੇ। ਔਰ ਇੱਕ ਚੀਜ਼ ਜਿੱਤ ਦੇ ਨਿਸ਼ਾਨ ਬਣਾ ਰਹੇ ਨੇ, ਅਕਾਲੀ ਦਲ ਤੋਂ ਆਸ਼ੀਸ਼ ਕੌਰ 15 ਨੰਬਰ ਵਾਰਡ ਤੋਂ ਜਿੱਤ ਚੁੱਕੇ ਨੇ। ਲੇਕਿਨ ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ, ਜਿਹੜੇ ਸਾਡੇ ਦਰਸ਼ਕ ਨੇ, ਜ਼ਰੂਰ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਅੱਜ ਪੱਖ ਰੱਖਿਆ ਬੀਜੇਪੀ ਦਾ, ਇਸ ਤੋਂ ਬਾਅਦ ਉਹਨਾਂ ਨਾਲ ਡਿਬੇਟ ਕੀਤੀ ਜਾਵੇ ਜੀ। ਤਕਰੀਬਨ 170-72 ਦੇ ਮਾਰਜਨ ਨਾਲ ਜਿੱਤੇ ਆ ਜੀ। ਨੀਅਰ ਅਬਾਊਟ 170 ਦੇ ਮਾਰਜਨ ਨਾਲ ਆਸ਼ੀਸ਼ ਕੌਰ ਬੀਕਾ ਹੋਣੀ ਜਿੱਤੇ ਨੇ ਤੇ 2 ਨੰਬਰ ਆਸ਼ੀਸ਼ ਕੌਰ ਬੀਕਾ ਜੀ ਐਸਐਚਓ ਸਾਹਿਬ ਮੌਜੂਦ ਨੇ। ਸਰ, ਪ੍ਰਬੰਧ ਬੜੇ ਪੁਖਤਾ ਨੇ ਜੀ ਅੱਜ ਵੀ? ਬਿਲਕੁਲ ਜੀ, ਬਿਲਕੁਲ। ਜਿਵੇਂ ਕਿ ਸਾਨੂੰ ਪਤਾ ਹੈ ਵੀ ਇਹ ਜਿਹੜੇ ਅੱਜ ਕਾਊਂਟਿੰਗ ਹੈ, ਇਸ ਸੰਬੰਧੀ ਜਿਹੜੇ ਸਾਡੇ ਮਾਣਯੋਗ ਐਸਐਸਪੀ ਜੀ, ਉਹਨਾਂ ਨੇ ਬੜੇ ਹੀ ਇੱਕ ਪੁਖਤਾ ਪ੍ਰਬੰਧ ਜਿਹੜੇ ਕਰਵਾਏ ਹੋਏ ਨੇ। ਗਜ਼ਟਡ ਅਫਸਰ ਤੱਕ ਜਿਹੜੇ ਇੱਥੇ ਡਿਊਟੀਆਂ ਆਪਣੀ ਨਿਭਾ ਰਹੇ ਨੇ ਜੀ। ਸਾਰੇ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਨੇ, ਜਿੰਨੇ ਵੀ ਇੱਥੇ ਪ੍ਰਸ਼ਾਸਨ ਜਿਹੜਾ ਇੱਥੇ ਇਕੱਤਰਤ ਹੈ ਜੀ। ਬਿਲਕੁਲ ਜੀ, ਬਿਲਕੁਲ ਆਪਣੀ ਡਿਊਟੀ ਨਿਭਾ ਰਹੇ ਨੇ ਜੀ। ਪ੍ਰੋਪਰ ਸਵੇਰ ਤੋਂ ਆਏ ਹੋਏ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈ ਜਦੋਂ ਇਹ ਕਾਊਂਟਿੰਗ ਖਤਮ ਵੀ ਹੋ ਜਾਂਦੀ ਹੈ, ਦੇਰ ਸ਼ਾਮ ਤੱਕ ਜਿਹੜਾ ਆਪਾਂ ਮੌਜੂਦ ਰਹੀਏ ਜੀ। ਨਹੀਂ, ਮੈਂ ਇੱਕ ਚੀਜ਼ ਹੋਰ ਇੱਥੇ ਆਡੀਅנס ਸਾਹਮਣੇ ਕਹਿਣਾ ਚਾਹੁੰਦਾ, ਸਿਫਤ ਬਣਦੀ ਹੈ ਜੀ, ਕਦਰ ਬਣਦੀ ਪ੍ਰਸ਼ਾਸਨ ਦੀ, ਬੜੇ ਨਿਰਪੱਖ ਤੌਰ ਤੇ, ਔਰ ਚਾਹੁੰਦੇ ਨੇ ਕਿ ਕੋਈ ਵਿਘਨ ਨਾ ਪਵੇ। ਬੜੀ ਸ਼ਲਾਘਾਯੋਗ ਕਦਮ ਹੈ ਜੀ। ਬਿਲਕੁਲ ਸਾਡੀ ਡਿਊਟੀ ਹੈ ਜੀ ਇਹ, ਬਿਲਕੁਲ ਇੱਦਾਂ ਹੀ ਹੋਊਗਾ ਜੀ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਜੀ। ਐਸਐਚਓ ਸਾਹਿਬ ਨੇ ਜੀ। ਡਾਕਟਰ ਕਮਲ ਜਿੱਤ ਚੁੱਕੇ ਨੇ ਜੀ 16 ਨੰਬਰ ਵਾਰਡ ਤੋਂ। ਡਾਕਟਰ ਕਮਲ ਜਿੱਤ ਚੁੱਕੇ ਨੇ 200 ਕਮਲ ਜੀ 292 ਵੋਟਾਂ ਤੋਂ ਜਿਹੜੇ ਜੇਤੂ ਕਰਾਰ ਹੋਏ ਨੇ। ਔਰ ਆਹ ਇੱਕ ਮੈਂ ਚੀਜ਼ ਦਿਖਾਉਣੀ ਚਾਹੁੰਦਾ ਪ੍ਰਸ਼ਾਸਨ ਦੀ, ਆਹ ਦੇਖੋ ਤੁਸੀਂ, ਕਿ ਤਾਂ ਕਿ ਕੋਈ ਗਹਿਮਾ ਗਹਿਮੀ ਨਾ ਹੋਵੇ, ਇਸ ਕਰਕੇ ਪ੍ਰਸ਼ਾਸਨ ਦੀ ਫਿਰ ਤੋਂ ਸਿਫਤ ਬਣਦੀ। ਇੱਕ ਪਾਸਿਓਂ 99 ਇੱਕ ਪਾਸਿਓਂ ਸਰ ਡਾਕਟਰ ਸਾਹਿਬ ਬਾਕੀ ਆ ਕੇ ਦੱਸਦੇ ਆ। 2 ਨੰਬਰ ਤੇ ਕੌਣ ਸੀ? 2 ਨੰਬਰ ਤੇ ਕੌਣ? 2 ਨੰਬਰ ਸੰਦੀਪ ਕਿੰਨੀਆਂ ਵੋਟਾਂ ਪਈਆਂ ਉਹਨਾਂ ਨੂੰ? ਸੰਦੀਪ ਤਕਰੀਬਨ 184 ਦੇ 99 ਲਾ ਲਓ, 284 ਹੋ ਗਈਆਂ। ਠੀਕ ਹੈ ਜੀ, ਠੀਕ ਹੈ ਜੀ। 2 ਨੰਬਰ ਤੇ ਕਮਲ ਭਾਈ ਨੂੰ ਕਿੰਨੀਆਂ ਪਈਆਂ? 692। ਕਮਲ ਜੀ ਨੂੰ 692 ਵੋਟਾਂ ਜਿਹੜੀਆਂ ਪਈਆਂ। ਵਾਰਡ ਨੰਬਰ 16 ਤੋਂ ਕਮਲ ਜੀ ਜੇਤੂ ਕਰਾਰ ਹੋ ਚੁੱਕੇ ਨੇ। ਔਰ 17 18 3 ਵਾਰਡ ਪੈਂਡਿੰਗ ਨੇ ਜੀ। ਕਮਲ ਜੀ ਜੇਤੂ ਕਰਾਰ ਹੋ ਚੁੱਕੇ ਨੇ ਜੀ। ਐਸਡੀਐਮ ਸਾਹਿਬ ਦੀ ਆਵਾਜ਼ ਸੁਣ ਲਓ ਜਰਾ ਤੁਸੀਂ। ਫਾਈਨਲ ਹੋ ਚੁੱਕਿਆ ਜੀ, ਉਹ ਉਮੀਦਵਾਰ ਤੇ ਕਾਊਂਟਿੰਗ ਏਜੰਟ ਬਾਹਰ ਚਲੇ ਜਾਣ। ਚਲੋ, ਐਸਡੀਐਮ ਸਾਹਿਬ ਦੀ ਇੰਸਟਰਕਸ਼ਨ ਸੀ, ਜਿਨ੍ਹਾਂ ਦਾ ਰਿਜ਼ਲਟ ਆ ਗਿਆ ਉਹ ਬਾਹਰ ਚਲੇ ਜਾਣ।
ਔਰ ਮੈਂ ਫਿਰ ਤੋਂ ਇੱਕ ਇੱਥੇ ਬੇਨਤੀ ਕਰਨੀ ਚਾਹੁੰਦਾ, ਜਿੰਨੇ ਵੀ ਸਾਡੇ ਆਲੇ ਦੁਆਲੇ ਵੀਰ ਭੈਣ ਭਰਾ ਨੇ, ਪ੍ਰਸ਼ਾਸਨ ਦਾ ਜ਼ਰੂਰ ਸਾਥ ਦਈਏ, ਪ੍ਰੋਟੋਕੋਲਸ ਨੂੰ ਫੋਲੋ ਕਰੀਏ, ਕੋਈ ਵਿਘਨ ਨਾ ਪਾਈਏ। ਰਾਹੋਂ ਦੀ ਡਿਟੇਲ ਵੀ ਬੜੀ ਜਲਦੀ ਜਨਤਕ ਕਰ ਦਾਂਗੇ ਜੀ, ਕਿਉਂਕਿ ਟੀਮ ਸਾਡੀ ਇੱਕ ਉੱਥੇ ਵੀ ਗਈ ਹੋਈ ਆ, ਲਾਈਵ ਇੱਥੋਂ ਚੱਲ ਰਿਹਾ। ਫਿਰ ਉਹ ਜਦੋਂ ਫ੍ਰੀ ਹੁੰਨੇ ਇੱਧਰੋਂ ਤਾਂ ਤੁਹਾਨੂੰ ਜਿਹੜਾ ਰਾਹੋਂ ਦੀਆਂ ਵੀ ਜਿਹੜੀਆਂ ਤਸਵੀਰਾਂ ਜ਼ਰੂਰ ਜਿਹੜੀਆਂ ਜਨਤਕ ਕਰਾਂਗੇ। ਸਰ ਤ੍ਰਿਪਾਠੀ ਸਾਹਿਬ ਸਾਡੇ ਨਾਲ ਫਿਰ ਤੋਂ ਮੌਜੂਦ ਨੇ। ਬੈਲੈਂਸ ਹੀ ਹੋ ਗਿਆ ਜੀ ਹੁਣ ਕੰਮ, 19-21 ਦੀ ਗੱਲ ਰਹਿ ਗਈ, 49-51 ਦੀ ਚੱਲ ਰਹੀ ਆ ਜੀ। ਇਹ 16 ਸੀਟਾਂ ਦਾ ਰਿਜ਼ਲਟ ਜਿਹੜਾ ਵਾ ਉਹ ਹੁਣ ਤੱਕ ਇਹ ਜਾਰੀ ਹੋ ਚੁੱਕਿਆ ਵਾ, ਜਿਨ੍ਹਾਂ ਵਿੱਚ 9 ਜਿਹੜੀ ਆ ਉਹ ਕਾਂਗਰਸ ਲੈ ਚੁੱਕੀ ਆ ਤੇ 7 ਜਿਹੜੇ ਆ ਉਹ ਅਕਾਲੀ ਦਲ ਜਾਂ ਸਾਂਝਾ ਮੋਰਚਾ ਦੇ ਜਿਹੜੇ ਉਮੀਦ ਹੈਗੇ ਉਹਨਾਂ ਦੇ ਵਿੱਚ ਕਾਂਗਰਸ ਨੂੰ ਸਿਰਫ ਇੱਕ ਸੀਟ ਦੀ ਹੋਰ ਜ਼ਰੂਰਤ ਹੈਗੀ ਆ ਆਪਣਾ ਬਹੁਮਤ ਨੂੰ ਕਲੀਅਰ ਕਰਨ ਦੇ ਲਈ, ਜਦਕਿ 3 ਸੀਟਾਂ ਦੇ ਰਿਜ਼ਲਟ ਆਣੇ ਹਾਲੇ ਬਾਕੀ ਨੇ। ਲੱਗਦਾ ਕਾਂਗਰਸ ਨੂੰ ਇੱਕ ਸੀਟ ਹੋਰ ਮਿਲ ਜਾਏਗੀ ਜੀ ਦਿਨ 'ਚ? ਬਿਲਕੁਲ ਲੱਗ ਰਿਹਾ ਵਾ, ਕਿਉਂਕਿ ਇੱਕ ਸੀਟ ਇਹ ਤਾਂ ਪੱਕਾ ਹੀ ਲੱਗਦਾ ਵੀ ਕਾਂਗਰਸ ਜਿਹੜੀ ਆ ਉਹ ਨਵਾਂਸ਼ਹਿਰ ਕੌਂਸਲ ਦੇ ਵਿੱਚ ਆਪਣੀ ਵਜਾਦਤ ਬਣਾਉਣ ਜਾ ਰਹੀ ਹੈ। ਸਰ ਮੈਨੂੰ ਇੱਕ ਚੀਜ਼ ਦੱਸਿਓ ਕਿ ਇੱਕ ਨਾ ਹੋਰ ਰੁਝਾਨ ਬੜਾ ਤੇਜ਼ ਹੈ, ਕਿਉਂਕਿ ਜਿਹੜੇ ਬੱਲੂ ਪ੍ਰਧਾਨ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ 17 ਤੋਂ ਬਾਅਦ ਵੱਡੇ ਲੀਡਰ ਆ ਕੇ ਮੈਨੂੰ ਖੁਦ ਮਨਾਉਣਗੇ। ਕੀ ਲੱਗਦਾ ਉਹ ਵਾਪਸੀ ਹੋ ਜਾਏਗੀ ਕਿ ਹਮਖਿਆਲੀ ਰਹਿਣਗੇ? ਇਹ ਜਿਹੜਾ ਕੁਐਸਚਨ ਤੁਸੀਂ ਬੜਾ ਟਿਪੀਕਲ ਕੁਐਸਚਨ ਕੀਤਾ ਵਾ, ਕਿਉਂਕਿ ਪੋਲਿਟਿਕਸ ਜਿਹੜੀ ਇਦਾਂ ਦੀ ਚੀਜ਼ ਹੈਗੀ, ਇਹਦੇ ਵਿੱਚ ਨਾ ਤਾਂ ਕੋਈ ਕਿਸੇ ਦਾ ਦੋਸਤ ਹੁੰਦਾ, ਨਾ ਕਿਸੇ ਦਾ ਕੋਈ ਦੁਸ਼ਮਣ ਹੁੰਦਾ ਵਾ। ਪਰਮਾਨੈਂਟ ਕੋਈ ਲੜਾਈ ਝਗੜਾ ਵੀ ਨਹੀਂ ਹੁੰਦਾ ਤੇ ਕੋਈ ਦੋਸਤੀ ਵੀ ਨਹੀਂ ਹੁੰਦੀ ਹੈਗੀ। ਇਹ ਆਪਣੇ ਹਿੱਤਾਂ ਨੂੰ ਔਰ ਲੋਕਾਂ ਦੇ ਹਿੱਤਾਂ ਨੂੰ ਲੈ ਕੇ ਹੀ ਜਿਹੜੇ ਆਮ ਤੌਰ ਤੇ ਜਿਹੜੇ ਰਾਜਨੇਤਾ ਹੈਗੇ ਉਹ ਫੈਸਲੇ ਕਰਦੇ ਆ। ਤੇ ਫਿਲਹਾਲ 8-9 ਮਹੀਨੇ ਪਏ ਆ ਤੇ ਲੈਟਸ ਹੋਪ ਫਾਰ ਦਾ ਬੈਸਟ ਜੀ। ਸ਼ਹਿਰ ਲਈ ਜੋ ਵੀ ਹੋਵੇ ਬੈਸਟ ਹੋਵੇ। ਬਹੁਤ ਚੰਗੀ ਗੱਲ ਕਹੀ ਸਰ ਨੇ, ਜੋ ਵੀ ਹੋਵੇ ਸ਼ਹਿਰ ਲਈ ਬੈਸਟ ਹੋਵੇ। ਇਹੀ ਸੀਨੀਅਰ ਬੰਦੇ ਦੀ ਗੱਲਬਾਤ ਹੁੰਦੀ ਹੈ, ਤਜਰਬਾ ਹੁੰਦਾ। ਔਰ ਨਹੀਂ, ਜਿਸ ਤਰ੍ਹਾਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਕਾਂਗਰਸ ਨੇ ਨਵਾਂ ਸ਼ਹਿਰ ਦੇ ਵਿੱਚ ਇਲੈਕਸ਼ਨ ਲੜੇ ਆ, ਮੈਂ ਐਮਐਲਏ ਸਾਹਿਬ ਦਾ ਤੇ ਪੂਰੀ ਕਾਂਗਰਸ ਪਾਰਟੀ ਦੀ ਜਿਹੜੀ ਟੀਮ ਹੈ ਉਹਨਾਂ ਦਾ, ਰਾਣਾ ਕੁਲਦੀਪ ਸਿੰਘ ਦਾ, ਜੋਗਿੰਦਰ ਸਿੰਘ ਸ਼ੋਕਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ 'ਚ ਇੰਨੀ ਜ਼ੋਰ ਸ਼ੋਰ ਨਾਲ ਇਲੈਕਸ਼ਨ ਲੜਿਆ, ਜਿਹੜੀ ਕਾਂਗਰਸ ਦੀ ਜਿਹੜੀ ਆ ਉਹ ਜਿੱਤ ਹੋਈ ਆ। ਕਿੰਨੀ ਵੋਟਾਂ ਜਿੱਤੇ ਡਾਕਟਰ ਸਾਹਿਬ? ਮੈਂ ਨਹੀਂ ਟੋਟਲ ਲਾਇਆ। ਚਲੋ ਜਿਹੜੇ ਡਾਕਟਰ ਸਾਹਿਬ ਜਿੱਤ ਚੁੱਕੇ ਨੇ 692 ਵੋਟਾਂ ਜਿਹੜੀਆਂ ਪੋਲ ਹੋਈਆਂ, ਮਾਰਜਨ ਹੋਈਆਂ, ਔਰ ਜਿੱਤ ਦਾ ਨਿਸ਼ਾਨ ਬਣਾ ਰਹੇ ਨੇ। ਜਿੱਤ ਦੇ ਨਿਸ਼ਾਨ ਸਦਾ ਬਣਾਏ ਜਾਂਦੇ 2 ਉਂਗਲਾਂ ਨਾਲ। ਸਚਿਨ ਜੀ ਨਾਲ ਮੈਂ ਇੱਕ ਵਾਰੀ ਗੱਲ ਕਰਨਾ ਚਾਹੁੰਦਾ। ਜਿੱਤ ਦੇ ਨਿਸ਼ਾਨ 9-7 ਦਾ ਮੁਕਾਬਲਾ ਹੈ, ਪੂਰਾ ਫਸਵਾਂ ਮੁਕਾਬਲਾ ਹੋ ਚੁੱਕਾ ਹੈ। ਹੁਣ ਇਹ ਦੇਖਣਾ ਹੈ ਕਿ ਆਖਿਰ 'ਚ ਜਿੱਤ ਕੌਣ ਜਾਂਦਾ, ਲਾਸਟ ਰਾਊਂਡ 'ਚ ਜਿੱਤ ਕੌਣ ਜਾਂਦਾ। ਪਹਿਲਾਂ ਕਾਂਗਰਸ ਤੇਜ਼ ਨਜ਼ਰ ਆ ਰਹੀ ਸੀ, ਹੁਣ ਅਕਾਲੀ ਵੀ ਵਾਪਸ ਜਿਹੜੇ ਆ ਧਰਤੀ ਮਾਰ ਰਹੇ ਨੇ। ਸਚਿਨ ਜੀ 1 ਮਿੰਟ ਮੈਂ ਤੁਹਾਡਾ ਸਮਾਂ ਲਵਾਂਗਾ। ਜਿੰਨੇ ਵੀ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹ ਪਾਰਸ਼ਦ ਬਣ ਕੇ ਬਾਹਰ ਆ ਰਹੇ ਨੇ, ਹਰੇਕ ਐਮਐਲਏ ਸਾਹਿਬ ਨੂੰ ਕਹਿ ਰਹੇ ਨੇ ਕਿ ਉਹਨਾਂ ਦੀ ਅਗਵਾਈ 'ਚ ਆਪਾਂ ਜਿਹੜੀ ਹੈ ਇਲੈਕਸ਼ਨ ਲੜੇ, ਪਰ ਐਮਐਲਏ ਸਾਹਿਬ ਹਲੇ ਤੱਕ ਨਹੀਂ ਆਏ। ਦੇਖੋ ਐਕਚੁਅਲੀ ਜੋ ਵੀ ਪ੍ਰੋਟੋਕੋਲ ਹੁੰਦਾ ਨਾ ਜੀ, ਉਸ ਪ੍ਰੋਟੋਕੋਲ ਦੇ ਅਕੋਰਡਿੰਗ ਆਪਾਂ ਆਏ ਆ। ਕੈਂਡੀਡੇਟ ਪਲੱਸ ਉਹਨਾਂ ਦਾ ਇੱਕ ਇਲੈਕਸ਼ਨ ਏਜੰਟ। ਚੇਤਰਾਮ ਵੀ ਜਿੱਤ ਗਿਆ। ਚਲੋ ਚੇਤਰਾਮ ਕਹਿੰਦੇ ਨੇ ਜਿੱਤ ਗਏ ਨੇ। ਚੇਤਰਾਮ ਜੀ ਕਾਂਗਰਸ ਤੋਂ ਚੇਤਰਾਮ ਕਹਿੰਦੇ ਨੇ ਜਿੱਤ ਗਏ ਨੇ। ਪਿੱਛੋਂ ਹੀ ਜਿਹੜੀ ਆਵਾਜ਼ ਆਈ ਆ, ਹੱਲੇ ਮੇਰੇ ਖਿਆਲ ਸ਼ੋਰ ਨਹੀਂ ਹੋਇਆ। ਕਹਿੰਦੇ ਨੇ ਕਾਲੀ ਨਾ ਕਰੋ ਜੀ, ਕਿਉਂਕਿ ਕਾਲੀ ਅੱਗੇ ਟੋਏ। ਇਸ ਨਾਲ ਹੋ ਗਿਆ ਕਿ ਤੁਸੀਂ ਜਿਹੜਾ ਕਹਿੰਦੇ ਹੋ ਜਿੱਤ ਗਏ, ਉਹ ਬਾਹਰ ਵਾਗੇ ਰੋਏ। ਤ੍ਰਿਪਾਠੀ ਸਾਹਿਬ ਨੇ ਕਹਿ ਦਿੱਤਾ, ਆਪਾਂ ਮੰਨ ਲੈਂਦੇ ਹਾਂ, ਬੜੇ ਸੀਨੀਅਰ ਨੇ ਜੀ। ਤ੍ਰਿਪਾਠੀ ਸਾਹਿਬ 10 ਹੋ ਗਈਆਂ ਜੀ ਪੂਰੀਆਂ। ਹਾਂਜੀ 10 ਹੀ ਹੋ ਗਈਆਂ ਜੀ ਲਗਭਗ। ਇਹ ਲੀਆਂ ਜਿਹੜੀਆਂ ਇਹ ਇੱਕ ਡਿਕਲੇਅਰ ਨਹੀਂ ਹੋਈ ਹੈ, ਲੇਕਿਨ ਇਹ ਹੈ ਕਿ ਸ਼ੋਰ ਹੀ ਹੈ ਕਿ ਉਹ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੇ ਸਮਰਥਕ ਨੇ ਕਿਵੇਂ ਤਾੜੀਆਂ ਵਜਾਉਣ ਲਈ ਹੱਥ ਦੋਨੇ ਚੱਕ ਲੈਂਦੇ ਨੇ, ਬਾਹਾਂ ਦੀ ਸਲੀਵਸ ਉੱਤੇ ਚੜਾ ਲੈਂਦੇ ਨੇ। ਇਹ ਕਾਂਗਰਸ ਦੀਆਂ ਤਾੜੀਆਂ ਨੇ ਜੀ। ਤਾਂ ਆਈ ਥਿੰਕ ਸੋ ਚੇਤਰਾਮ ਜੀ ਜਿੱਤ ਚੁੱਕੇ ਨੇ। ਚੇਤਰਾਮ ਜੀ ਜਿੱਤ ਚੁੱਕੇ ਨੇ। ਇਹ ਕਾਂਗਰਸ ਦੀਆਂ ਤਾੜੀਆਂ ਨੇ। ਤਾਂ 10 ਸੀਟਾਂ ਕਾਂਗਰਸ ਕੋਲ ਹੋ ਗਈਆਂ ਨੇ। ਕੋਈ ਨਹੀਂ, ਉਹਨਾਂ ਨੂੰ ਕਰ ਲੈਂਦਾ, ਆਪਾਂ ਬਾਅਦ ਚ ਕੀ ਕਰ ਲੈਂਦੇ। 1 ਵੋਟ ਨਾਲ ਜਿੱਤੇ ਆ ਜੀ। ਸੋ ਬਹੁਤ ਫਸਵੀਂ ਟੱਕਰ ਹੋਈ ਆ। 1 ਵੋਟ, ਇਸੇ ਕਰਕੇ ਕਹਿੰਦੇ ਹੁੰਦੇ ਇੱਕ ਵੋਟ ਕੀਮਤੀ ਆ, ਔਰ 1 ਵੋਟ ਨਾਲ ਜਿੱਤ ਗਏ ਨੇ। ਔਰ ਇਹ ਚੀਜ਼ ਸਾਬਤ ਹੋ ਗਈ ਜੀ ਕਿ 1 ਵੋਟ ਕੀਮਤੀ ਹੁੰਦੀ ਆ। ਆਪ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵੀ ਨੇ। ਸਰ ਤੁਸੀਂ 1 ਉਂਗਲੀ ਜ਼ਰੂਰ ਕਰੋ ਜੀ। ਤੁਸੀਂ ਇੱਕੋ ਕਰਿਓ। ਚੇਤਰਾਮ ਜੀ ਨਹੀਂ ਵੇਚਦਾ ਹੁਣ ਸਾਡੇ ਬੰਦੇ ਪੱਤਰਕਾਰ ਨੂੰ ਉਹਦੇ ਪਿੱਛੇ ਹੈ। ਪੱਤਰਕਾਰ ਤੋਂ 4 ਉਂਗਲੀਆਂ ਕਰਾਓ ਜੀ। ਜੋ ਕਰਾਂਗਾ ਮੈਂ ਪੱਤਰਕਾਰੀ ਭਾਈਚਾਰੇ ਦੇ ਧੰਨਵਾਦ ਆ ਕਿ ਪੱਤਰਕਾਰ ਭਾਈਚਾਰੇ ਦਾ ਵੀ ਮਾਣ ਵਧਿਆ। 10 ਨੰਬਰ ਵਾਰਡ ਨਾਰਥ ਹੀ ਜਿੱਤੇ ਨੇ। ਨਾਰਥ ਜਿੱਤ ਰਹੇ ਨੇ ਔਰ ਲੋਕੀ ਹੈਰਾਨ ਵੀ ਹੋ ਰਹੇ ਨੇ। ਇਹ ਸੀਟ ਪਹਿਲੇ ਦੱਸੀ ਸੀ, ਦੇਖ ਲਓ। ਲੋਕ ਪੱਤਰਕਾਰ ਵੀ ਹੈਰਾਨ ਹੋਣੇ ਨੇ ਕਿ ਨਾਰਥ ਜਿੱਤ ਗਿਆ। ਇਹ ਰੁਝਾਨ ਕਿਹੋ ਜਿਹਾ ਆਪਾਂ ਇਹ ਵੀ ਜੀ। ਚੇਤਰਾਮ ਜੀ
ਇੱਕ ਵੋਟ ਨਾਲ ਜਿੱਤੇ ਹੋ। ਔਰ ਚੇਤਰਾਮ ਜੀ ਮੇਰੇ ਖਿਆਲ ਇਹ ਚੀਜ਼ ਕਲੀਅਰ ਹੋਗੀ ਕਿ ਇੱਕ ਵੋਟ ਕੀਮਤੀ ਹੁੰਦੀ ਆ। ਹਲੋ ਐਮਐਲਏ ਸਾਹਿਬ ਫੋਨ ਤੇ ਗੱਲ ਕਰ ਰਹੇ ਨੇ, ਕੋਈ ਨਹੀਂ ਫ੍ਰੀ ਹੋ ਜਾਣ ਤੇ ਆਪਾਂ ਗੱਲਬਾਤ ਕਰਦੇ ਆ। ਲਾਡੀ ਜੀ 1 ਮਿੰਟ ਦਿਓ ਜੀ। ਚੇਤਰਾਮ ਜੀ ਮੇਰੇ ਖਿਆਲ ਅੱਜ ਗੱਲ ਤੁਸੀਂ ਸਿੱਧ ਕਰ ਦਿੱਤੀ ਕਿ ਇੱਕ ਵੋਟ ਕੀਮਤੀ ਹੁੰਦੀ ਹੈ। ਅੱਜ ਉਹ ਗੱਲ ਸਿੱਧ ਹੋ ਗਈ ਕਿ ਇੱਕ ਵੋਟ ਕੀਮਤੀ ਹੁੰਦੀ ਹੈ। ਤੁਸੀਂ ਮੈਂ ਚਾਹੁੰਦਾ ਨਿਸ਼ਾਨ ਐਂ ਬਣਾਇਆ ਕਰਿਓ ਅੱਜ ਤੋਂ ਬਾਅਦ ਇੱਕ ਉਂਗਲੀ ਬਣਾ ਦਿਓ ਕਿ ਕਿਵੇਂ। ਪਰ ਜਿੱਤ ਹੈ ਜੀ, ਬਹੁਤ ਜਿੱਤਾ ਜੀ। ਮੈਂ ਆਪਣੇ ਵੋਟਾਂ ਦਾ ਤਹਿ ਦਿਲੋਂ ਤੋਂ ਇੱਕ ਵੋਟ ਜਿਹੜੀ ਮੈਂ 1 ਲੱਖ ਨਾਲ ਹੀ ਮਿਲੀ ਆ, ਉਹ ਲੱਖ ਨੇ ਕਿਨੇ ਜਿਤਾਇਆ। ਮੈਂ ਇੱਕ ਦਾ ਹਮੇਸ਼ਾ ਹੀ ਧਿਆਨ ਰੱਖਾਂਗਾ, ਚੜ੍ਹਦੀ ਕਰ ਰੱਖਾਂਗਾ। ਇੱਕ ਨਾ ਨਾਨਕ ਪਾਤਸ਼ਾਹ ਦਾ ਧਿਆਨ ਰੱਖਾਂਗਾ। ਇੱਕ ਓਂਕਾਰ ਸਭ ਇੱਕ ਓਂਕਾਰ। ਉਹ ਬੇਨਤੀ ਕਰਦੇ ਕਿ ਸਭ ਨੂੰ ਪੂਰਾ ਤੋਲਣਾ ਜੀ। ਔਰ ਇੱਕ ਵੋਟ ਨਾਲ ਜਿੱਤੇ ਹੋ। ਔਰ ਉਹਨਾਂ ਨੇ ਕਿਹਾ ਕਿ ਇੱਕ ਵੋਟ 1 ਲੱਖ ਬਰਾਬਰ ਹੈ ਮੈਨੂੰ। ਨਾਰਥ ਜੀ 1 ਮਿੰਟ ਸੋ ਨਾਰਥ ਦੀ ਤਸਵੀਰ ਹੋ ਰਹੇ ਨੇ, ਇਸ ਕਰਕੇ ਮੈਂ ਮਾਈਕ ਅੱਗੇ ਇੰਟਰਪਟ ਨਹੀਂ ਕਰ ਰਿਹਾ। ਨਾਰਥ ਜੀ ਨਾਰਥ ਜੀ ਹੁਣ ਨਾਰਥ ਸਾਊਥ ਈਸਟ ਵੈਸਟ ਹੋਏਗਾ ਜੀ। ਇਹ ਕਹਿੰਦਾ ਨਾਰਥ ਹੀ ਰਹੇਗਾ, ਗੱਜੇਗਾ ਜੀ ਪੂਰਾ ਗੱਜੇਗਾ। ਤਰੱਕੀ ਪੂਰੇ ਵਾਰਡ ਦੇ ਨਾਰਥ ਦੀ ਸਰ, ਜਿਹੜੀਆਂ ਪਹਿਲਾਂ ਇਹਨਾਂ ਨੇ ਵਧੀਕੀਆਂ ਕੀਤੀਆਂ ਸਾਡੇ ਵਾਰਡ ਨਾਲ, ਮੈਂ ਉਹਨਾਂ ਦੀ ਕਮੀ ਪੂਰੀ ਕਰਾਂਗਾ ਜੀ। ਬਹੁਤ ਚੰਗੀ ਗੱਲ ਹੈ ਜੀ। ਨਾਰਥ ਹੀ ਜਿੱਤੇ ਨੇ ਸਾਡੇ ਕੈਮਰਾਮੈਨ ਦੇ ਵਾਰਡ ਤੋਂ ਨੇ ਜੀ। ਨਾਰਥ ਜੀ ਬੀਐਸਪੀ ਵੱਲੋਂ ਨਾਰਥ ਜੀ ਜਿੱਤ ਚੁੱਕੇ ਨੇ। ਨਾਰਥ ਜੀ ਨੂੰ ਜਿਹੜੀ ਆ ਸ਼ਾਬਾਸ਼ੀ ਮਿਲ ਰਹੀ ਹੈ। ਪਰ ਫਿਰ ਤੋਂ ਦੇਖਾਂਗੇ ਕਿ ਨਾਰਥ ਜੀ ਕੱਲੀ ਨਾਰਥ ਦੀ ਤਰੱਕੀ ਕਰਾਉਂਦੇ ਨੇ ਕਿ ਨਾਰਥ ਈਸਟ ਵੈਸਟ ਸਾਊਥ ਦੀ ਤਰੱਕੀ ਕਰਾਉਂਦੇ ਨੇ। ਸੋ ਇਹ ਚੀਜ਼ ਬਾਅਦ ਚ ਦੇਖਾਂਗੇ ਔਰ ਤੁਹਾਡੇ ਤੱਕ ਅਪਡੇਟਸ ਵੀ ਕਰਦੇ ਰਵਾਂਗੇ। ਇੱਕ ਸੀਟ ਪੈਂਡਿੰਗ ਹੈ ਔਰ ਨਾਰਥ ਜਿੱਤ ਗਏ ਨੇ ਜੀ। ਇਹਦੇ ਉੱਤੇ ਤੁਹਾਡੀ ਕੀ ਪ੍ਰਤੀਕਿਰਮਾ ਹੈ? ਮੈਨੂੰ ਲੱਗਦਾ ਜੀ ਮੇਰੇ ਜਿਹੜੀ ਪੱਤਰਕਾਰੀ ਦੇ ਇਤਿਹਾਸ ਵਿੱਚ ਇਹ ਬਸਪਾ ਨੇ ਆਪਣਾ ਜਿਹੜਾ ਖਾਤਾ ਖੋਲ੍ਹਿਆ ਵਾ ਇਹ ਪਹਿਲੀ ਵਾਰੀ ਹੀ ਮੈਨੂੰ ਲੱਗ ਰਿਹਾ ਵਾ। ਅੱਛਾ ਪਿੱਛੇ ਲੋਕ ਇਹ ਵੀ ਕਹਿੰਦੇ ਸੀ ਉਹ ਨਾਰਥ ਜਿੱਤ ਗਿਆ, ਮਤਲਬ ਲੋਕੀ ਐਕਸਪੈਕਟ ਨਹੀਂ ਕਰਦੇ ਕਿ ਨਵਾਂ ਉਮੀਦਵਾਰ ਜਿੱਤੇ। ਹਾਂ ਬੀਐਸਪੀ ਉਮੀਦਵਾਰ ਹੈਗਾ ਵਾ ਜੀ। ਔਰ ਮੈਂ ਕਹਿੰਦਾ ਇਸ ਯੰਗ ਨੌਜਵਾਨ ਨੇ ਬੜੀ ਵਧੀਆ ਫਾਈਟ ਦੇ ਕੇ ਆਪਣੀ ਇਹ ਜਿੱਤ ਹਾਸਿਲ ਕੀਤੀ ਹੈ ਤੇ ਉਹ ਵਧਾਈ ਦਾ ਪਾਤਰ ਹੈਗਾ ਵਾ। ਤੇ ਨਾਲ ਹੀ ਨਾਲ ਇਹਨਾਂ ਦੀ ਜਿਹੜੀ ਪਾਰਟੀ ਹੈਗੀ ਬਸਪਾ, ਉਹ ਵੀ ਵਧਾਈ ਦੀ ਪਾਰਟੀ ਹੈ ਕਿ ਉਹਨੇ ਨਵਾਂ ਸ਼ਹਿਰ ਦੇ ਵਿੱਚ ਇੱਕ ਸਿਟੀ ਹਲਕੇ ਜਰਬਨ ਹਲਕੇ ਦੇ ਵਿੱਚ ਜਿਹੜਾ ਉਹ ਖਾਤਾ ਖੋਲ੍ਹਿਆ ਵਾ। ਤੇ ਇਹਦੇ ਨਾਲ ਇਹ ਲੱਗਦਾ ਕਿ ਜਿਹੜੇ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਹੈ ਉਹਨਾਂ ਦੇ ਵਿੱਚ ਹੋਰ ਵੀ ਟਫ ਜਿਹੜੀ ਫਾਈਟ ਉਹ ਦੇਖਣ ਯੂਥ ਨੂੰ ਬਹੁਤ ਮੌਕਾ ਦੇ ਰਹੀ ਹੈ ਜੀ ਜਿਹੜੀ ਆਮ ਜਨਤਾ। ਬਿਲਕੁਲ ਮੋਨਿਕਾ ਜਾਂਗੜਾ ਜੀ, ਨੀਸ਼ੂ ਜੀ ਹੋਏ ਨੇ, ਨਾਰਥ ਹੋਇਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਯੂਥ ਨੂੰ ਕਾਫੀ ਮੌਕੇ ਮਿਲ ਰਹੇ ਆ ਕਿਉਂਕਿ ਇਹ ਲੋਕ ਵੀ ਇਹ ਜਾਣਦੇ ਆ ਕਿ ਦੇਸ਼ ਦਾ ਜਿਹੜਾ ਭਵਿੱਖ ਜੇ ਸੁਰੱਖਿਅਤ ਹੈਗਾ ਤੇ ਉਹ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹੀ ਹੈਗਾ ਵਾ। ਤੇ ਯੂਥ ਨੂੰ ਆਉਣਾ ਵੀ ਅੱਗੇ ਚਾਹੀਦਾ, ਨਵੀਂ ਸੋਚ ਲੈ ਕੇ ਆਉਂਦੇ, ਨਵੇਂ ਵਿਚਾਰ ਲੈ ਕੇ ਆਉਂਦੇ ਆ। ਉਹ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਜਿਹੜੇ ਯੂਥ ਜਿਹੜਾ ਵਿੰਗ ਅੱਗੇ ਆ ਰਿਹਾ ਵਾ। ਹੁਣ ਨਗਰ ਕੌਂਸਲ ਨਵਾਂ ਸ਼ਹਿਰ ਸਿਰਫ ਗਲੀਆਂ ਨਾਲੀਆਂ ਤੱਕ ਹੀ ਸੀਮਤ ਨਾ ਹੋ ਕਰ ਜਿਹੜਾ ਵਾ ਉਹ ਵਿਕਾਸ ਦੇ ਜਿਹੜੇ ਆ ਇਹ ਹੋਰ ਵੀ ਇਹ ਪੜਾਵਾਂ ਦੇ ਵਿੱਚੋਂ ਗੁਜ਼ਰੇਗੀ। ਬਹੁਤ ਸ਼ੁਕਰੀਆ ਸਰ। ਇੱਕ ਹੋਰ ਉਧਰ ਰੁਝਾਨ ਆ ਗਿਆ ਜੀ। ਕੀ ਰੁਝਾਨ ਹੈ ਜੀ? ਇਹ ਹੋ ਗਿਆ ਆ ਕਿੱਥੇ? ਨਾਰਥ ਦੇ ਵਾਰਡ 'ਚ? ਹਾਂਜੀ। ਅੱਛਾ ਥੋੜੀ ਕਨਫਿਊਜ਼ਨ ਹੈ ਜੀ। ਇੱਧਰ ਆਪਾਂ ਇੱਕ ਵਾਰੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਐਕਸਕਿਊਜ਼ ਮੀ ਸਰ। 2 ਵੋਟਾਂ ਦੇ ਜਿੱਤੇ ਨਹੀਂ ਕਨਫਿਊਜ਼ਨ ਇਜ਼ ਕਲੀਅਰ। ਨਾਰਥ ਹੀ ਜਿੱਤਿਆ ਜੀ। ਨਾਰਥ 2 ਵੋਟਾਂ ਤੇ ਜਿੱਤਿਆ ਜੀ। ਚਲੋ ਚੇਤਰਾਮ ਜੀ 1 ਵੋਟ ਤੋਂ ਜਿੱਤੇ ਨੇ ਤੇ ਨਾਰਥ ਜੀ 2 ਵੋਟਾਂ ਤੋਂ। ਨਾਰਥ ਹੀ ਤੁਸੀਂ ਨਿਸ਼ਾਨ ਬਣਾ ਦਿਓ। ਨਾਰਥ ਈਸਟ ਹੈ ਜੀ। ਹੁਣ ਤਰੱਕੀ ਵੀ ਹੋਣੀ ਚਾਹੀਦੀ ਹੈ ਜੀ ਸਰ। ਜਿਹੜੀਆਂ ਪਹਿਲਾਂ ਆਪਾਂ ਪ੍ਰਸ਼ਾਸਨ ਦਾ ਸਾਥ ਦੇ ਦਈਏ ਜ਼ਰਾ। ਪਹਿਲਾਂ ਜਿਹੜੀਆਂ ਕਮੀਆਂ ਆਈਆਂ ਮੈਂ ਇੱਕ ਵਾਰੀ ਸਰ ਹੁਣ ਦਾ ਚਿਹਰਾ ਜ਼ਰੂਰ ਦਿਖਾਉਣਾ ਚਾਹਾਂਗਾ ਜੀ। ਬਹੁਤ ਮਿਹਨਤ ਕਰ ਰਹੇ ਨੇ ਸਵੇਰ ਤੋਂ ਔਰ ਫਿਰ ਤੋਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ। ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ। ਪ੍ਰੋਟੋਕੋਲਸ ਪੂਰੇ ਫੋਲੋ ਕਰਨੇ ਚਾਹੀਦੇ ਨੇ। ਤੁਸੀਂ ਦੇਖ ਸਕਦੇ ਹੋ ਪਰਮ ਜੀ ਉਹਨਾਂ ਨੂੰ ਬੀਐਸਪੀ ਵਾਲਿਆਂ ਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਨੇ। ਹੋ ਸਕਦਾ ਗਠਬੰਧਨ ਦੀਆਂ ਗੱਲਾਂ ਹੋ ਰਹੀਆਂ ਹੋਣ, ਹੋ ਸਕਦਾ ਗੱਠਜੋੜ ਦੀ ਗੱਲਬਾਤ ਹੋ ਰਹੀ ਹੋਵੇ। ਪਰ ਇਹ ਹੁਣ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਕਿ ਇੱਕ ਜਿਹੜੀ ਮੈਂ ਜਿਵੇਂ ਪਹਿਲਾਂ ਕਲੀਅਰ ਕਰ ਦਿੰਦੇ ਇੰਟਰਸਟਿੰਗ ਇਸ ਲਈ ਕਿਉਂਕਿ ਪਹਿਲਾਂ ਬਹੁਤ ਫਰਕ ਸੀਗਾ। ਕਾਂਗਰਸ ਬੜੀ ਅੱਗੇ ਜਾ ਰਹੀ ਸੀ ਲੇਕਿਨ ਫਿਰ ਤੋਂ ਜਿਹੜੀ ਕਾਂਗਰਸ ਨੂੰ ਉਹਨੂੰ ਸਮੇਟ ਦਿੱਤਾ ਹੈ ਜੀ। ਬਹੁਤ ਸੀਟਾਂ ਬਾਕੀ ਖੇਮਿਆਂ ਵਿੱਚ ਵੀ ਜਾ ਰਹੇ ਨੇ। ਕੰਪੀਟੀਸ਼ਨ ਬੜਾ ਟਫ ਹੋ ਗਿਆ ਔਰ ਨਾਰਥ ਇੱਧਰ ਹੀ ਸੀ। ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਜੀ। ਵਿੱਚ ਮੇਰੇ ਜਿਹੜੇ ਕੈਮਰਾਮੈਨ ਨੇ ਉਹਨਾਂ ਦੇ ਹੀ ਵਾਰਡ ਤੋਂ ਨੇ। ਨਾਰਥ ਜਿਹੜਾ ਸਾਈਨ ਬਣਾ ਰਹੇ ਨੇ ਵਿੱਚ ਕਨਫਿਊਜ਼ਨ ਵੀ ਹੋਈ ਸੀਗੀ। ਇਹਨਾਂ ਦੇ ਹੀ ਕੋਈ ਰਿਸ਼ਤੇਦਾਰ ਨੇ ਉਹ ਕਨਫਿਊਜ਼ਨ ਉਹਨਾਂ ਨੂੰ ਸੀਗੀ ਕਿ ਸ਼ਾਇਦ ਨਹੀਂ ਜਿੱਤਿਆ ਮੈਂ ਆ। ਬਟ ਨਾਰਥ 2 ਵੋਟਾਂ ਨਾਲ ਜਿਹੜੇ ਵਿਨਰ ਘੋਸ਼ਿਤ ਹੋਏ ਨੇ ਔਰ
ਜਦੋਂ ਨਾਰਥ ਫ੍ਰੀ ਹੁੰਦੇ ਨੇ ਨਾਰਥ ਹੀ ਤੁਹਾਡੇ ਨਾਲ ਗੱਲ ਕਰਦੇ ਆ। ਔਰ ਵਿਜੇ ਜੀ ਤੁਹਾਡੇ ਵਾਰਡ 'ਚ ਮੈਂ ਚਾਹੂੰਗਾ ਨਾਰਥ ਈਸਟ ਵੈਸਟ ਸਾਊਥ ਸਾਰੀ ਤਰੱਕੀ ਹੋਣੀ ਚਾਹੀਦੀ ਆ। ਅਗਰ ਨਹੀਂ ਹੁੰਦੀ ਤਾਂ ਤੁਹਾਡੇ ਕੋਲ ਕੈਮਰਾ ਹੈਗਾ, ਹਰ ਵੇਲੇ ਜਾ ਕੇ ਨਾਰਥ ਹੀ ਨੂੰ ਤੁਸੀਂ ਪੁੱਛਦੇ ਰਹਿਣਾ ਤਰੱਕੀ ਕਿਉਂ ਨਹੀਂ ਹੋ ਰਹੀ। ਨਾਰਥ ਜੀ ਅਗਰ ਨਾਰਥ ਜੀ ਤੁਸੀਂ ਸਾਡੇ ਕੈਮਰਾਮੈਨ ਦੇ ਵਾਰਡ ਦੇ ਹੋ, ਇਸ ਕਰਕੇ ਉਹ ਬੜਾ ਤੁਹਾਡੇ 'ਚ ਇੰਟਰਸਟ ਲੈ ਰਹੇ ਨੇ, ਕਹਿੰਦੇ ਉਹਨਾਂ ਨੂੰ ਜ਼ਰੂਰ ਪੇਸ਼ ਕਰੋ। ਸਾਡੇ ਮਹੱਲੇ ਦੇ ਪਾਰਸ਼ਦ ਨੇ। ਨਾਰਥ ਜੀ ਤੁਸੀਂ ਅੱਜ ਹੀ ਨਹੀਂ ਗੱਲ ਸੁਣ ਰਹੇ, ਚਲੋ ਹੀ ਇਜ਼ ਬਿਜ਼ੀ, ਕਿਉਂਕਿ ਫੈਮਿਲੀ ਨੂੰ ਦੱਸਣਾ ਹੁੰਦਾ ਹੈ ਕਿ ਮੈਂ ਜਿੱਤ ਚੁੱਕਾ, ਔਰ ਰਿਸ਼ਤੇਦਾਰਾਂ ਨੂੰ ਦੱਸਣਾ ਹੁੰਦਾ, ਜਿਹੜੇ ਸਪੋਰਟਰਸ ਹੁੰਦੇ ਉਹਨਾਂ ਨੂੰ ਦੱਸਣਾ ਹੁੰਦਾ ਕਿ ਅਸੀਂ ਜਿੱਤ ਚੁੱਕੇ ਹਾਂ ਔਰ ਤੁਹਾਡੀ ਮਿਹਨਤ ਜਿਹੜੀ ਉਹ ਸਫਲ ਹੋਈ ਹੈ ਜੀ। ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਚੇਤਰਾਮ ਰਤਨ ਜਿਹੜੇ ਉਹ ਵੀ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਨੇ, ਤੇ ਜਿਹੜੇ ਗੁਰਮੁਖ ਸਿੰਘ ਨਾਰਥ ਵੀ ਹੈ ਉਹ ਵੀ ਪੱਤਰਕਾਰ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਦੋਨੇ ਲਗਭਗ ਜਿਹੜੇ ਚੇਤਰਾ ਚੀਜ਼ ਹੋਰ ਕਲੀਅਰ ਕਰ ਦੇਣਾ, ਆਪਾਂ ਤੁਹਾਡੇ ਤੋਂ ਭੇਟ ਜ਼ਰੂਰ ਸੁਣਨੀ ਹੈ, ਤੁਹਾਨੂੰ ਆਫਿਸ ਵਿੱਚ ਬੁਲਾ ਕੇ ਭੇਟਾਂ ਸੁਣਾਵਾਂਗੇ, ਚਿਮਟਾ ਘੁੰਮੂਗਾ ਜੀ। ਇਹ ਜਿਹੜਾ ਲਹਿਜ਼ਾ ਆ, ਜਿਹੜਾ ਜੈਸਚਰ ਆ ਪਿਆਰ ਵਾਲਾ, ਹਮਦਰਦੀ ਵਾਲਾ, ਇਹ ਦਿਲਾਂ ਨੂੰ ਕੀਲਦਾ ਹੈ ਜੀ। ਸੋ ਇਸ ਕਰਕੇ ਮੈਂ ਇਹਨਾਂ ਨੂੰ ਰੂਬਰੂ ਕੀਤਾ, ਤੁਹਾਡੇ ਅੱਜ ਤ੍ਰਿਪਾਠੀ ਸਾਹਿਬ ਨੂੰ ਕੀਤਾ, ਬੜੇ ਸੀਨੀਅਰ ਨੇ ਔਰ ਦਿਲ ਦੇ ਬੜੇ ਪਿਆਰੇ ਨੇ ਔਰ ਯੂਥ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ। ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਜੀ। ਰਜਨੀ ਦੇਵੀ BSP 186 ਨੋਟਾ 10 ਨੋਟਾ ਫਿਰ ਤੋਂ 10 ਹੈ ਜੀ। ਇੱਕ ਚੀਜ਼ ਤੁਸੀਂ ਨੋਟ ਕਰਨੀ ਹੈ, ਤਕਰੀਬਨ 200 ਤੋਂ ਵੱਧ ਨੋਟਾ ਹੋ ਜਾਣੀ ਅਗਰ ਸਾਰੇ ਵਾਰਡਸ ਦੀ ਕੈਲਕੂਲੇਸ਼ਨ ਕਰੀਏ ਤਾਂ 200 ਲੋਕ ਜਿਹੜੇ ਇਹਨਾਂ ਨੂੰ ਨਕਾਰ ਚੁੱਕੇ ਨੇ ਸਾਰਿਆਂ ਨੂੰ, ਤਾਂ ਇਹ ਚੀਜ਼ ਆਪਣੇ ਆਪ 'ਚ ਬਹੁਤ ਕਰੂਸ਼ਲ ਹੈ। ਔਰ ਨੋਟਾ ਹੁੰਦਾ ਕੀ ਹੈ ਉਹਦੇ 'ਤੇ ਵੀ ਇੱਕ ਆਪਾਂ ਸਪੈਸ਼ਲ ਐਪੀਸੋਡ ਬਣਾ ਲਾਂਗੇ, ਬਟ ਨੋਟਾ ਦਾ ਮਤਲਬ ਇਹ ਹੈ, ਤੁਹਾਨੂੰ ਮੁੱਢਲੇ ਤੌਰ ਤੇ ਦੱਸ ਦਿੰਦਾ ਕਿ ਮੈਨੂੰ ਇਹ ਸਾਰੇ ਹੀ ਪਸੰਦ ਨਹੀਂ। ਕੋਈ ਹੋਰ ਪਾਰਸ਼ਦ ਹੁੰਦਾ ਤਾਂ ਮੈਂ ਸ਼ਾਇਦ ਵੋਟ ਵਿੱਚ ਪ੍ਰੈਕਟਿਸ ਕਰਦਾ। ਨੋਟਾ ਦਾ ਮਤਲਬ ਕਿ ਇਹ ਪਸੰਦ ਨਹੀਂ ਔਰ ਇਹ ਅੱਗੇ ਤੋਂ ਖੜੇ ਵੀ ਨਾ ਹੋਣ। ਅਗਰ ਇਹਨੂੰ ਬਹੁਮਤ ਮਿਲ ਜਾਂਦੀ ਹੈ ਇਸ ਚੀਜ਼ ਨੂੰ, ਤਾਂ ਇਹ ਸਾਰਿਆਂ ਨੂੰ ਕਦੀ ਮੌਕਾ ਵੀ ਨਹੀਂ ਮਿਲੇਗਾ। ਚੇਤਰਾਮ ਜੀ ਤੁਸੀਂ ਦੇਖ ਸਕਦੇ ਹੋ, ਇੱਕ ਉਂਗਲੀ ਦਿਖਾ ਰਹੇ ਨੇ। ਔਰ ਜੀ ਮੈਂ ਇੱਕ ਮਿੰਟ ਵਿਜੇ ਜੀ ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਚਾਹੁੰਦਾ। ਜੀ ਸੋ ਯੂ ਮਸਟ ਅੰਡਰਸਟੈਂਡ ਦਿਸ ਕਿ ਇੱਕ ਚੀਜ਼ ਦੀ ਆਪਾਂ ਆਪਣੇ ਆਪ ਨੂੰ ਵੀ ਸ਼ਲਾਘਾ ਕਰਦੇ ਹਾਂ। ਜੋ PB 32 ਥੋੜੀ ਜਿਹੀ ਕ੍ਰੀਏਟੀਵਿਟੀ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਫਿਰ ਸਾਰੇ ਪਾਸੇ ਜਾਣ ਲੱਗ ਜਾਂਦੀ ਹੈ। ਚਲੋ ਕ੍ਰੀਏਟੀਵਿਟੀ ਤੇ ਕਿਸੇ ਦਾ ਜਿਹੜਾ ਕਾਪੀਰਾਈਟਸ ਨਹੀਂ ਆ, ਬਟ ਫਿਰ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਡੀ ਫੈਮਿਲੀ ਆ, ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੁਹਾਡੀ ਟੀਮ ਜੋ ਕਰਦੀ ਹੈ ਉਹ ਸਾਰੇ ਉਸ ਨੂੰ ਕਿਤੇ ਨਾ ਕਿਤੇ ਫਿਰ ਫੋਲੋ ਕਰਨਾ ਸ਼ੁਰੂ ਕਰ ਦਿੰਦੇ। ਬਹੁਤ ਚੰਗੀ ਗੱਲ ਹੈ। ਔਰ ਨਾਰਥ ਜੀ ਤੁਹਾਡਾ ਜਿਹੜਾ ਨਹੀਂ ਘੁੰਮਿਆ ਐਂਗਲ, ਅਸੀਂ ਇੱਧਰ ਆ ਗਏ ਆ। ਨਾਰਥ ਜੀ ਫੋਨ ਤੁਸੀਂ ਉੱਧਰ ਹੈਲੋ ਕਰ ਰਹੇ, ਨਾਰਥ ਜੀ ਫੋਨ ਤੇ ਹੈਲੋ ਕਰ ਰਹੇ ਨੇ। ਮੈਂ ਅੰਦਰ ਹੀ ਹਾਲੇ ਮੈਂ ਰੋਕਸ ਭਾਜੀ ਕੋਈ ਨਹੀਂ, ਆਪਾਂ ਕਰਦੇ ਆ, ਤੁਹਾਨੂੰ ਬਾਹਰ ਭੇਜ ਦਿੰਦੇ। 2 ਵੋਟਾਂ ਦੇ ਵੋਟ ਇੱਕ ਵੋਟ ਬੜੀ ਕਰੂਸ਼ਲ ਹੁੰਦੀ ਹੈ। ਨਾਰਥ ਜੀ ਹਾਂਜੀ ਸਰ, ਸਾਡੇ ਕੈਮਰਾਮੈਨ ਦੇ ਵਾਰਡ ਤੋਂ ਤੁਸੀਂ ਉਹ ਕਹਿੰਦੇ ਤਰੱਕੀ ਅਸੀਂ ਤੁਹਾਨੂੰ ਕੈਮਰਾ ਚਲਾ ਕੇ ਕਰਾਉਣੀ। ਜੀ ਸਰ ਕਰੋਗੇ ਬਿਲਕੁਲ ਕੋਈ ਡਰ ਡੁੱਕਰ ਤਾਂ ਨਹੀਂ? ਮੈਂ ਕੋਈ ਚਿੰਤਾ ਨਹੀਂ ਇਸ ਕੰਮ ਤੋਂ ਜੀ, ਬਿਲਕੁਲ। ਪਰ ਤੁਸੀਂ ਪੱਤਰਕਾਰ ਵੀ ਹੋ, ਮੈਨੂੰ ਪਤਾ ਲੱਗਿਆ ਤੁਹਾਡੀ ਬੜੀ ਸ਼ਲਾਘਾ ਬਣਦੀ ਔਰ ਪਹਿਲੀ ਵਾਰ ਪਾਰਟਿਸਿਪੇਟ ਕਰਕੇ ਇੰਨਾ ਬੜਾ ਵਧੀਆ ਕੰਪੀਟੀਸ਼ਨ ਦੇਣਾ, ਉਸ ਤੋਂ ਬਾਅਦ ਜਿੱਤਣਾ ਆਪਣੇ ਵਿੱਚ ਬਹੁਤ ਸ਼ਲਾਘਾ ਬਣਦੀ। ਜੀ ਸਰ ਜੀ ਯੂਥ ਬਹੁਤ ਨਿਖਰ ਕੇ ਸਾਹਮਣੇ ਆ ਰਿਹਾ, ਪਰ ਉਮੀਦਾਂ ਵੀ ਯੂਥ ਤੋਂ ਜ਼ਿਆਦਾ ਨੇ ਜੀ। ਹਾਂਜੀ ਬਿਲਕੁਲ ਸਰ ਜੀ ਮੈਂ ਬਿਲਕੁਲ ਤਨਦੇਹੀ ਨਾਲ ਆਪਣਾ ਜਿਹੜੇ ਵਾਰਡ ਦਾ ਜਿਹੜਾ ਸੁਧਾਰ ਕਰਾਂਗਾ। ਜਿਹੜੀਆਂ ਕਮੀਆਂ ਪਹਿਲਾਂ ਰਹਿ ਚੁੱਕੀਆਂ ਮੇਰੇ ਵਾਰਡ ਵਿੱਚ ਮੈਂ ਉਹਨਾਂ ਨੂੰ ਪੂਰਾ ਕਰਾਂਗਾ। ਇਹ ਸਾਡੇ ਵਾਰਡ ਨਾਲ ਹਮੇਸ਼ਾ ਹੀ ਵਿਤਕਰਾ ਹੋਇਆ। ਸਹੀ ਗੱਲ ਹੈ, ਵਿਤਕਰਾ ਹੋਇਆ। ਜਿਹੜੇ ਪਹਿਲੇ MC ਸੀਗੇ ਉਹਨਾਂ ਨੇ ਸਾਡੇ ਜਾਣੀ ਕਿ ਪੂਰੀ ਤਰ੍ਹਾਂ ਸੁਧਾਰ ਨਹੀਂ ਕੀਤਾ, ਸਿਰਫ ਆਪਣੀ ਜੇਬਾਂ ਹੀ ਭਰੀਆਂ। ਸਾਡੇ ਕੈਮਰਾਮੈਨ ਵੀ ਕਹਿ ਰਹੇ ਨੇ ਵਿਤਕਰਾ ਹੋਇਆ, ਤੁਹਾਡੇ ਹਾਮੀ ਭਰ ਰਹੇ ਨੇ, ਪਤਾ ਨਹੀਂ ਕਿਉਂ। ਮੈਂ ਬਾਅਦ ਚ ਪੁੱਛਾਂਗਾ। ਖਾਲਸਾ ਜੀ ਨੌਜਵਾਨ ਤੋਂ ਕੀ ਉਮੀਦਾਂ ਨੇ? ਦੇਖੋ ਮੈਨੂੰ ਬੜੀ ਖੁਸ਼ੀ ਹੈ ਕਿ ਨਵਾਂਸ਼ਹਿਰ ਨਗਰ ਕੌਂਸਲ ਦੇ ਵਿੱਚੋਂ BSP ਤੋਂ ਇਹ ਨੌਜਵਾਨ ਗੁਰਮੁਖ ਸਿੰਘ ਨਾਰਥ ਜਿਹੜੇ ਨੇ ਉਹ ਜਿੱਤੇ ਨੇ। ਔਰ ਕਿਉਂਕਿ ਇਹਨਾਂ ਤੁਸੀਂ ਜਿਸ ਤਰ੍ਹਾਂ ਜਾਣਦੇ ਕਿ ਪੱਤਰਕਾਰ ਵੀ ਨੇ, ਔਰ ਮੈਂ ਸਮਝਦਾ ਕਿ ਜਿਹੜਾ ਪੱਤਰਕਾਰ ਆ ਉਹ ਹਮੇਸ਼ਾ ਲੋਕਾਂ ਦੀਆਂ ਜਿੱਥੇ ਉਹਨਾਂ ਦੀਆਂ ਲੋੜਾਂ, ਉਹਨਾਂ ਦੀਆਂ ਮੁਸ਼ਕਲਾਂ ਅੱਗੇ ਮੀਡੀਆ ਸਾਹਮਣੇ ਲੈ ਕੇ ਆਉਂਦਾ। ਹੁਣ ਇਸ ਗੱਲ ਦੇ ਸਮਰੱਥ ਹੋ ਗਿਆ ਕਿ ਆਪ ਇਹ ਆਪਣੇ ਇਲਾਕੇ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੱਲ ਕਰਾਉਣ ਦੇ ਸਮਰੱਥ ਹੋ ਗਿਆ। ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਹੈ। ਔਰ ਨਗਰ ਕੌਂਸਲ ਦੇ ਵਿੱਚ BSP ਦਾ ਪਹਿਲੀ ਵਾਰ ਖਾਤਾ ਖੁੱਲ੍ਹਿਆ ਔਰ ਸਾਨੂੰ ਪੂਰੀ ਆਸ ਆ ਕਿ ਸਾਡੇ ਨਾਲ ਪੂਰਨ ਸਹਿਯੋਗ ਕਰਕੇ ਇਹ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਵੀ ਅਸੀਂ ਭੂਮਿਕਾ ਨਿਭਾਵਾਂਗੇ ਸਾਨੂੰ ਪੂਰਨ ਸਾਥ ਦੇਣਗੇ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਅੱਛੇ ਵਿਚਾਰ ਨੇ। ਮੈਂ ਇੱਕ ਵਾਰੀ ਖਾਲਸਾ ਜੀ ਨਾਲ ਗੱਲਬਾਤ ਕਰਨੀ ਚਾਹਾਂਗਾ। ਖਾਲਸਾ ਜੀ ਰੁਝਾਨ ਪਹਿਲਾਂ ਕੁਝ ਹੋਰ ਸੀਗਾ, ਪਰ ਬੜੀ ਅੱਛੀ ਫਾਈਟ ਦੇ ਰਹੇ ਹੋ। ਜਿਹੜਾ ਗਲੇਰੀਆ ਜੀ ਵੀ ਆ ਗਏ, 1 ਮਿੰਟ ਆਪਾਂ ਦੇਖ ਲੈਂਦੇ ਜੀ 19 ਵਾਰਡ ਚੋਂ ਕੌਣ ਜਿੱਤਿਆ। ਚਲੋ ਇਹ ਵੀ ਸੀਟ ਜਿਹੜੀ ਕਾਂਗਰਸ ਦੇ ਖਾਤੇ 'ਚ ਗਈ, ਲੇਕਿਨ ਖਾਲਸਾ ਜੀ ਬਹੁਤ ਅੱਛੀ ਜਿਹੜੀ ਫਾਈਟ ਹੋਈ ਹੈ। ਔਰ ਪਹਿਲਾਂ ਜਿਵੇਂ ਰੁਝਾਨ ਬੜੇ ਸੀਗੇ, ਘੱਟ ਸਿਰਫ ਤੁਸੀਂ ਜਿੱਤੇ ਸੀ, ਤੁਹਾਡੇ ਮਦਰ ਜਿੱਤੇ ਸੀ, ਮੱਖਣ ਜਿੱਤੇ ਸੀ। ਉਸ ਤੋਂ ਬਾਅਦ ਇੱਕ ਮਿੰਟ ਸਰ ਨਾਲ ਆਪਾਂ ਜ਼ਰੂਰ ਗੱਲਬਾਤ ਕਰਨੀ ਹੈ। ਸਰ ਹੁਣ ਤੁਹਾਡਾ ਕੀ ਵਿਚਾਰ ਨੇ? ਦੇਖੋ ਲੋਕ ਫੈਸਲਾ ਆ ਜਿਹੜੀਆਂ
ਇੱਕ ਵੋਟ ਤੇ ਅਸੀਂ ਇੱਕ ਸੀਟ ਹਾਰ ਗਏ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਕੋਈ ਗੱਲ ਨਹੀਂ, ਲੋਕਾਂ ਦਾ ਫਤਵਾ ਸਿਰ ਮੱਥੇ ਆ, ਬਰਾਬਰ ਭਿੜੇ ਆ। ਇੱਕ ਪਾਸੇ ਸਰਕਾਰ ਸੀ, ਇੱਕ ਪਾਸੇ ਸਰਕਾਰੀ ਮਸ਼ੀਨਰੀ ਸੀ, ਇੱਕ ਪਾਸੇ ਅਸੀਂ ਲੋਕਾਂ ਦੇ ਪਿਆਰ ਨਾਲ। ਸਵਾਲ ਕਹਿ ਰਹੇ ਹੋ ਸਰਕਾਰੀ ਮਸ਼ੀਨਰੀ, ਆਪਾਂ ਫੇਰ ਗੱਲ ਕਰਦੇ, ਲੇਕਿਨ ਬਡਵਾਲ ਜੀ ਜਿੱਤ ਚੁੱਕੇ ਨੇ 19 ਨੰਬਰ ਵਾਰਡ ਤੋਂ। ਬਡਵਾਲ ਜੀ ਜਿੱਤ ਚੁੱਕੇ ਨੇ 300 ਵੋਟਾਂ ਦੇ ਮਾਰਜਨ ਨਾਲ ਜਿਹੜੇ ਬਡਵਾਲ ਜੀ ਜਿੱਤ ਚੁੱਕੇ ਨੇ। ਔਰ ਬਡਵਾਲ ਜੀ ਦੀ ਜਿੱਤ ਨਾਲ ਜਿਹੜੀ ਆ ਕਾਂਗਰਸ ਹੋਰ ਸਟਰੋਂਗ ਹੋ ਗਈ ਹੈ। ਔਰ ਇਹਦੇ ਉੱਤੇ ਕਾਂਗਰਸ ਦੀਆਂ ਹੁਣ 11 ਸੀਟਾਂ ਹੋ ਗਈਆਂ ਆਈ ਥਿੰਕ ਸੋ। ਹਾਂਜੀ, ਕਾਂਗਰਸ ਦੀਆਂ ਜਿਹੜੀਆਂ 11 ਸੀਟਾਂ ਹੋ ਗਈਆਂ ਵਾ ਜੀ, ਤੇ 8 ਸੀਟਾਂ ਜਿਹੜੀਆਂ ਵਿਪਕਸ਼ ਦੀਆਂ, ਯਾਨੀ ਕਿ ਕਾਂਗਰਸ ਜਿਹੜੀ ਆ ਪੂਰਨਤਾ ਬਹੁਮਤ ਦੇ ਨਾਲ ਜਿਹੜੀ ਆ ਉਹ ਆਪਣੀ ਨਗਰ ਕੌਂਸਲ ਬਣਾਉਣ ਜਾ ਰਹੀ ਹੈ ਜੀ। ਸੋ ਕਾਂਗਰਸ ਦੀਆਂ 11 ਸੀਟਾਂ ਹੋ ਗਈਆਂ ਜੀ। ਐਮਐਲਏ ਸਾਹਿਬ ਦੀ ਵੋਟ ਪਾ ਕੇ 12 ਹੋ ਜਾਣੀਆਂ ਜੀ। ਔਰ ਤੁਸੀਂ ਇਸ ਚੀਜ਼ ਨੂੰ ਜੀ ਇਹੀ ਚੀਜ਼ ਆਪਣੇ ਵਿੱਚ ਜਿਹੜੀ ਸਾਈਨਰਜੀ ਹੋਣੀ ਚਾਹੀਦੀ, ਕੋਆਪਰੇਸ਼ਨ ਹੋਣੀ ਚਾਹੀਦੀ ਹੈ ਜੀ। ਜੀ 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 ਇਹ ਧੱਕਾ ਮੁੱਕੀ ਨਹੀਂ ਹੋਣੀ ਚਾਹੀਦੀ। ਅਸੀਂ ਕਈ ਵਾਰੀ ਇਹ ਚੀਜ਼ ਕਹਿ ਚੁੱਕੇ ਹਾਂ ਜੀ। ਇਹ ਐਥਿਕਸ ਸਾਰੇ ਚੋਂ 19 ਨੰਬਰ ਵਾਰਡ ਚੋਂ ਜਿਹੜੇ ਬਡਵਾਲ ਜੀ ਜਿੱਤ ਚੁੱਕੇ ਨੇ ਔਰ ਕਾਂਗਰਸ ਨੂੰ ਬਹੁਮਤ ਮਿਲ ਗਈ ਹੈ ਜੀ। ਔਰ ਮੈਂ ਫਿਰ ਤੋਂ ਜਿੰਨੇ ਇੱਥੇ ਪੱਤਰਕਾਰ ਵੀਰ ਨੇ ਇਹਨਾਂ ਦੀ ਵੀ ਸ਼ਲਾਘਾ ਕਰਦਾ, ਕਿਉਂਕਿ ਸਾਰੇ ਘਰੋਂ ਆਏ ਨੇ। ਔਰ ਜੀ ਇਕੱਠੇ ਕਰੋ ਯਾਰ ਆਪਣੇ ਬੰਦੇ। ਔਰ ਸਚਿਨ ਜੀ ਆਪਾਂ ਚਲਦੇ ਗੱਲ ਕਰ ਲੈਣੀ ਹੈ। 11 ਸੀਟਾਂ ਆ ਗਈਆਂ ਨੇ ਜੀ। ਕਮੇਟੀ ਤੋਂ ਹੁਣ ਕਾਂਗਰਸ ਦੀ ਬਣਨੀ ਹੈ, ਕੀ ਵਿਚਾਰ ਹੈ ਜੀ? ਦੇਖੋ ਜੀ, ਇਸ ਵਾਰ ਜਿਹੜਾ ਇਹ ਇਲੈਕਸ਼ਨ ਸੀ, ਤੁਹਾਨੂੰ ਵੀ ਪਤਾ, ਸਾਰੇ ਸ਼ਹਿਰ ਨੂੰ ਪਤਾ ਕਿ ਕਾਫੀ ਟਫ ਸੀਗਾ, ਕਿਉਂਕਿ ਸਾਰੇ ਸਮੀਕਰਨ ਤੁਹਾਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ। ਔਰ ਜਿਹੜੀਆਂ ਸਾਨੂੰ 11 ਸੀਟਾਂ ਆਈਆਂ ਆ, ਔਰ ਇਹਦੇ ਨਾਲ ਲਗਭਗ ਸਾਡੀ ਕਮੇਟੀ ਬਣਨਾ ਜਿਹੜੀ ਉਹ 100% ਤੈਅ ਆ। ਔਰ ਮੈਂ ਨਵਾਂ ਸ਼ਹਿਰ ਦੀ ਸਾਰੀ ਜਨਤਾ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਐਮਐਲਏ ਸਾਹਿਬ ਦਾ ਦਿਲੋਂ ਸਾਥ ਦਿੱਤਾ। ਔਰ ਇਹ ਇੱਕ ਤਰ੍ਹਾਂ ਇਹ ਸੱਚਾਈ ਦੀ ਜਿੱਤ ਆ। ਅੱਛਾ, ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ, ਸ਼ਾਇਦ ਕਿਸ ਨੂੰ ਚੰਗੀ ਲੱਗੇ ਨਾ ਜਾਂ ਨਾ ਲੱਗੇ, ਯੂਥ ਬੜਾ ਨਿੱਕਰ ਕੇ ਸਾਹਮਣੇ ਆ, ਤਾਂ ਯੂਥ ਨੂੰ ਹੋਰ ਅੱਗੇ ਵੀ ਆਉਣਾ ਚਾਹੀਦਾ। ਬਿਲਕੁਲ ਜੀ, ਯੂਥ ਨੂੰ ਆਉਣਾ ਚਾਹੀਦਾ। ਤੁਸੀਂ ਦੇਖੋਗੇ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਵਿੱਚੋਂ ਕਾਫੀ ਯੂਥ ਵਾਲੇ ਕੈਂਡੀਡੇਟ ਆ। ਔਰ ਜਿਹੜੇ ਥੋੜੇ ਜੇ ਵੱਧ ਵੀ ਉਹ ਵੀ ਯੂਥ ਨਾਲ ਦੇ ਆ। ਮੇਰੇ ਨਾਲ ਖੜੇ ਭਾਟੀਆ ਸਾਹਿਬ, ਜੋਸ਼ ਪੂਰਾ ਹੈ। ਬਿਲਕੁਲ ਸ਼ਹਿਰ ਦਾ ਧੰਨਵਾਦ ਜੀ, ਬਹੁਤ ਬਹੁਤ। ਸਭ ਤੋਂ ਵੱਡੀ ਸ਼ਹਿਰ ਦੇ ਵਿੱਚ ਜਿੱਤ ਹੋਈ ਐਮਐਲਏ ਸਾਹਿਬ ਦੀ ਜੀ। ਬਿਲਕੁਲ ਐਮਐਲਏ ਸਾਹਿਬ ਨੂੰ ਇੱਥੇ ਸਾਰੇ ਮਿਸ ਕਰ ਰਹੇ ਨੇ, ਆਏ ਨਹੀਂ ਜੀ। ਬਿਲਕੁਲ ਚਲੋ ਜੋ ਕਾਨੂੰਨੀ ਹੈ ਉਹ ਕਾਨੂੰਨੀ ਤੌਰ ਤੇ ਨਹੀਂ ਅੰਦਰ ਆ ਸਕਦੇ ਪ੍ਰੋਟੋਕਾਲ ਦੇ ਮੁਤਾਬਕ। ਬਾਕੀ ਸੋ ਕਹਿਣ ਦਾ ਮਤਲਬ ਵੀ ਐਮਐਲਏ ਸਾਹਿਬ ਨੂੰ ਵਧਾਈਆਂ, ਬਹੁਤ ਸਾਰੇ ਸ਼ਹਿਰ ਨੇ ਸਾਥ ਦਿੱਤਾ। ਬਹੁਤ ਸ਼ੁਕਰੀਆ। ਇੱਕ ਵਾਰੀ ਲਿਸਟ ਦੱਸ ਦਿੰਦੇ ਆ ਜੀ। ਤੁਹਾਨੂੰ ਪਰਦੇਸੀ ਸਾਹਿਬ ਦੀ ਜ਼ੁਬਾਨੀ ਜਿਹੜੀ ਲਿਸਟ ਸੁਣਾ ਦੇਣੀ ਹੈ ਜੀ। ਸੁਣੋ ਜੀ ਜੀ ਪੱਤਰਕਾਰ ਹੋਣ ਦਾ ਹੀ ਮੈਨੂੰ ਜਾਂ ਘਾਟਾ ਲਾ ਲਓ, ਇਹਨਾਂ ਨੂੰ ਫਾਇਦਾ ਲੈ ਲਓ, ਮਾਈਕ ਖੋਲ ਲੈਂਦੇ ਆ। ਅਸੀਂ ਇੱਕੋ ਹੀ ਆ ਜੀ, ਸਾਰੇ ਸਾਡੇ ਬੱਚੇ ਆ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਹਾਂ, 1 ਨੰਬਰ ਵਾਰਡ ਤੋਂ ਮੈਂ ਸਵਾਲ ਪੁੱਛਦਾ, ਤੁਸੀਂ ਜਵਾਬ ਦਿਓ। 1 ਨੰਬਰ ਵਾਰਡ ਤੋਂ ਕੌਣ ਜਿੱਤਿਆ? 1 ਨੰਬਰ ਵਾਰਡ ਤੋਂ ਬਲਵਿੰਦਰ ਕੌਰ ਹੈ ਜੀ। 2 ਤੋਂ ਜੀ ਬਲਵਿੰਦਰ ਭੁੰਬਲਾ ਜੀ। ਇਹ ਕਾਂਗਰਸ ਦੇ ਨੇ। ਜਿਹੜੇ 1 ਤੋਂ ਸੀਗੇ ਉਹ ਆਜ਼ਾਦ ਸੀਗੇ ਕਿ ਹਮ ਖਿਆਲੀ? ਜਿਹੜੇ ਆਜ਼ਾਦ ਸੀਗੇ, ਆਜ਼ਾਦ ਸੀ। ਨੰਬਰ 3 ਤੋਂ ਜੀ ਪਰਮ ਸਿੰਘ ਖਾਲਸਾ, ਉਹ ਅਕਾਲੀ ਤੇ 4 ਤੋਂ ਜਿੰਦਰਜੀਤ ਕੌਰ ਜੀ, ਉਹਨਾਂ ਦੇ ਮਦਰ, ਤੇ 5 ਤੋਂ ਪਰਮਜੀਤ ਕੌਰ ਜੀ, ਤੇ 6 ਤੋਂ ਸਚਨ ਦੀਵਾਨ ਜੀ, 7 ਤੋਂ ਕੁਲਵੰਤ ਕੌਰ ਜੀ, ਤੇ 8 ਤੋਂ ਭਾਟੀਆ ਜੀ, 9 ਤੋਂ ਮੋਨਿਕਾ ਜਾਂਗੜਾ ਜੀ, 10 ਤੋਂ ਮੱਖਣ ਜੀ, 11 ਤੋਂ ਨਿਸ਼ੂ ਜੀ, ਤੇ 12 ਤੋਂ ਬੱਲੂ ਜੀ, ਤੇ 13 ਤੋਂ ਜਸਪ੍ਰੀਤ ਕੌਰ ਬਖਸ਼ੀ, ਤੇ 14 ਤੋਂ ਜੀ ਪ੍ਰਿਥੀ ਚੰਦ ਜੀ, ਜੋ ਕਿ ਪੁਰਾਣੇ ਵੀ ਪਹਿਲਾਂ ਵੀ ਐਮਸੀ ਸੀਗੇ, 15 ਤੋਂ ਸੀਸ ਕੌਰ ਬੀਕਾ, ਤੇ 16 ਤੋਂ ਡਾਕਟਰ ਕਮਲ, ਤੇ 17 ਤੋਂ ਰਤਨ, ਤੇ 18 ਤੋਂ ਗੁਰਮੁਖ ਜੀ, ਤੇ 19 ਤੋਂ ਜਸਵੀਰ ਕੌਰ ਜਿਹੜੇ ਜੇਤੂ ਘੋਸ਼ਿਤ ਕੀਤੇ ਗਏ ਆ। ਸੋ ਸਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆ ਦੇਖੋ ਤੁਸੀਂ ਬਾਹਰ ਢੋਲ ਵੱਜਣ ਲੱਗ ਪਏ, ਹੁਣ ਉਹ ਵੀ ਤੁਹਾਨੂੰ ਦਿਖਾ ਦਿੰਦੇ। ਬਾਹਰ ਢੋਲ ਵੱਜਦੇ ਨੇ, ਉਹ ਵੀ ਦਿਖਾਣੇ ਆ। ਇੱਕ ਵਾਰੀ ਜਿਹੜੇ ਵਿਨਰ ਮੋਹਨ ਅੰਕਲ ਦਾ ਨਾਮ ਲੈ ਦਿਓ, ਦੇਖ ਰਹੇ ਆ। ਮਦਨ ਮੋਹਨ ਅੰਕਲ ਜੀ, ਬਹੁਤ ਸ਼ੁਕਰੀਆ ਜੀ। ਔਰ ਇਧਰ ਮੇਰੇ ਖਿਆਲ ਜਿਹੜੀ ਗੱਲਬਾਤ ਉਹ ਲੰਬੀ ਚੱਲਣੀ, ਲੇਕਿਨ ਆਪਾਂ ਬਡਵਾਲ ਜੀ ਐਂਡ ਉਹਨਾਂ ਦੇ। ਬਡਵਾਲ ਜੀ 1 ਮਿੰਟ ਤੁਸੀਂ ਤੇ ਮੈਮ ਆ ਜਾਓ। ਬਹੁਤ ਅੱਛਾ ਫਤਵਾ ਮਿਲਿਆ ਜੀ, ਤਾਜ ਤੁਹਾਡੇ ਸਿਰ ਤੇ ਆ ਗਿਆ, ਕੀ ਕਹੋਗੇ ਮੈਮ? ਬਹੁਤ ਵਧੀਆ, ਸਾਰਿਆਂ ਦੇ ਸਹਿਯੋਗ ਨਾਲ, ਵੋਟਰਾਂ ਦੇ ਸਹਿਯੋਗ ਨਾਲ ਹੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ। ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਦੇ ਪੂਰੇ ਖਰੇ ਉਤਰ ਸਕੀਏ, ਔਰ ਉਹਨਾਂ ਦੀ ਜੋ ਵੀ ਪ੍ਰੋਬਲਮਸ ਆ ਉਹ ਸਭ ਦਾ ਹੱਲ ਕਰਵਾ ਸਕੀਏ। ਹੱਲ ਕਰੋਗੇ? ਹਾਂ ਜ਼ਰੂਰ ਜੀ, ਜ਼ਰੂਰ, ਪੱਕਾ। ਤੁਹਾਡਾ ਸਾਥ ਮਿਲੇਗਾ ਮੈਮ? ਸਾਡਾ ਇੰਨਾ ਸਾਥ ਦਿੱਤਾ ਤਾਂ ਅਸੀਂ ਵੀ ਜ਼ਰੂਰ ਉਹ ਪ੍ਰੋਬਲਮਸ ਉਹਨਾਂ ਦੀਆਂ ਸੋਲਵ ਕਰਾਂਗੇ। ਔਰ ਅੱਗੇ ਇੱਕ ਹੋਰ ਮੈਂ ਵੱਡੀ ਗੱਲ ਕਰਨੀ ਚਾਹਾਂ। ਹਮੇਸ਼ਾ ਕਿਹਾ ਜਾਂਦਾ ਕਿ ਜਿਹੜੀ ਘਰ ਦੀ ਔਰਤ ਉਹਨੂੰ ਘਰ 'ਚ ਹੀ ਰੱਖਿਆ ਜਾ ਰਿਹਾ, ਸਵਾਣੀ ਨੂੰ ਘਰ 'ਚ ਰੱਖਿਆ ਜਾ ਰਿਹਾ, ਲੇਕਿਨ ਇੱਥੇ ਤੁਸੀਂ ਦੇਖੋ ਬੜੀ ਅੱਛੀ ਮਿਸਾਲ ਹੈ। ਹਸਬੈਂਡ ਬਿਲਕੁਲ ਮੋਢੇ ਤੇ ਮੋਢੇ ਨਾਲ ਲਾ ਕੇ ਖੜੇ ਨੇ। ਔਰ ਮੈਂ ਸਪੋਰਟ
ਤਾਂ ਇਹਨਾਂ ਦੇ ਸਪੋਰਟ ਤੋਂ ਬਗੈਰ ਤਾਂ ਮੈਂ ਕੁਝ ਵੀ ਨਹੀਂ ਕਰ ਸਕਦੀ, ਕਿਉਂਕਿ ਸਾਡੀ ਦੋਨਾਂ ਦੀ ਆਪਸ ਵਿੱਚ ਦ੍ਰਿਸ਼ ਬਹੁਤ ਅੱਛਾ ਹੈ ਹਾਂਜੀ, ਬਹੁਤ ਜ਼ਿਆਦਾ ਲੇਡੀਜ਼ ਨੂੰ ਮੌਕਾ ਮਿਲ ਰਿਹਾ, ਬਹੁਤ ਜ਼ਿਆਦਾ ਹੈਲਪ ਮਿਲ ਰਹੀ ਆ। ਸਵਾਣੀਆਂ ਨੇ ਘਰੋਂ ਬਾਹਰ ਆ ਕੇ ਹੁਣ ਜਿਹੜਾ ਸਮਾਜ ਨੂੰ ਸਵਾਰਨਗੀਆਂ। ਹਾਂਜੀ ਜੀ ਠੀਕ ਹੈ ਜੀ। ਮੈਂ ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦ ਕਰਦਾ, ਫਿਰ ਮੈਂ ਆਪਣੇ ਵੋਟਰਾਂ ਦਾ ਤੇ ਖਾਸ ਕਰਕੇ ਰਾਜਵਿੰਦਰ ਹੀਰ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਪੂਰਾ ਧੰਨ ਨਾਲ ਸਹਿਯੋਗ ਦਿੱਤਾ ਜੀ। ਬਹੁਤ ਸ਼ੁਕਰੀਆ। ਇੱਕ ਵਾਰ ਅੱਛਾ ਜੀ ਇੱਕ ਵਾਰੀ ਮੈਂ ਤੁਹਾਨੂੰ ਪ੍ਰਸ਼ਾਸਨ ਦੇ ਵੀ ਰੂਬਰੂ ਕਰੂੰਗਾ ਜੀ। ਪ੍ਰਸ਼ਾਸਨ ਦੀ ਬਹੁਤ ਸ਼ਲਾਘਾ ਬਣਦੀ ਹੈ, ਤੁਸੀਂ ਪ੍ਰਸ਼ਾਸਨ ਦਾ ਵੀ ਇੱਕ ਵਾਰੀ ਮੈਂ ਜ਼ਰੂਰ ਚਾਹੁੰਦਾ ਕਿ ਇਹਨਾਂ ਦਾ ਬਹੁਤ ਸ਼ਲਾਘਾਯੋਗ ਕਦਮ ਹੈ। ਔਰ 14 ਤਰੀਕ ਨੂੰ ਵੀ ਨਿਰਵਿਘਨ ਵੋਟਾਂ ਹੋਈਆਂ ਸੀ ਤਾਂ ਪ੍ਰਸ਼ਾਸਨ ਕਰਕੇ ਹੋਈਆਂ ਸੀ। ਅੱਜ ਵੀ ਟਕਰਾਅ ਦੀ ਸਥਿਤੀ ਬਣਦੀ ਸੀ, ਲੇਕਿਨ ਪ੍ਰਸ਼ਾਸਨ ਨੇ ਬੜਾ ਸ਼ਲਾਘਾਯੋਗ ਕਦਮ ਕੀਤਾ ਹੈ, ਹਰੇਕ ਸਥਿਤੀ ਨੂੰ ਜਿਹੜਾ ਕਾਬੂ ਕੀਤਾ। ਸਰ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਔਰ ਕੰਮ ਜਿਹੜਾ ਕਦਮ ਹੈ ਬੜਾ ਸ਼ਲਾਘਾਯੋਗ ਹੈ ਜੀ। ਹਾਂਜੀ, ਅਸੀਂ ਸਾਡੀ ਡਿਊਟੀ ਤਾਂ ਮੇਨ ਇਹ ਸੀ ਵੀ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕਰਕੇ ਰੱਖਣਾ ਤੇ ਕੋਈ ਵੀ ਮਤਲਬ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਣ ਦੇਣੀ। ਪੀਸਫੁਲ ਸਾਰਾ ਇਲੈਕਸ਼ਨ ਪ੍ਰੋਸੈਸ ਕੰਪਲੀਟ ਕਰਾਉਣਾ, ਉਹਦੇ ਵਿੱਚ ਅਸੀਂ ਸਾਰੇ ਕਾਮਯਾਬ ਹੋਏ ਹਾਂ। ਬੜਾ ਵਧੀਆ ਪੀਸਫੁਲੀ ਸਾਰਾ ਪ੍ਰੋਸੈਸ ਹੋਇਆ ਉਸ ਦਿਨ, VOTING ਦਾ ਵੀ, ਅੱਜ ਕਾਊਂਟਿੰਗ ਦਾ ਵੀ, ਤੇ ਸਾਰਾ ਵਧੀਆ ਹੋਇਆ ਸਾਰਾ। ਮੈਂ ਸ਼ਲਾਘਾ ਇਸ ਲਈ ਕਰਾਂਗਾ ਕਿਉਂਕਿ ਸਥਿਤੀ ਬਣ ਜਾਂਦੀ ਹੈ, ਲੇਕਿਨ ਜਿਹੜਾ ਪ੍ਰਸ਼ਾਸਨ ਹੈ ਬੜੇ ਬਿਨਾਂ ਬਲ ਦਾ ਪ੍ਰਯੋਗ ਕੀਤੇ ਉਹਨੂੰ ਕਾਬੂ 'ਚ ਕਰ ਲੈਂਦਾ ਜੀ। ਹਾਂਜੀ, ਉਹ ਮਾੜਾ ਮੋਟਾ ਤਾਂ ਮਨਾਂ 'ਚ ਹੁੰਦਾ, ਕੋਈ ਹਾਰ ਗਿਆ ਕੋਈ ਜਿੱਤ ਗਿਆ, ਪਰ ਓਵਰਆਲ ਬੜਾ ਵਧੀਆ ਰਿਹਾ, ਠੀਕ ਰਿਹਾ, ਕੋਈ ਪ੍ਰੋਬਲਮ ਨਹੀਂ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਜਿਹੜਾ ਨਵੇਂ ਸ਼ਹਿਰ ਦਾ ਪ੍ਰਸ਼ਾਸਨ ਹੈ ਉਹ ਹਮੇਸ਼ਾ ਪੀਸਫੁਲ ਰਹਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਕੇ ਬੜੇ ਤਰੀਕੇ ਨਾਲ, ਬੜੇ ਸਲੀਕੇ ਨਾਲ ਆਪਣੇ ਆਪਣੇ ਏਰੀਆ 'ਚ ਲੈ ਜਾਂਦਾ। ਇਸ ਕਰਕੇ ਪ੍ਰਸ਼ਾਸਨ ਦਾ ਬਹੁਤ ਸ਼ੁਕਰੀਆ ਕਰਦੇ ਜੀ ਅਸੀਂ। ਔਰ ਇਹ ਬਾਈ ਜੀ ਨੇ ਜਿਹੜੇ ਸਾਰਿਆਂ ਨੂੰ ਇੱਕ ਮੈਨਰ ਸਿਖਾਇਆ, ਇੱਕ ਐਥੀਕਲ ਵੇ ਨਾਲ ਪਿੱਛੇ ਲੈ ਕੇ ਜਾਂਦੇ ਰਹੇ ਨੇ। ਔਰ ਸਰ ਇੱਕ ਵਾਰੀ ਜ਼ਰੂਰ ਤੁਸੀਂ ਆਪਣਾ ਨਾਮ ਦੱਸ ਦਿਓ ਜੀ। ਸਰ ਮੇਰਾ ਨਾਮ ਏ ਕਰਨਵੀਰ ਸਿੰਘ ਜੀ, ਤੇ ਤੁਹਾਡਾ ਰੋਲ ਬੜਾ ਅੱਛਾ ਰਿਹਾ ਜੀ। ਮੈਂ ਤੁਹਾਡੀ ਬਹੁਤ ਸ਼ਲਾਘਾ ਕਰਦਾ ਪਰਸਨਲ ਤੌਰ ਤੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ। ਯੂਥ ਜਿੰਨਾ ਨਿਖਰ ਕੇ ਸਾਹਮਣੇ ਆ ਰਿਹਾ ਉਹਨਾਂ ਹੀ ਯੂਥ ਦਾ ਅਸੀਂ ਧੰਨਵਾਦ ਕਰਦੇ ਔਰ ਉਮੀਦ ਹੈ ਕਿ ਜਿਹੜਾ ਨਵਾਂ ਸਮਾਜ ਬਣੇਗਾ ਔਰ ਵੋਟਾਂ ਵਿੱਚ ਵੀ ਰਿਜ਼ਲਟ ਜਿਹੜਾ ਉਹ ਯੂਥ ਦੇ ਵੱਲ ਜ਼ਿਆਦਾ ਆ ਰਿਹਾ। ਕਈ ਲੋਕ ਇਹ ਵੀ ਕਮੈਂਟ ਕਰਦੇ ਨੇ ਕਿ ਪ੍ਰਸ਼ਾਸਨ ਦੀ ਸ਼ਲਾਘਾ ਕਿਉਂ ਕਰਦੇ ਹੋ, ਲੇਕਿਨ ਯਾਰ ਬਣਦੀ ਆ। ਅਗਰ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਸਰਾਹਨਾ ਬਣਦੀ ਆ ਜੀ। ਹੁਣ ਆਪਾਂ ਇਸ ਵੀਡੀਓ ਨੂੰ ਰੈਪ ਅਪ ਕਰਦੇ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਆ। ਅਗਲੀ ਵੀਡੀਓ ਤੁਹਾਨੂੰ ਢੋਲ ਤੇ ਧਮਾਕੇ ਜਿਹੜੇ ਦਿਖਾਵਾਂਗੇ, ਭੰਗੜੇ ਪੈਂਦੇ ਦਿਖਾਵਾਂਗੇ। ਔਰ ਤੁਸੀਂ ਇੱਧਰ ਵੀ ਦੇਖੋ, ਇਹ ਮੈਂ ਫਿਰ ਤੋਂ ਤੁਹਾਨੂੰ ਦਿਖਾ ਰਿਹਾ ਜਿਹੜਾ ਪ੍ਰਸ਼ਾਸਨ ਹਰ ਜਗ੍ਹਾ ਮੁਸਤੈਦ ਹੈ, ਸਤਰਕ ਹੈ। ਔਰ ਫਿਰ ਤੋਂ ਆਈ ਮਸਟ ਸੇ ਕਿ ਆਪਾਂ ਨੂੰ ਬਿਨਾਂ ਸੋਚੇ ਸਮਝੇ ਕਮੈਂਟ ਨਹੀਂ ਕਰਨਾ ਚਾਹੀਦਾ ਔਰ ਪ੍ਰਸ਼ਾਸਨ ਦੀ ਸਿਫਤ ਬਣਦੀ ਹੈ ਤਾਂ ਬਣਦੀ ਹੈ ਜੀ। ਔਰ ਇਸ ਵੀਡੀਓ ਨੂੰ ਇੱਥੇ ਰਹਿ ਅਸੀਂ ਇੱਕ ਵਾਰੀ ਲਾਸਟ ਉੱਥੇ ਵੀ ਦਿਖਾਣਾ ਜਿਹੜਾ ਸਾਡਾ ਪ੍ਰਸ਼ਾਸਨ ਖੜਾ ਹੈ ਜੀ। ਔਰ ਪ੍ਰਸ਼ਾਸਨ ਹੈ ਤਾਂ ਜਿਹੜਾ ਅਸੀਂ ਫਰੀडम ਨਾਲ ਜਿਹੜੀ ਗੱਲਬਾਤ ਪੂਰੀ ਕਰ ਸਕਦੇ। ਅਸੀਂ ਪਿੱਛੇ ਵੀ ਸ਼ਲਾਘਾ ਕਰਕੇ ਆ ਜੀ ਪ੍ਰਸ਼ਾਸਨ ਦੀ, ਇੱਥੇ ਵੀ ਕਰਦੇ ਹਾਂ ਔਰ ਸਾਰਿਆਂ ਦਾ ਥੈਂਕਸ ਵੀ ਕਰਦੇ ਕਿਉਂਕਿ ਪ੍ਰਸ਼ਾਸਨ ਹੈ ਤਾਂ ਜਿਹੜਾ ਲਾਅ ਐਂਡ ਆਰਡਰ ਪੂਰਾ ਮੇਨਟੇਨ ਹੁੰਦਾ। ਪ੍ਰਸ਼ਾਸਨ ਦਾ ਬਹੁਤ ਸ਼ੁਕਰੀਆ ਜੀ। ਔਰ ਇੱਕ ਵਾਰੀ ਸਾਰਿਆਂ ਦੇ ਚਿਹਰੇ ਜ਼ਰੂਰ ਦਿਖਾ ਦਿਓ ਕਿਉਂਕਿ ਇਹ ਵੀਡੀਓ ਨੂੰ ਇੱਥੇ ਰੈਪ ਅਪ ਕਰ ਦਿਓ। ਆਪਾਂ ਅਗਲੀ ਵੀਡੀਓ ਜਿਹੜੀ ਉਹਨੂੰ